मेरा मुर्शद प्यारा आया। गल करनी है, जे गल करनी है तो ओ गल कर जेड़ी गल करदियां करदियां तेरी गल बन जावे। समझदे हो कि नहीं? ये तो दुनिया ते गल्लां बंदा बहुत करता है। कोई गुआंढियां दी गल करता है, कोई राजनीति दी गल करता है, कोई बीमारी दी गल करता है, कोई किसे दी गल करता, कोई किसे दी गल करता है। करदे हैं कि नहीं? पर कहंदे होर जिन्नियां गल्लां तू करदा है, वो गल्लां नाल तेरी गल नहीं बनदी। गल तो बहुत हुंदी है पर गल नहीं बनदी। इसलिए गल भी करनी है तो वो गल करके गल करन नाल तेरी गल बन जावे। किहदे नाल गल बन जावे? जरा गौर करना। हुण इत्थे की लिखिया है कि मेरी बात बन गई है। बात यानी गल ही हुंदी है, क्योंकि हिंदी च असीं बात कह दिंदे, मेरी बात बन गई है। और पंजाबी कहंदे लै भी मेरी गल बन गई, आह काम कीता सी तां मेरी। अज तुसीं भी यही कहना, घर जाके सत्संग च गए सी तां मेरी कह दिओ, फिर मेरी गल्लां बनाणियां ना। तां फिर हुण अज इदां दी गल करनी है, इदां दी गल सुननी है कि गल करदियां करदियां गल सुनदियां सुनदियां साडी गल बन जावे। क्योंकि मजा तो फेर ही है ना। एक एक पल एक एक घड़ी साडी इदां दी गुजरे कि एक एक पल एक एक घड़ी साडी सफल हो जावे। तां ही तां सुल्तान वाहू दी एक गल दसी दी असीं कि सुल्तान वाहू ना एक थैली ले लैंदे सी छोटी ਜਿਹੀ, ਉਹ ਚ ਤੂੜੀ ਦੀ ਕੱਖ ਪਾ ਲੈਂਦੇ ਸੀ, ਤੂੜੀ ਦੇ ਕੱਖ। ਔਰ ਤੂੜੀ ਦੇ ਕੱਖ ਪਾ ਕੇ ਇੱਕ ਨਹਿਰ ਵਗਦੀ ਹੁੰਦੀ ਸੀ, ਨਹਿਰ ਦੇ ਕੋਲ ਬਹਿ ਜਾਣਾ ਉਹਨਾਂ ਨੇ, ਔਰ ਇੱਕ ਕੱਖ ਆਪਣੀ ਝੋਲੀ ਚੋਂ ਕੱਢਣਾ ਥੈਲੀ ਚੋਂ, ਔਰ ਉਹਨੂੰ ਜੇ ਸੁੱਟਣਾ। ਜਦੋਂ ਵਗ ਜਾਂਦਾ ਸੀ ਤਾਂ ਫਿਰ ਕੀ ਬੋਲਦੇ ਸੀ? ਇਹਨੇ ਮੁੜ ਕੇ ਨਹੀਂ ਆਣਾ। ਫਿਰ ਉਹਨਾਂ ਦੂਜਾ ਕੱਖ ਕੱਢਣਾ ਸੁੱਟਣਾ, ਜਦੋਂ ਉਹ ਅੱਗੇ ਜਾਣਾ ਫਿਰ ਉਹਨਾਂ ਨੇ ਬੋਲਣਾ ਇਹਨਾਂ ਮੁੜ ਕੇ। ਇਦਾਂ ਹੀ ਉਹਨਾਂ ਨੇ ਕਰਨਾ। ਤੇ ਇੱਕ ਦਿਨ ਉਹਨਾਂ ਦੇ ਸੇਵਕ ਨੇ ਪੁੱਛਿਆ, ਮਹਾਰਾਜ ਤੁਸੀਂ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਹੈ, ਵਕਤ ਮਿਲਦਾ ਹੈ, ਤੁਸੀਂ ਆ ਕੇ ਨਹਿਰ ਦੇ ਕੋਲ ਬਹਿ ਜਾਂਦੇ ਹੋ ਔਰ ਤੂੜੀ ਦਾ ਕੱਖ ਕੱਢ ਕੇ, ਤੂੜੀ ਤੁਸੀਂ ਸਮਝਦੇ ਹੋ ਨਾ, ਤੂੜੀ ਦੇ ਕੁੱਪ ਹੁੰਦੇ ਆ, ਪਸ਼ੂਆਂ ਨੂੰ ਪਾਈ ਜਾਂਦੀ ਹੈ, ਉਹ ਨਿੱਕੇ ਨਿੱਕੇ ਤੀਲੇ ਹੁੰਦੇ ਉਹਦੇ 'ਚ। ਉਹ ਕਹਿੰਦੇ ਤੁਸੀਂ ਇੱਕ ਇੱਕ ਤੀਲਾ ਕੱਢ ਕੇ ਨਹਿਰ 'ਚ ਸੁੱਟਦੇ ਹੋ, ਨਾਲੇ ਕਹਿੰਦੇ ਹੋ ਨਾ ਮੁੜ ਕੇ ਨਹੀਂ ਆਣਾ। ਇਹ ਤੁਸੀਂ ਕਹਿੰਦੇ ਕੀ ਹੋ? ਇਹਦੇ ਪਿੱਛੇ ਰਾਜ ਕੀ ਹੈ? ਤਾਂ ਸੁਲਤਾਨ ਵਾਹੂ ਕਹਿੰਦੇ ਇਹਦੇ ਪਿੱਛੇ ਰਾਜ ਇਹ ਹੈ, ਮੈਂ ਆਪਣੇ ਆਪ ਨੂੰ ਇਹ ਦੱਸਦਾ ਆ ਕਿ ਜਿੱਦਾਂ ਇਹ ਤੂੜੀ ਦਾ ਕੱਖ ਯਾਨੀ ਇਹ ਤੂੜੀ ਦਾ ਤੀਲਾ ਜੋ ਪਾਣੀ 'ਚ ਚਲਾ ਗਿਆ, ਵਗ ਗਿਆ, ਇਹਨਾਂ ਮੁੜ ਕੇ ਨਹੀਂ ਆਣਾ। ਇਸੇ ਤਰ੍ਹਾਂ ਜਿਹੜੇ ਤੇਰੇ ਪਲ, ਤੇਰਾ ਸਮਾਂ ਇੱਕ ਵਾਰ ਚਲਾ ਗਿਆ ਨਾ, ਮੁੜ ਕੇ ਨਹੀਂ ਆਣਾ। ਇਸ ਲਈ ਐ ਬਾਹੂ ਇੱਕ ਵੀ ਦਮ, ਇੱਕ ਵੀ ਸਾਹ ਤੇਰਾ ਆਪਣੇ ਰੱਬ ਦੀ ਯਾਦ ਤੋਂ ਬਿਨਾ ਨਾ ਜਾਵੇ। ਇਸ ਲਈ ਉਹਨਾਂ ਨੇ ਕੀ ਕਿਹਾ? ਜੋ ਦਮ ਗਾਫਿਲ ਸੋ ਦਮ ਕਾਫਿਰ। ਸਾਨੂੰ ਮੁਰਸ਼ਦ ਇਹ ਸਮਝਾਇਆ ਹੋ ਕਿ ਮੁਰਸ਼ਦ ਨੇ ਇੱਕੋ ਹੀ ਗੱਲ ਸਮਝਾਈ ਹੈ ਕਿ ਜਿਹੜਾ ਸਾਹ ਤੇਰਾ ਆਪਣੇ ਰੱਬ ਦੀ ਯਾਦ ਤੋਂ ਬਿਨਾ ਗੁਜ਼ਰ ਗਿਆ, ਆਪਣੇ ਪਿਆਰੇ ਨੂੰ ਯਾਦ ਕੀਤੇ ਬਿਨਾ ਗੁਜ਼ਰ ਗਿਆ, ਉਹ ਸਾਹ ਤੇਰਾ ਵਿਅਰਥ ਚਲਾ ਜਾਂਦਾ ਹੈ। ਔਰ ਜਿਹੜਾ ਸਾਹ ਇੱਕ ਵਾਰ ਚਲਾ ਗਿਆ, ਉਹਨਾਂ ਮੁੜ ਕੇ ਨਹੀਂ ਆਣਾ। ਹੁਣ ਤੁਸੀਂ ਆਪ ਦੇਖ ਲਓ, ਆ ਟਾਈਮ ਜਾ ਰਿਹਾ, ਮੁੜ ਕੇ ਆ ਜਾਣਾ ਹੈ। ਦਿਨ ਤਾਂ ਹੋਰ ਵੀ ਆਣਗੇ, ਮਹੀਨੇ ਹੋਰ ਵੀ ਆਣਗੇ, ਸਾਲ ਹੋਰ ਵੀ ਆਣਗੇ, ਪਰ ਇਹ ਜਿਹੜੇ ਦਿਨ ਪਲ ਘੜੀਆਂ ਚਲੇ ਗਏ, ਇਹ ਦੁਬਾਰਾ ਨਹੀਂ ਆਣੇ, ਚਾਹੇ ਜਿੰਨਾ ਮਰਜ਼ੀ ਪੈਸਾ ਖਰਚ ਲਓ। ਬੰਦਾ ਕਵੇ ਨਾ ਕਿਸੇ ਨੇ ਜਾ ਕੇ, ਕਿਸੇ ਸਾਇੰਟਿਸਟ ਨੂੰ ਕਿ ਲੈ ਭਾਈ ਮੈਂ ਤੈਨੂੰ 100 ਕਰੋੜ ਦਿੰਦਾ ਆ, ਮੇਰਾ ਬਚਪਨ ਦੁਬਾਰਾ ਲਿਆ ਦੇ, ਤਾਂ ਲਿਆ ਦੇਗਾ ਉਹ। ਕਿਉਂਕਿ ਪਤਾ ਹੈ ਕਿ ਇਹੀ ਚੀਜ਼ ਐਸੀ ਹੈ ਜਿਹੜੀ ਕਰੋੜਾਂ ਖਰਚ ਕੇ ਵੀ ਵਾਪਸ ਨਹੀਂ ਆਣੀ। ਇਹਦਾ ਮਤਲਬ ਇਹ ਸਮਾਂ ਬੜਾ ਕੀਮਤੀ ਹੈ। ਇਸ ਲਈ ਇਹ ਸਮੇਂ 'ਚ ਉਹ ਗੱਲ ਕਰੀਏ ਕਿ ਗੱਲ ਕਰਨ ਨਾਲ ਹੀ ਸਾਡੀ ਗੱਲ ਬਣ ਜਾਵੇ। ਕਿਉਂਕਿ ਜਿਹੜਾ ਪਲ ਗੁਜ਼ਰ ਗਿਆ ਉਹ ਤਾਂ ਜਿੱਦਾਂ ਸੁਲਤਾਨ ਵਾਹੂ ਕਹਿੰਦੇ ਸੀ, ਇਹਨਾਂ ਮੁੜ ਕੇ ਇੱਕ ਵਾਰ ਫਿਰ ਕਹਿ ਦਿਓ ਮੁੜ ਕੇ। ਬਸ ਇਹ ਸਮਝ ਲੈ, ਬੜੇ ਕੀਮਤੀ ਪਲ ਹੈ। इसलिए मेरी बात बन गई है तेरी बात करते करते। कि मेरिया सारिया गल्लां बनदियां चलियां गईयां कदों? जदों मैं तेरी गल करनी शुरू की। जब तक मैं दुनिया दियां गल्लां कर रहा सी, जब तक मैं दुनिया दियां बातां च पिया सी, मेरा टाइम व्यर्थ जा रहा सी, मेरा टाइम बर्बाद हो रहा सी, मेरे पल्ले कुछ नहीं पै रहा सी। पर ऐ मेरे मालिक, जदों तो ये दुनिया दी गल छड्ड के मैं तेरी गल करनी शुरू की है, तेनू याद करना शुरू किया है, तेरे प्यारियां कोल बैठना शुरू किया, उदों तो मेरी गल बननी भी शुरू हो गई। उदों तो गल बननी शुरू हुई। क्योंकि करके देख लियो कदी कि जदों जीवन च मुश्किल आवे, जिद्दां असीं अपने बचपन दी गल दसन लगे तुहानूं, नहीं तां अपने बचपन दी गल्लां बहुत घट दसदे हां असीं, पर असीं दसन लगे हां तुहानूं। असीं छोटे ਜਿਹੇ ਹੁੰਦੇ ਸੀ, बड़े मालकां दे समय दी गल है। उदों तकरीबन समझ लो कि 88 88 या 99 की गल होनी है, या 87 88 ये सन की गल होनी है कि असी खेड रहे सी
ਬੱਚਿਆਂ ਦੇ ਨਾਲ। ਤਾਂ ਸਾਡਾ ਭਾਣਜਾ ਵੀ ਸੀ ਨਾਲ ਖੇਡ ਰਿਹਾ। ਉਹ ਅਸੀਂ ਕਿਤੇ ਖੇਡਦੇ ਖੇਡਦੇ ਇੱਕ ਪੱਥਰ ਲਿਆ ਨੂੰ ਉੱਚਾ ਮਾਰਿਆ। ਜਦੋਂ ਪੱਥਰ ਉੱਚਾ ਮਾਰਿਆ ਉਹ ਆ ਕੇ ਸਿੱਧਾ ਸਾਡੇ ਭਾਣਜੇ ਦੇ ਸਿਰ 'ਚ ਲੱਗਾ। ਗਲੀ ਹੋ ਗਈ, ਖੂਨ ਨਿਕਲਣ ਲੱਗ ਗਿਆ, ਤਿੱਖਾ ਸੀ, ਅੰਦਰ ਹੀ ਵੜ ਗਿਆ ਉਹ। ਤਾਂ ਜਿਸ ਲਈ ਅਸੀਂ ਦੇਖਿਆ, ਲੈ ਅਸੀਂ ਤਾਂ ਡਰ ਗਏ ਸੀ ਕਿ ਹੁਣ ਬੀਬੀ ਹਜ਼ੂਰ ਨੇ ਯਾਨੀ ਮੰਮੀ ਜੀ ਨੇ, ਅਸੀਂ ਮੰਮੀ ਜੀ ਕਹਿੰਦੇ ਸੀ ਉਦੋਂ, ਕਿਉਂਕਿ ਇਹਦਾ ਬੱਚਾ ਕਹਿੰਦਾ ਮੇਰੀ ਮੰਮਾ, ਮੇਰੀ ਮੰਮੀ, ਉਹਨਾਂ ਨੂੰ ਹੁਣ ਬੜਾ ਮਾਰਨਾ ਹੈ। ਇਸ ਲਈ ਡਰਦੇ ਅਸੀਂ ਕੀ ਕੀਤਾ, ਡਰਦੇ ਅਸੀਂ ਉੱਥੋਂ ਫੌਰਨ ਏਦਾਂ ਨਿਕਲੇ ਔਰ ਜਾ ਕੇ ਨਾ ਪਿੰਡ ਵਿੱਚ ਇੱਕ ਸਰਕਾਰੀ ਟਿਊਬਵੈਲ ਦੀ ਖੂਹੀ ਹੁੰਦੀ ਸੀ, ਅਸੀਂ ਉਹਦੇ 'ਚ ਚਲੇ ਗਏ। ਸਰਕਾਰੀ ਟਿਊਬਵੈਲ ਹੁੰਦਾ ਸੀ ਪਿੰਡ 'ਚ, ਕਾਂਟੀਆਂ 'ਚ, ਉਹਦੀ ਖੂਹੀ ਵਿੱਚ ਚਲੇ ਗਏ ਅਸੀਂ ਔਰ ਜਾ ਕੇ ਉੱਥੇ ਬੈਠੇ ਰਹੇ। ਔਰ ਅੱਜ ਵੀ ਉਹ ਭਾਣਜਾ ਸਾਡੇ ਨਾਲ ਹੀ ਹੈ, ਪਰ ਹੁਣ ਉਹ ਸਾਨੂੰ ਆਪਣਾ ਮਾਮਾ ਜੀ ਨਹੀਂ, ਹੁਣ ਮਾਲਿਕ ਮੰਨਦਾ ਹੈ ਕਿ ਮੇਰਾ ਮੁਰਸ਼ਿਦ ਹੈ, ਮੇਰਾ ਸਤਿਗੁਰ, ਰਿਸ਼ਤੇ ਖਤਮ ਹੋ ਗਏ। ਇਹ ਤਾਂ ਬਚਪਨ ਦੀ ਗੱਲ ਦੱਸ ਰਹੇ ਆ। ਹੁਣ ਉਸ ਵੇਲੇ ਅਸੀਂ ਜਾ ਕੇ ਸਰਕਾਰੀ ਟਿਊਬਵੈਲ ਦੀ ਗਹਿਰੀ ਜਿਹੀ ਨਾ ਖੂਹੀ ਹੁੰਦੀ ਸੀ, ਬਰੀਕ ਜਿਹੀ, ਤਿੱਖੀ ਜਿਹੀ, ਉਹਦੇ ਚਲੇ ਗਏ। ਚਲੇ ਤਾਂ ਗਏ ਡਰਦੇ ਕਿਸੇ ਤਰ੍ਹਾਂ। ਹੁਣ ਜਦੋਂ ਚਲੇ ਗਏ, ਤੁਹਾਨੂੰ ਪਤਾ ਪਹਾੜ ਉਤਰਨਾ ਸੌਖਾ ਹੁੰਦਾ, ਵਾਪਸ ਚੜ੍ਹਨਾ ਬੜਾ ਔਖਾ ਹੁੰਦਾ ਹੈ, ਕਿਉਂਕਿ ਉੱਤਰ ਤਾਂ ਬੰਦਾ ਜਾਂਦਾ ਹੈ, ਪਰ ਗੱਲ ਤਾਂ ਉਦੋਂ ਆਉਂਦੀ ਜਦੋਂ ਚੜ੍ਹਨਾ ਪਵੇ। ਹੁਣ ਅਸੀਂ ਚਲੇ ਗਏ, ਸਾਰੇ ਪਿੰਡ 'ਚ ਮਾਲਕਾਂ ਨੇ ਸੇਵਾਦਾਰ ਭੇਜੇ ਕਿ ਜਾਓ ਲੱਭ ਕੇ ਲਿਆਓ ਕਿੱਥੇ ਹੈ। ਬੀਬੀ ਹਜ਼ੂਰ ਨੇ ਭੇਜੇ ਕਿ ਪਤਾ ਨਹੀਂ ਮੇਰਾ ਬੇਟਾ ਕਿੱਥੇ ਚਲਾ ਗਿਆ। ਕਰਦਿਆਂ ਕਰਦਿਆਂ ਸ਼ਾਮ ਹੋ ਗਈ, ਅਸੀਂ ਡਰਦੇ ਨਿਕਲ ਗਏ ਨਾ ਉੱਥੋਂ, ਕਿਉਂਕਿ ਕਿਸੇ ਨੇ ਸੋਚਿਆ ਵੀ ਨਹੀਂ ਖੂਹੀ ਦੇ ਅੰਦਰ ਜਾ ਸਕਦੇ ਆ। ਇਹ ਸੱਚੀ ਗੱਲ ਦੱਸਣੀ, ਕੋਈ ਕਹਾਣੀ ਨਹੀਂ ਹੈ, ਪਰ ਦੱਸ ਰਿਹਾ ਉਹਦੀ ਰਹਿਮਤ ਕਿੱਦਾਂ ਕੰਮ ਕਰਦੀ ਹੈ। ਕਿਉਂਕਿ ਬੰਦਾ ਕਹਿੰਦਾ ਕਿੱਥੇ ਆ ਉਹਦੀ ਰਹਿਮਤ, ਅਸੀਂ ਕਹਿੰਦੇ ਜਿਨ੍ਹਾਂ ਦੇਖੀਆਂ ਹੁਣ ਨਾ, ਉਹ ਕਹਿੰਦਾ ਇੱਥੇ ਹੈ ਉਹਦੀ ਰਹਿਮਤ। ਹੁਣ ਅਸੀਂ ਜਦੋਂ ਅੰਦਰ ਚਲੇ ਗਏ ਖੂਹੀ ਦੇ, ਅਸੀਂ ਸੋਚਿਆ ਜਿੰਨਾ ਥੱਲੇ ਚਲ ਜਾਈਏ ਉਨਾ ਵਧੀਆ, ਕਿਉਂਕਿ ਉੱਪਰੋਂ ਦਿਸੇਗਾ ਨਹੀਂ। ਹੌਲੀ ਹੌਲੀ ਥੱਲੇ ਚਲੇ ਗਏ ਅਸੀਂ। ਅੱਜ ਕੱਲ ਤਾਂ ਖੂਹੀਆਂ ਵਿੱਚ ਉਹ ਪਾਈਪ ਜੇ ਵੀ ਲਾਏ ਹੁੰਦੇ ਏਦਾਂ ਫੜ ਕੇ ਸਰੀਏ ਜੇ ਚੜਨ ਨੂੰ, ਉੱਥੇ ਤਾਂ ਉਹ ਵੀ ਹੈ ਨਹੀਂ ਸੀ, ਬਸ ਪੌੜੀ ਉੱਪਰ ਉਤਾਰਨੀ ਪੈਂਦੀ ਸੀ ਨਿਕਲਣ ਵਾਸਤੇ ਥੱਲੇ। ਹੁਣ ਸ਼ਾਮ ਹੋ ਗਈ, ਸਾਰੇ ਸਾਨੂੰ ਲੱਭੀ ਜਾਣ। ਹੁਣ ਅਸੀਂ ਜਦੋਂ ਦੇਖਿਆ ਹਨੇਰਾ ਹੋਣ ਲੱਗ ਪਿਆ, ਤਾਂ ਅਸੀਂ ਵੀ ਖੂਹ 'ਚ ਬੈਠੇ ਹੁਣ ਹੋਇਆ ਕਿ ਹੁਣ ਨਿਕਲੀਏ ਬਾਹਰ। ਦੁਪਹਿਰ ਦੇ ਹੋ ਗਏ, ਇੱਥੇ ਹੁਣ 3-4 ਘੰਟੇ ਹੋ ਗਏ ਸਾਨੂੰ ਅੰਦਰ ਬੜਿਆਂ ਨੂੰ। ਹੁਣ ਜਦੋਂ ਅਸੀਂ ਬਾਹਰ ਨਿਕਲਣ ਲੱਗੇ ਤਾਂ ਹੱਥ ਫਿਸਲਣ ਸਾਡੇ। ਹੁਣ ਬਾਹਰ ਨਿਕਲਦਾ ਹੋਵੇ ਨਾ ਤਾਂ ਫਿਰ ਬੜੀ ਪਰੇਸ਼ਾਨੀ ਹੋਈ। ਹੁਣ ਬਾਹਰ ਕਿੱਦਾਂ ਨਿਕਲਾਂਗੇ, ਆਵਾਜ਼ਾਂ ਮਾਰੀਆਂ, ਕੋਈ ਹੈ, ਕਦੀ ਮੰਮੀ ਜੀ ਬਚਾ ਲਓ। ਦੱਸ ਰਹੇ ਆ ਬਚਪਨ ਦੀ ਗੱਲ, ਕਿਉਂਕਿ ਉਸਲੇ ਸਾਡੀ ਉਮਰ ਲੱਗਦਾ ਕਿ 10-11 ਸਾਲ ਦੀ ਹੋਣੀ ਹੈ, 11 ਜਾਂ 12 ਸਾਲ ਦੀ। ਮੰਮੀ ਜੀ ਕਿੱਥੇ ਆ ਤੁਸੀਂ, ਕਿਉਂਕਿ ਮੰਮੀ ਨੂੰ ਜ਼ਿਆਦਾ ਪਿਆਰ ਕਰਦੇ ਹੁੰਦੇ ਸੀ ਅਸੀਂ, ਆਵਾਜ਼ ਮਾਰ ਰਹੇ ਸੀ ਉਹਨਾਂ ਨੂੰ, ਪਰ ਕੋਈ ਹੈ, ਕੋਈ ਤਾਂ ਬਚਾਓ। ਪਰ ਬਾਹਰ ਹੁਣ ਉਹ ਪਿੰਡ ਦਾ ਸੀਗਾ ਵੀ ਇੱਕ ਪਾਸੇ ਖੂਹ, ਪਿੰਡ ਦੇ ਵਿੱਚ ਵੀ ਹੈ ਨਹੀਂ ਸੀ, ਬਾਹਰ ਜੇ ਸੀਗਾ ਸਰਕਾਰੀ ਟਿਊਬਵੈਲ। ਹੁਣ ਉੱਧਰ ਨੂੰ ਕੋਈ ਆਏ ਤਾਂ ਹੀ ਆਵਾਜ਼ ਸੁਣੇ, ਪਰ ਸ਼ਾਮ ਦਾ ਟਾਈਮ ਕੌਣ ਉੱਧਰ ਨੂੰ ਆਉਂਦਾ ਹੈ। ਇਹ ਟਾਈਮ ਤਾਂ ਲੋਕਾਂ ਦਾ ਘਰ ਬਹਿ ਕੇ ਖਾਣਾ ਖਾਣ ਦਾ ਹੁੰਦਾ ਹੈ। ਹੁਣ ਜਦੋਂ ਅਸੀਂ ਚੰਗਾ ਰੌਲਾ ਪਾਇਆ, ਰੋਣ ਲੱਗ ਗਏ, ਤਾਂ ਫਿਰ ਅਚਾਨਕ ਕੀ ਦੇਖਿਆ, ਇੱਕ ਬਜ਼ੁਰਗ ਆਏ ਜਿਨ੍ਹਾਂ ਨੇ ਪਗੜੀ ਬੰਨੀ ਹੋਈ ਸੀ, ਸਫੇਦ ਦਾੜੀ। ਉਹਨਾਂ ਨੇ ਇੱਕ ਰੱਸਾ ਸੁੱਟਿਆ ਥੱਲੇ, ਰੱਸਾ ਸੁੱਟਿਆ, ਅਸੀਂ ਰੱਸਾ ਪਕੜਿਆ ਔਰ ਰੱਸਾ ਪਕੜ ਕੇ ਅਸੀਂ ਬਾਹਰ ਆ ਗਏ। ਜਦੋਂ ਬਾਹਰ ਆਏ ਅਸੀਂ ਤਾਂ ਬਜ਼ੁਰਗ ਨੇ ਥਾਪੀ ਦਿੱਤੀ, ਕਹਿੰਦਾ ਚੱਲ ਬੇਟਾ ਅੱਗੇ ਤੋਂ ਨਾ ਏਦਾਂ ਕਰੀ, ਤੈਨੂੰ ਪਤਾ ਜੇ ਮੈਂ ਨਾ ਤੇਰੀ ਆਵਾਜ਼ ਸੁਣਦਾ ਤਾਂ ਤੂੰ ਇੱਥੇ ਰਹਿਣਾ ਸੀ ਸਾਰੀ ਰਾਤ, ਅੱਗੇ ਤੋਂ ਨਹੀਂ ਖੂਹ 'ਚ ਜਾਣਾ। ਇਹ ਕਿਹਾ ਠੀਕ ਆ ਬਾਬਾ ਜੀ, ਨਹੀਂ ਜਾਂਦੇ ਕਹਿ ਕੇ ਦੌੜ ਪਏ ਘਰ ਨੂੰ। ਅਸੀਂ ਕੋਲ ਖੜੇ ਵੀ ਨਹੀਂ ਹੋਏ। ਇਹ ਕਿਹਾ ਬਜ਼ੁਰਗ ਦਾ ਕੀ ਪਤਾ ਕਿਤੇ ਗੁੱਸੇ 'ਚ ਮਾਰੀ ਨਾ ਦੇਵੇ ਇੱਕ ਅੱਧੀ ਚਪੇੜ, ਨਿਆਣਿਆਂ ਨੂੰ ਹੁੰਦਾ ਹੀ ਹੈ। ਅਸੀਂ ਦੌੜੇ, ਇੱਧਰ ਦੌੜੇ ਤਾਂ ਸੇਵਾਦਾਰ ਸਾਰੇ ਲੱਭ ਰਹੇ ਹੈ, ਬੜੇ ਮਾਲਕ ਵੀ ਸੇਵਾਦਾਰ ਨੂੰ ਕਹਿ ਦੇਖੋ ਸਾਰੇ ਪਾਸੇ। ਮੰਮੀ ਹੁਣੀ ਪਰੇਸ਼ਾਨ ਹੈ ਕਿ ਦੁਪਹਿਰ ਦਾ ਬੇਟਾ ਗਿਆ, ਸ਼ਾਮ ਹੋ ਗਈ, ਪਤਾ ਨਹੀਂ ਚਲਾ ਕਿੱਥੇ ਗਿਆ ਹੈ, ਕਿਉਂਕਿ ਪੂਰਾ ਪਿੰਡ ਛਾਣ ਮਾਰਿਆ। ਹੁਣ ਉਹਨਾਂ ਨੂੰ ਕੀ ਪਤਾ ਖੂਹ 'ਚ ਬੜੇ ਹੋਏ ਅਸੀਂ। ਹੁਣ ਜਦੋਂ ਅਸੀਂ ਗਏ ਤਾਂ ਬੜੇ ਮਾਲਕ ਅੱਗੇ ਖੜੇ ਸੀ, ਤਾਂ ਸਾਨੂੰ ਦੇਖ ਕੇ ਮਾਲਕਾਂ ਨੇ ਕਿਹਾ ਕੁਝ ਨਹੀਂ, ਗੱਲ ਨਾਲ ਲਾ ਲਿਆ। ਔਰ ਫਿਰ ਮਾਲਕਾਂ ਨੇ ਆਪ ਬੈਠ ਕੇ ਕੋਲ ਸਾਨੂੰ ਕੋਲ ਬਿਠਾਇਆ, ਮੰਮੀ ਜੀ ਹੁਣੀ ਵੀ ਕੋਲ ਬੈਠੇ। ਮਾਂ ਪਰੇਸ਼ਾਨ ਸੀ, ਪਿਆਰ ਕੀਤਾ ਸਾਨੂੰ ਕਿ ਬੇਟਾ ਤੂੰ ਕਿਹੜਾ ਜਾਣਬੁੱਝ ਕੇ ਕੀਤਾ ਸੀ, ਗਲਤੀ ਨਾਲ ਲੱਗ ਗਈ, ਕੋਈ ਗੱਲ ਨਹੀਂ, ਸੱਟਾ ਚੋਟਾ ਲੱਗ ਹੀ ਜਾਂਦੀਆਂ ਖੇਲਦੇ ਆ, ਡਰਨ ਦੀ ਲੋੜ ਕੀ ਸੀ। ਪਰ ਇੱਕ ਕਹਾਣੀ ਇਹ ਵੀ ਸੀ ਨਾ, ਹੁੰਦਾ ਸਾਡੇ ਨਾਲ ਪਤਾ ਕੀ ਸੀ, ਅਸੀਂ ਕੋਈ ਵੀ ਚੀਜ਼ ਉੱਪਰ ਨੂੰ ਮਾਰਦੇ ਸੀ, ਲੱਗਦੇ ਉਹਦੀ ਸਿਰ 'ਚ ਹੀ ਹੁੰਦੀ ਸੀ ਹਮੇਸ਼ਾ। ਇੱਕ ਵਾਰ ਗਲੀ ਨਹੀਂ ਹੋਈ ਸੀ, 4-5 ਵਾਰ ਗਲੀ ਹੋਈ ਸੀ। ਹੁਣ ਵੀ ਨਾਲ ਹੀ ਉਹਦਾ ਸਿਰ ਦੇਖੋਗੇ 4-5 ਗਲੀਆਂ ਨਜ਼ਰ ਆਉਣਗੀਆਂ ਤੁਹਾਨੂੰ, ਔਰ ਇਹ ਸਾਰੀਆਂ ਸਾਡੀਆਂ ਨਿਸ਼ਾਨੀਆਂ। ਅਸੀਂ ਕਹਿਣਾ ਉਹਦਾ ਨਾਂ ਕਾਲੂ ਸੀ, ਹੁਣ ਸਾਡੀ ਗੱਡੀ ਚਲਾਉਂਦਾ ਹੈ, ਤੁਸੀਂ ਦੇਖੋਗੇ। ਹਾਂ ਡਰਾਈਵਰ ਹੈ ਸਾਡਾ, ਅੱਜ ਵੀ ਡਰਾਈਵਿੰਗ ਕਰਕੇ ਗੱਡੀ ਲਿਆਂਦੀ ਹੈ। ਭਾਈ ਕਹ ਜਦੋਂ ਵੀ ਅਸੀਂ ਕੋਈ ਚੀਜ਼ ਮਾਰਦੇ ਤੂੰ ਵਿੱਚ ਕਾਹਨੂੰ ਆ ਜਾਂਦਾ ਹੈ, ਕਹਿੰਦਾ ਤੁਹਾਡਾ ਨਿਸ਼ਾਨੀ ਪੱਕਾ ਲੱਗਦੀ ਮੇਰੇ ਸੀ। ਸੋ ਹੁਣ ਮਾਲਕਾਂ ਨੇ ਕਿਹਾ, ਮਾਲਕ ਕਹਿੰਦੇ ਬੇਟਾ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਹਾਂ। ਅਸੀਂ ਉਸਲੇ ਕਹਿੰਦੇ ਸੀ ਪਾਪਾ ਜੀ, ਮਾਲਕ ਤਾਂ ਅਸੀਂ ਹੁਣ ਕਹਿ ਰਹੇ ਹਾਂ। ਇਹ ਕਿ ਹਾਂਜੀ ਪਾਪਾ ਜੀ ਦੱਸੋ ਕੀ ਗੱਲ ਹੈ। ਮਾਲਕ ਕਹਿੰਦੇ ਬੇਟਾ
ਜਦੋਂ ਵੀ ਕੋਈ ਮੁਸੀਬਤ ਆਵੇ ਨਾ, ਜਦੋਂ ਵੀ ਕੋਈ ਮੁਸੀਬਤ ਆਵੇ, ਜਦੋਂ ਵੀ ਕੋਈ ਤਕਲੀਫ ਆਵੇ, ਤਾਂ ਕਿਸੇ ਹੋਰ ਨੂੰ ਆਵਾਜ਼ ਨਹੀਂ ਮਾਰਨੀ, ਕਿਸੇ ਹੋਰ ਨੂੰ ਆਵਾਜ਼ ਨਹੀਂ ਮਾਰਨੀ। ਜਦ ਵੀ ਮੁਸੀਬਤ ਆਵੇ ਤਾਂ ਹਜ਼ੂਰ ਗੌਸ ਨੂੰ ਆਵਾਜ਼ ਮਾਰਨੀ, ਉਹੀ ਤੈਨੂੰ ਕੱਢਣ ਆਣਗੇ ਹਰ ਮੁਸੀਬਤ ਚੋਂ, ਕਿਉਂਕਿ ਅੱਜ ਵੀ ਉਹੀ ਆਏ ਸੀ। ਅੱਜ ਵੀ ਜਿਹੜਾ ਬਜ਼ੁਰਗ ਸੀ ਨਾ, ਕੋਈ ਹੋਰ ਨਹੀਂ ਸੀ, ਉਹ ਮੇਰਾ ਮੁਰਸ਼ਿਦ ਆਇਆ ਸੀ ਮੁਸ਼ਕਿਲ ਚੋਂ ਕੱਢਣ ਵਾਸਤੇ। ਜਦ ਕੱਢਣਾ ਹੀ ਹੋਣਾ ਹੈ, ਬਚਾਣਾ ਹੀ ਹੋਣਾ ਹੈ, ਤਾਂ ਫਿਰ ਯਾਦ ਵੀ ਸਿੱਧਾ ਉਹਨੂੰ ਹੀ ਕੀਤਾ ਜਾਵੇ, ਬੁਲਾਇਆ ਵੀ ਉਹ ਨਹੀਂ ਜਾਵੇ। ਜ਼ਰਾ ਸਮਝਣਾ ਸਾਰੇ ਜੀਵਾਂ ਨੇ। ਬਸ ਉਸ ਦਿਨ ਤੋਂ ਗੱਲ ਪੜਨੀ ਪੱਲੇ ਕਿ ਜਿਸਨੇ ਹਰ ਜਗ੍ਹਾ, ਹਰ ਮੁਕਾਮ ਤੇ, ਹਰ ਮੁਸ਼ਕਿਲ 'ਚ ਸਾਨੂੰ ਬਚਾਣਾ ਹੈ, ਫਿਰ ਸਿੱਧਾ ਹੀ ਉਹਨੂੰ ਪੁਕਾਰ ਲਓ। ਪਹਿਲਾਂ ਦੁਨੀਆ ਨੂੰ ਆਵਾਜ਼ਾਂ ਮਾਰੀ ਜਾਈਏ, ਦੁਨੀਆ ਨੇ ਸੁਣਨੀ ਨਹੀਂ, ਦੁਨੀਆ ਨੇ ਤੇ ਆਣਾ ਨਹੀਂ। ਜਦ ਆਣਾ ਹੀ ਉਸਨੇ ਹੈ ਤਾਂ ਪਹਿਲਾਂ ਹੀ ਤਾਰਾਂ ਉਹਦੇ ਨਾਲ ਜੋੜ ਕੇ ਰੱਖੀਏ। ਸਮਝ ਆ ਗਈ ਕਿ ਨਹੀਂ? ਪਹਿਲੀ ਤਾਰ ਉਹਦੇ ਨਾਲ ਜੋੜ ਕੇ ਰੱਖੀਏ, ਉਹ ਪ੍ਰਮਾਤਮਾ ਨਾਲ, ਉਹ ਪ੍ਰਭੂ ਨਾਲ, ਉਹ ਆਪਣੇ ਮਾਲਿਕ ਨਾਲ, ਉਹ ਸੱਚੇ ਮੁਰਸ਼ਿਦ ਨਾਲ। ਜਦੋਂ ਅਸੀਂ ਤਾਰਾਂ ਜੋੜ ਦਿੰਦੇ ਤਾਂ ਉਹਨਾਂ ਕਿਹੜੇ ਰੂਪ ਚ ਆ ਕੇ ਆਪਣੀ ਰਹਿਮਤ ਦੀ ਰੱਸੀ ਸੁੱਟ ਕੇ ਸਾਨੂੰ ਹਰ ਮੁਸ਼ਕਿਲ ਚੋਂ ਕੱਢ ਲੈਣਾ, ਇਹ ਤਾਂ ਫਿਰ ਉਹੀ ਜਾਣਦੇ, ਬੰਦਾ ਨਹੀਂ ਸਮਝ ਸਕਦਾ ਉਹਦੀਆਂ ਖੇਡਾਂ ਨੂੰ। ਇਸ ਲਈ ਅਸੀਂ ਤੁਹਾਨੂੰ ਇਹ ਜੀਵਨ ਦੀ ਸੱਚੀ ਘਟਨਾ ਦੱਸੀ ਹੈ, ਇਹ ਕੋਈ ਕਹਾਣੀ ਨਹੀਂ ਹੈ ਸੁਣੀ ਸੁਣਾਈ। ਕਿਉਂਕਿ ਜਿਸ ਤਨ ਲਾਗੇ ਸੋ ਤਨ ਜਾਣੇ, ਜਿਹਦੇ ਨਾਲ ਲੱਗੀ ਹੁੰਦੀ, ਆਪ ਬੀਤੀ ਹੁੰਦੀ ਨਾ, ਉਹਨੂੰ ਪਤਾ ਹੈ ਕਿ ਕਿਸ ਤਰ੍ਹਾਂ। ਕਿਉਂਕਿ ਵਾਕਈ ਉਹ ਬਜ਼ੁਰਗ ਨੂੰ ਕਦੀ ਪਿੰਡ 'ਚ ਦੇਖਿਆ ਵੀ ਨਹੀਂ ਸੀ ਅਸੀਂ, ਉਸਲੇ ਤਾਂ ਸਮਝ ਨਹੀਂ ਆਈ। ਮਾਲਕਾਂ ਨੇ ਫਿਰ ਦੱਸਿਆ, ਕਹਿੰਦੇ ਉਹ ਆਪ ਆਏ ਸੀ ਤੈਨੂੰ ਮੁਸ਼ਕਿਲ ਚੋਂ ਕੱਢਣ ਵਾਸਤੇ। ਇਸ ਲਈ ਜਦ ਵੀ ਮੁਸ਼ਕਿਲ ਆਵੇ ਤਾਂ ਕਿਸੇ ਹੋਰ ਨੂੰ ਆਵਾਜ਼ ਨਹੀਂ ਮਾਰਨੀ, ਨਾ ਮੰਮੀ ਕਹਿਣਾ ਨਾ ਪਾਪਾ ਕਹਿਣਾ, ਜਦ ਵੀ ਕਹਿਣਾ ਤਾਂ ਆਪਣੇ ਮਾਲਿਕ ਨੂੰ ਆਵਾਜ਼ ਮਾਰਨੀ ਹੈ। ਇਸ ਲਈ ਤੁਹਾਨੂੰ ਵੀ ਇਹੀ ਗੱਲ ਕਵਾਂਗੇ, ਇੰਨਾ ਵਿਸ਼ਵਾਸ ਆਪਣੇ ਅੰਦਰ ਰੱਖੋ ਆਪਣੇ ਮਾਲਿਕ ਤੇ, ਇੰਨਾ ਯਕੀਨ ਆਪਣੇ ਅੰਦਰ ਰੱਖੋ ਆਪਣੇ ਪ੍ਰਮਾਤਮਾ ਤੇ, ਆਪਣੇ ਪ੍ਰਭੂ ਤੇ। ਇੰਨਾ ਯਕੀਨ, ਇੰਨਾ ਵਿਸ਼ਵਾਸ ਹੋਵੇ ਕਿ ਕਦੇ ਵੀ ਮੁਸ਼ਕਿਲ ਹੋਵੇ ਤਾਂ ਦਿਲੋਂ ਉਹਨੂੰ ਪੁਕਾਰੋ, ਤਾਂ ਯਾਦ ਰੱਖੋ ਤੁਹਾਡੀ ਮਦਦ ਕਰਨ ਵਾਸਤੇ ਆਏਗਾ ਵੀ, ਔਰ ਤੁਹਾਨੂੰ ਹਰ ਮੁਸ਼ਕਿਲ ਚੋਂ ਕੱਢੇਗਾ ਵੀ, ਬਚਾਏਗਾ ਵੀ। ਕਿਉਂਕਿ ਕੋਈ ਛੋਟੀ ਤਾਕਤ ਨਹੀਂ ਹੈ। ਜਿਸਨੇ ਤੁਹਾਨੂੰ ਜੀਵਨ ਦਿੱਤਾ ਹੈ, ਜਿਸਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ, ਜਿਸਨੇ ਤੁਹਾਨੂੰ ਤਾਕਤ ਦਿੱਤੀ ਹੈ, ਹੁਣ ਤੁਸੀਂ ਤੁਰ ਫਿਰ ਰਹੇ ਹੋ, ਇਹ ਕਿਹਦੀ ਤਾਕਤ ਹੈ? ਉਹ ਰੱਬ ਦੀ ਤਾਕਤ ਹੈ ਨਾ, ਪ੍ਰਮਾਤਮਾ ਦੀ, ਪ੍ਰਭੂ ਦੀ। ਅਗਰ ਤੁਸੀਂ ਇਹ ਦੁਨੀਆ ਤੇ ਜੀ ਰਹੇ ਹੋ, ਜ਼ਿੰਦਗੀ ਮਿਲੀ ਹੈ ਤਾਂ ਉਹਦੀ ਕਿਰਪਾ ਨਾਲ ਮਿਲੀ ਹੈ, ਉਹਦੀ ਰਹਿਮਤ ਨਾਲ ਮਿਲੀ ਹੈ। ਤਾਂ ਜਿਹੜਾ ਤੁਹਾਨੂੰ ਜ਼ਿੰਦਗੀ ਦੇ ਸਕਦਾ ਹੈ, ਚੱਲਣ ਫਿਰਨ ਦੀ ਤਾਕਤ ਦੇ ਸਕਦਾ ਹੈ, ਇੱਕ ਵਾਰ ਉਹ ਤੇ ਵਿਸ਼ਵਾਸ ਕਰਕੇ ਤਾਂ ਦੇਖੋ, ਉਹਦੇ ਅੰਦਰ ਇੰਨੀ ਤਾਕਤ ਹੈ ਕਿ ਤੁਹਾਨੂੰ ਹਰ ਮੁਸ਼ਕਿਲ ਚੋਂ, ਹਰ ਪਰੇਸ਼ਾਨੀ ਚੋਂ ਕੱਢ ਕੇ ਖੁਸ਼ੀਆਂ ਤੱਕ ਲੈ ਜਾਵੇ। ਪਰ ਗੱਲ ਕੀ ਹੁੰਦੀ ਹੈ? ਗੱਲ ਇਹ ਹੁੰਦੀ ਹੈ ਕਿ ਬੰਦਾ ਆਪਣੇ ਰੱਬ ਤੇ ਵਿਸ਼ਵਾਸ ਨਹੀਂ ਕਰਦਾ, ਬੰਦਾ ਉਲਟੀਆਂ ਸਿੱਧੀਆਂ ਚੀਜ਼ਾਂ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦਾ ਹੈ। ਉਲਟੀਆਂ ਸਿੱਧੀਆਂ ਚੀਜ਼ਾਂ ਦਾ ਮਤਲਬ, किसी ने कुछ कह दिता इदा कर लै, उत्ते विश्वास कर लिया, किसी ने कुछ कहता उदा कर लिया, उत्ते विश्वास कर लिया, पर अपने मालिक ते, अपने परमात्मा ते, अपने प्रभु ते नहीं विश्वास करता। जदों उत्ते पूरा विश्वास हो जाता है तो फिर नामुमकिन भी मुमकिन हो जाता है। इसलिए तुसी बहुत गल्लां कीतियां दुनिया दियां, बहुत गल्लां कीतियां संसार दियां, पर गल नहीं बनी। आओ हुण कुछ ऐसी गल कर लईए अपने मालिक दी, अपने ओ यार दी, अपने ओ प्रभु दी, ताकि ओदी गल करदियां करदियां साडी गल बन जाए। गल बनानी चाहते हो कि नहीं? तो फिर गल करनी भी, ये भी गल दस दईए तुहानू, गल करन नाल भी गल बनती है, तो गल सुनन नाल भी गल बनती है। समझदे हो? पर वो बनती कदों है? वो बनती कदों है जदों ध्यान पूरी तरह उधर जुड़ जाए। समझदे हो कि नहीं? हुण तुसीं किसी नूं फर्ज करो कि तुहाडा रिश्तेदार आया होवे, ਹੁਣ ਤੁਸੀਂ ਉਹ ਤੁਹਾਡੇ ਸਾਹਮਣੇ ਬੈਠਾ, ਤੁਸੀਂ ਕਰੀਏ ਹੋਰ ਕੀ ਹਾਲ ਹੈ ਤੇਰਾ, ਠੀਕ ਠਾਕ ਹੈ ਤੂੰ, ਹੋਰ ਬੱਚੇ ਕਿਦਾਂ? ਉਹਨਾਂ ਕਹੀ ਗੱਲ ਕਿੰਨਾ ਕਰਦਾ, ਮੈਂ ਸਾਹਮਣੇ ਬੈਠਾ, ਧਿਆਨ ਇੱਧਰ ਉੱਧਰ ਹੈ, ਮੇਰੇ ਨੂੰ ਪੁੱਛਦਾ, ਦੀਵਾਰਾਂ ਨੂੰ ਪੁੱਛ ਰਿਹਾ ਤੂੰ, ਏਦਾਂ ਮਜ਼ਾ ਆਏਗਾ? ਉਹਨਾਂ ਕਹਿਣਾ ਭਾਈ ਉੱਠ ਕੇ ਚਲੋ, ਜਿਹਦੇ ਕੋਲ ਮੇਰੇ ਵੱਲ ਦੇਖਣ ਦਾ ਟਾਈਮ ਹੈ ਨਹੀਂ, ਮੇਰੀ ਗੱਲ ਸੁਣਨ ਦਾ ਟਾਈਮ ਹੈ ਨਹੀਂ, ਉਹਦੇ ਕੋਲ ਕੀ ਬੈਠਣਾ? ਕਿਉਂਕਿ ਜਦੋਂ ਅਸੀਂ ਕਿਸੇ ਨਾਲ ਆਪਣਾ ਕਨੈਕਸ਼ਨ ਜੋੜਨਾ ਹੈ ਨਾ, ਤਾਂ ਉਹਦੇ ਵੱਲ ਧਿਆਨ ਦਾ ਹੋਣਾ, ਨਜ਼ਰਾਂ ਦਾ ਹੋਣਾ, ਕੰਨਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਜੇ ਹੀ ਬੋਲੀ ਕੁਛ ਜਾਈਏ, ਕੰਨ ਕਿਤੇ ਹੋਰ ਹੋਣ, ਨਜ਼ਰਾਂ ਕਿਤੇ ਹੋਰ ਹੋਣ, ਤਾਂ ਉਹਨਾਂ ਕਨੈਕਸ਼ਨ ਕਦੀ ਜੁੜੇਗਾ ਹੀ ਨਹੀਂ। ਉਹ ਸਾਹਮਣੇ ਬੈਠੇ ਰਿਸ਼ਤੇਦਾਰ ਨਾਲ ਕਨੈਕਸ਼ਨ ਨਹੀਂ ਜੁੜਦਾ, ਉਹ ਨਹੀਂ ਸਾਡਾ ਬਣਦਾ। ਜੇ ਸਾਡਾ ਧਿਆਨ ਕਿਤੇ ਹੋਰ ਹੋਵੇ ਤਾਂ ਮਾਲਿਕ ਕਿੱਦਾਂ ਬਣੇਗਾ, ਜੇ ਅਸੀਂ ਉਹਦੇ ਨਾਲ ਧਿਆਨ ਹੀ ਨਾ ਜੋੜਾਂਗੇ? ਸਮਝਦੇ ਹੋ? ਇਸ ਲਈ ਉਹਦੀਆਂ ਰਹਿਮਤਾਂ, ਉਹਦੀਆਂ ਬਖਸ਼ਿਸ਼ਾਂ, ਉਹਦੀਆਂ ਕਿਰਪਾਵਾਂ ਨੂੰ ਹਾਸਿਲ ਕਰਨਾ ਹੈ ਤਾਂ ਕਮ ਸੇ ਕਮ ਜਦੋਂ ਸਤਸੰਗ ਵਿੱਚ ਆ ਗਏ ਉਦੋਂ ਤੱਕ ਤਾਂ ਆਲੇ ਦੁਆਲੇ ਉਹ ਧਿਆਨ ਹਟਾ ਕੇ ਪੂਰੀ ਤਰ੍ਹਾਂ ਧਿਆਨ ਉੱਧਰ ਜੋੜ ਦਈਏ, ਤਾਂ ਕਿ ਸਾਡੀ ਗੱਲ ਬਣਨੀ ਸ਼ੁਰੂ ਹੋ ਜਾਵੇ। ਕਿਉਂਕਿ ਫਕੀਰਾਂ ਦੇ ਕੋਲ ਬੈਠਿਆਂ ਬੈਠਿਆਂ ਕਦੋਂ ਕਿਹੜੀ ਰਹਿਮਤ ਹੋ ਜਾਣੀ ਹੈ, ਇਹ ਬੰਦੇ ਨੂੰ ਵੀ ਨਹੀਂ ਪਤਾ ਹੁੰਦਾ। ਕਹਿੰਦੇ ਕਿ ਇੱਥੇ ਇੱਕ ਕਹਾਣੀ ਤੁਹਾਨੂੰ ਦੱਸਾਂਗੇ। ਇੱਕ ਹਜਾਮ ਸੀ, ਹਜਾਮ ਜਿਹਨੂੰ ਨਾਈ ਵੀ ਕਹਿ ਦਿੰਦੇ ਆ, ਕਟਿੰਗ ਕਰਨ ਦਾ ਕੰਮ ਸੀ ਉਹਦਾ। ਹੁਣ ਉਹ
ਹਜਾਮ ਉਹ ਨਾਈ ਰੋਜ਼ ਆਪਣੇ ਘਰੋਂ ਜਾਂਦਾ ਹੁੰਦਾ ਸੀ, ਜਿੱਥੇ ਉਹਨੇ ਇੱਕ ਪੇੜ ਥੱਲੇ ਆਪਣਾ ਬਾਲ ਕੱਟਣ ਦਾ ਰੱਖਿਆ ਹੋਇਆ ਸੀ ਅੱਡਾ, ਕਿਉਂਕਿ ਉਸ ਵੇਲੇ ਪੱਕੀਆਂ ਦੁਕਾਨਾਂ ਘੱਟ ਹੀ ਹੁੰਦੀਆਂ। ਆ ਪੇੜ ਦੇ ਥੱਲੇ ਉਹਨਾਂ ਇਦਾਂ ਦਾ ਇੰਤਜ਼ਾਮ ਕੀਤਾ ਸੀ ਜਿੱਥੇ ਜਿਹਨਾਂ ਵੀ ਆਣਾ ਉਹਨਾਂ ਉੱਥੇ ਹਜ਼ਾਮਤ ਕਰੀ ਜਾਣੀ, ਉਹਦੇ ਬਾਲ ਕੱਟੀ ਜਾਣੇ। ਇਦਾਂ ਹੀ ਇੱਕ ਦਿਨ ਉਹ ਹਜਾਮ ਜਾ ਰਿਹਾ ਸੀ, ਉਹ ਨਾਈ ਆਪਣੀ ਦੁਕਾਨ ਨੂੰ ਜਾ ਰਿਹਾ ਸੀ ਸਵੇਰੇ ਸਵੇਰੇ। ਜਦੋਂ ਜਾ ਰਿਹਾ ਸੀ ਤਾਂ ਜਾਂਦੇ ਜਾਂਦੇ ਨੇ ਕੀ ਦੇਖਿਆ ਕਿ ਰਸਤੇ 'ਚ ਇੱਕ ਸੁਨਸਾਨ ਇਲਾਕਾ ਜਿੱਥੋਂ ਦੀ ਉਹ ਰੋਜ਼ ਗੁਜ਼ਰਦਾ ਸੀ, ਕਿ ਉਹ ਸੁਨਸਾਨ ਇਲਾਕੇ ਵਿੱਚ ਇੱਕ ਫਕੀਰ, ਇੱਕ ਸੰਤ ਹੈ ਜੋ ਪੇੜ ਦੇ ਥੱਲੇ ਅੱਖਾਂ ਬੰਦ ਕਰਕੇ ਬੈਠੇ ਹੈ। ਜਦੋਂ ਇਹਨਾਂ ਦੇਖਿਆ ਕਿ ਕਿਹੜੇ ਫਕੀਰ ਹੈ, ਕਿਹੜੇ ਸੰਤ ਹੈ ਜਿਹੜੇ ਪੇੜ ਥੱਲੇ ਅੱਖਾਂ ਬੰਦ ਕਰਕੇ ਬੈਠੇ ਆ, ਥੋੜੀ ਦੇਰ ਰੋਕ ਕੇ ਦੇਖਿਆ ਤਾਂ ਦੇਖ ਕੇ ਬੜੀ ਮਨ ਨੂੰ ਸ਼ਾਂਤੀ ਮਿਲੀ, ਕਿਉਂਕਿ ਸ਼ਾਂਤੀ ਦੀ ਮੂਰਤ ਨੂੰ ਦੇਖ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ, ਬੜੀ ਸ਼ਾਂਤੀ ਮਿਲੀ। ਪਰ ਹੁਣ ਦੁਕਾਨ ਖੋਲਣ ਦਾ ਸਮਾਂ ਸੀ, ਇਸ ਲਈ ਰੁਕਿਆ ਨਹੀਂ, ਚਲਾ ਗਿਆ। ਜਦੋਂ ਗਿਆ ਆਪਣਾ ਕੰਮ ਕਰਕੇ ਵਾਪਸ ਆਇਆ, ਵਾਪਸ ਆਂਦੇ ਨੂੰ ਫੇਰ ਦੇਖਿਆ ਫਕੀਰ ਫੇਰ ਅੱਖਾਂ ਬੰਦ ਕਰਕੇ ਬੈਠੇ ਆ। ਉਹ ਕਹਿੰਦਾ ਕਮਾਲ ਦੀ ਗੱਲ ਆ, ਸਵੇਰ ਦੀਆਂ ਅੱਖਾਂ ਬੰਦ ਕਰਕੇ, ਸ਼ਾਮ ਹੋ ਗਈ ਹੁਣ ਵੀ ਅੱਖਾਂ ਬੰਦ ਕਰਕੇ ਬੈਠੇ ਆ। ਫਿਰ ਦੇਖਦਾ ਰਿਹਾ ਉਹ ਥੋੜੀ ਦੇਰ ਖੜ ਕੇ, ਪਰ ਹਿੰਮਤ ਨਾ ਹੋਈ ਅੱਗੇ ਜਾਣ ਦੀ, ਬੁਲਾਉਣ ਦੀ, ਕਿਉਂਕਿ ਫਕੀਰ ਸਵੇਰੇ ਵੀ ਅੱਖਾਂ ਬੰਦ ਕਰਕੇ ਬੈਠੇ ਸੀ, ਹੁਣ ਵੀ ਅੱਖਾਂ ਬੰਦ ਕਰਕੇ ਬੈਠੇ ਆ। ਲੱਗਦਾ ਸਮਾਧੀ 'ਚ, ਯਾਨੀ ਇਬਾਦਤ ਕਰ ਰਹੇ ਆ ਰੱਬ ਦੀ, ਉਹਦੀ ਯਾਦ 'ਚ ਬੈਠੇ ਆ। ਹਿੰਮਤ ਨਾ ਪਈ ਬੁਲਾਉਣ ਦੀ, ਪਰ ਉੱਥੋਂ ਚਲਾ ਗਿਆ। ਅਗਲੇ ਦਿਨ ਫਿਰ ਸਵੇਰੇ ਜਦੋਂ ਦੁਕਾਨ ਨੂੰ ਜਾ ਰਿਹਾ, ਘਰੋਂ ਆ ਰਿਹਾ, ਫਿਰ ਦੇਖਿਆ ਫਕੀਰ ਉੱਥੇ ਹੀ ਬੈਠੇ ਅੱਖਾਂ ਬੰਦ ਕਰਕੇ। ਉਹ ਕਹਿੰਦਾ ਕਮਾਲ ਦੀ ਗੱਲ ਹੈ, ਕੱਲ ਵੀ ਅੱਖਾਂ ਬੰਦ ਕਰਕੇ ਬੈਠੇ ਸੀ, ਅੱਜ ਵੀ। ਫਿਰ ਦੁਕਾਨ ਤੇ ਗਿਆ, ਸ਼ਾਮ ਨੂੰ ਆਇਆ, ਫਿਰ ਦੇਖਿਆ ਤਾਂ ਫਿਰ ਫਕੀਰ ਉੱਦਾਂ ਹੀ ਬੈਠੇ ਅੱਖਾਂ ਬੰਦ ਕਰਕੇ। ਕਮਾਲ ਹੈ, ਕਹਿੰਦਾ ਇੰਨਾ ਟਾਈਮ ਇਹ ਅੱਖਾਂ ਖੋਲਦੇ ਵੀ ਹੈ, ਤੁਰਦੇ ਫਿਰਦੇ ਵੀ ਹੈ, ਜਾਂ ਬੈਠੇ ਹੀ ਰਹਿੰਦੇ ਆ ਇਹ। ਹੁਣ ਤਾਂ ਮਨ ਨੂੰ ਖਿੱਚ ਜ਼ਿਆਦੇ ਪੈ ਗਈ ਕਿ ਕੋਈ ਸੱਚਾ ਰੱਬ ਦਾ ਫਕੀਰ ਲੱਗਦਾ ਹੈ, ਕੋਈ ਸੱਚਾ ਰੱਬ ਦਾ ਪਿਆਰਾ ਲੱਗਦਾ ਹੈ। ਹੁਣ ਤਾਂ ਸ਼ਾਮ ਨੂੰ ਚਲਾ ਗਿਆ, ਪਰ ਅਗਲੇ ਦਿਨ ਕੀ ਕੀਤਾ, ਕਿਉਂਕਿ ਦੁਕਾਨ ਖੋਲਣ ਦਾ ਇੱਕ ਸਮਾਂ ਹੁੰਦਾ ਸੀ, ਯਾਨੀ ਕੰਮ ਤੇ ਜਾਣ ਦਾ ਇੱਕ ਸਮਾਂ ਹੁੰਦਾ ਸੀ। ਅਗਲੇ ਦਿਨ ਥੋੜਾ ਜਲਦੀ ਘਰੋਂ ਤਿਆਰ ਹੋ ਕੇ ਆ ਗਿਆ ਕਿ 2 ਘੜੀਆਂ ਫਕੀਰ ਦੇ ਕੋਲ ਬੈਠਾਂਗੇ, ਫਿਰ ਅੱਗੇ ਆਪਣੇ ਕੰਮ ਤੇ ਟਾਈਮ ਨਾਲ ਪਹੁੰਚ ਜਾਵਾਂਗੇ, ਸਮੇਂ ਨਾਲ ਪਹੁੰਚ ਜਾਵਾਂਗੇ। ਅਗਲੇ ਦਿਨ ਤੀਜੇ ਦਿਨ ਥੋੜਾ ਜਲਦੀ ਆਇਆ, ਜਦੋਂ ਜਲਦੀ ਆਇਆ ਦੇਖਿਆ ਫਕੀਰ ਫਿਰ ਅੱਖਾਂ ਬੰਦ ਕਰਕੇ ਬੈਠੇ ਹੈ। ਕਹਿੰਦਾ ਬੜੀ ਕਮਾਲ ਦੀ ਗੱਲ ਹੈ, ਸਾਡੇ ਤੋਂ ਤਾਂ 10 ਮਿੰਟ ਬੈਠਣਾ ਔਖਾ ਹੋ ਜਾਂਦਾ ਹੈ, ਇਹ 3 ਦਿਨ ਤੋਂ ਇੱਦਾਂ ਹੀ ਬੈਠੇ ਹੈ। ਹੁਣ ਜਾ ਕੇ ਕੋਲ ਬਹਿ ਗਿਆ ਫਕੀਰਾਂ ਦੇ ਸਾਹਮਣੇ, ਔਰ ਫਕੀਰਾਂ ਵੱਲ ਦੇਖ ਰਿਹਾ ਹੈ। ਹੁਣ ਦੇਖ ਰਿਹਾ ਫਕੀਰਾਂ ਵੱਲ ਤਾਂ ਯਾਦ ਰੱਖੋ, ਫਕੀਰ ਚਾਹੇ ਜਿੰਨੇ ਮਰਜ਼ੀ ਗਹਿਰੇ ਧਿਆਨ 'ਚ ਹੁਣ, ਪਰ ਪਤਾ ਲੱਗ ਜਾਂਦਾ ਕੋਈ ਪਿਆਰਾ ਸਾਡੇ ਕੋਲ ਆਇਆ ਹੈ, ਕਿਉਂਕਿ ਪਿਆਰ ਦੀ ਵੀ ਇੱਕ ਮਹਿਕ ਹੁੰਦੀ ਹੈ। ਤਾਂ ਹੀ ਤਾਂ ਅਸੀਂ ਕਹੀਦਾ ਕਿ महक इश्को इबादत की फूलों से कम नहीं होती, किसी के रोकने से मोहब्बत खत्म नहीं होती, अगर साथ हो आप जैसे मुर्शद का तो जिंदगी जन्नत से कम नहीं होती। एक इबादत यानी परमात्मा दी बंदगी, परमात्मा दी भगती, और दूजा इश्क मुहब्बत, कहंदे इन्हां दोनों दी भी बहुत महक हुंदी है। हुण जरा गौर करना, ਬੰਦਗੀ ਦੀ, ਪਰਮਾਤਮਾ ਦੇ ਪ੍ਰੇਮ ਦੀ ਮਹਿਕ ਤਾਂ ਇੰਨੀ ਹੁੰਦੀ ਹੈ ਕਿ ਫੁੱਲ ਖਿਲਦਾ ਹੈ ਤਾਂ ਉਹਦੀ ਖੁਸ਼ਬੂ ਤਿਤਲੀਆਂ ਤੱਕ ਜਾਂਦੀ ਹੈ, ਭੰਵਰਿਆਂ ਤੱਕ ਜਾਂਦੀ ਹੈ। ਪਰ ਜਦੋਂ ਇਨਸਾਨ ਦੇ ਅੰਦਰ ਖੁਦਾ ਦੇ, ਪਰਮਾਤਮਾ ਦੇ, ਪ੍ਰਭੂ ਦੇ, ਆਪਣੇ ਸਤਿਗੁਰ ਦੇ ਪ੍ਰੇਮ ਦਾ ਫੁੱਲ ਖਿਲ ਜਾਂਦਾ ਤਾਂ ਉਹਦੀ ਮਹਿਕ ਸਿੱਧੀ ਰੱਬ ਦੇ ਘਰ ਤੱਕ ਜਾਂਦੀ ਹੈ। ਇੰਨੀ ਕਸ਼ਿਸ਼ ਹੈ ਉਹਦੀ ਮਹਿਕ ਅੰਦਰ। ਇਸ ਲਈ ਥੋੜਾ ਜਿਹਾ ਚੈੱਕ ਕਰੋ ਆਪਣੇ ਦਿਲਾਂ ਨੂੰ ਕਿ ਸਾਡੇ ਦਿਲ 'ਚ ਉਹ ਰੱਬ ਦੇ ਪਿਆਰ ਦਾ, ਉਹ ਪ੍ਰਭੂ ਦੇ ਪਿਆਰ ਦਾ ਫੁੱਲ ਖਿਲਿਆ ਜਾਂ ਨਹੀਂ। ਜੇ ਨਹੀਂ ਖਿਲਿਆ ਤਾਂ ਫਿਰ ਕੋਸ਼ਿਸ਼ ਕਰਨੀ ਹੈ, ਐਸਾ ਬੀਜ ਬੋਣਾ ਹੈ, ਅਲਫ ਅੱਲਾ ਚੰਬੇ ਦੀ ਬੂਟੀ ਮੁਰਸ਼ਿਦ ਮਨ ਵਿੱਚ ਲਾਈ ਹੋ, ਐਸਾ ਬੀਜ ਆਪਣੇ ਅੰਦਰ ਲਾਣਾ ਹੈ ਕਿ ਸਾਡੇ ਅੰਦਰ ਵੀ ਉਹ ਪ੍ਰਮਾਤਮਾ ਦੇ ਪ੍ਰੇਮ ਦੀ ਬੂਟੀ ਪੈਦਾ ਹੋ ਜਾਵੇ, ਤਾਂ ਕਿ ਐਸੀ ਵੀ ਕਹਿ ਸਕੀਏ ਕਿ ਅੰਦਰ ਬੂਟੀ ਮੇਰੇ ਮੁਸ਼ਕ ਮਚਾਇਆ ਜਾਂ ਫੁੱਲਣ ਤੇ ਆਈ ਹੋ, ਕਿ ਹੁਣ ਇੰਨਾ ਇਸ਼ਕ ਹੈ ਕਿ ਮੇਰਾ ਰੋਮ ਰੋਮ ਉਹਦੀ ਖੁਸ਼ਬੂ ਨਾਲ ਭਰ ਗਿਆ। ਇਦਾਂ ਦੀ ਬੂਟੀ ਸਾਡੇ ਅੰਦਰ ਵੀ ਪ੍ਰੇਮ ਦੀ ਚਾਹੀਦੀ ਹੈ, ਉਹਦੇ ਨਾਮ ਦੀ ਚਾਹੀਦੀ ਹੈ, ਉਹਦੀ ਮੁਹੱਬਤ ਦੀ ਚਾਹੀਦੀ ਹੈ। ਹੁਣ ਗੱਲ ਬੜੀ ਸਮਝਣ ਵਾਲੀ ਹੈ ਕਿ ਉਹਦੇ ਦਿਲ 'ਚ ਫਕੀਰਾਂ ਵਾਸਤੇ ਪ੍ਰੇਮ ਸੀ, ਇਸ ਲਈ ਕੋਲ ਜਾ ਕੇ ਬਹਿ ਗਿਆ, ਬੋਲਿਆ ਕੁਛ ਨਹੀਂ, ਪਰ ਫਕੀਰਾਂ ਤੱਕ ਉਹਦੇ ਪ੍ਰੇਮ ਦੀ ਖੁਸ਼ਬੂ ਪਹੁੰਚ ਗਈ। ਇਸ ਲਈ ਫਕੀਰਾਂ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਅੱਖਾਂ 'ਚ ਬੜੀ ਮਸਤੀ ਸੀ, ਇੱਕ ਨਸ਼ਾ ਸੀ। ਜਦੋਂ ਉਹਨੂੰ ਸਾਹਮਣੇ ਬੈਠਿਆ ਦੇਖਿਆ ਤਾਂ ਫਕੀਰਾਂ ਨੇ ਮੁਸਕਰਾ ਕੇ ਪੁੱਛਿਆ, ਬੇਟਾ ਤੂੰ ਕੌਣ ਹੈ, ਕੀ ਕਰਦਾ ਹੈ? ਤਾਂ ਉਹਨੇ ਅੱਗੇ ਪਤਾ ਕੀ ਕਿਹਾ, ਆਪਣਾ ਨਾਮ ਦੱਸਿਆ ਕਿ ਮਹਾਰਾਜ ਮੇਰਾ ਨਾਮ ਸਲੀਮ ਹੈ ਔਰ ਮੈਂ ਨਾਈ ਦਾ ਕੰਮ ਕਰਦਾ ਹਾਂ। ਮੇਰਾ ਨਾਮ ਸਲੀਮ ਹੈ ਤਾਂ ਮੈਂ ਨਾਈ ਦਾ ਕੰਮ ਕਰਦਾ, ਹਜਾਮ ਦਾ ਕੰਮ ਕਰਦਾ ਹਾਂ। ਤਾਂ ਉਸ ਲਈ ਫਕੀਰਾਂ ਨੇ ਕਿਹਾ, ਅੱਛਾ ਨਾਈ ਹੈ, ਹਜਾਮ ਦਾ ਕੰਮ ਕਰਦਾ,
ਫੇਰ ਇਦਾਂ ਕਰ ਆ ਸਾਡੀ ਟਿੰਡੇ ਹੀ ਘੜ ਦੇ, ਕਿਉਂਕਿ ਫਕੀਰਾਂ ਦੇ ਵਾਲ ਬਹੁਤ ਲੰਬੇ ਹੋ ਚੁੱਕੇ ਸੀ, ਮਸਤੀ 'ਚ ਰਹਿੰਦੇ ਸੀ। ਕਹਿੰਦੇ ਵੀ ਸਾਡੇ ਵਾਲ ਹੀ ਸਾਫ਼ ਕਰ ਦੇ। ਉਹਨੂੰ ਤਾਂ ਚਾਹ ਚੜ ਗਿਆ, ਕਹਿੰਦਾ ਮਾਰੇ ਹੁਣੇ ਹੀ ਕਰ ਦਿੰਦਾ, ਕਿਉਂਕਿ ਸਮਾਨ ਉਹਦੇ ਕੋਲ ਸੀ, ਰੋਜ਼ ਜਾਂਦਾ ਸੀ ਲੈ ਕੇ। ਉਹਨੇ ਫਟਾਫਟ ਆਪਣਾ ਉਸਤਰਾ ਵਗੈਰਾ ਸਮਾਨ ਕੱਢਿਆ ਔਰ ਫਕੀਰਾਂ ਦੇ ਸਿਰ ਨੂੰ ਸਾਫ਼ ਕਰਨ ਲੱਗ ਗਿਆ, ਕਿਉਂਕਿ ਕਾਫੀ ਲੰਬੇ ਲੰਬੇ ਵਾਲ ਸੀ। ਫਕੀਰ ਬੈਠੇ ਰਹਿੰਦੇ ਸੀ, ਕਈ ਵਾਰ ਤਾਂ ਮਹੀਨਾ ਬੈਠੇ ਰਹਿੰਦੇ ਸੀ, ਪਤਾ ਹੀ ਨਹੀਂ ਲੱਗਦਾ ਸੀ। ਜਦੋਂ ਉਹਨਾਂ ਵਾਲ ਸਾਫ਼ ਕੀਤੇ, ਕਹਿੰਦਾ ਲਓ ਮਹਾਰਾਜ ਵਾਲ ਸਾਫ਼ ਹੋ ਗਏ। ਫਕੀਰਾਂ ਨੇ ਆਪਣੇ ਸਿਰ ਤੇ ਹੱਥ ਫੇਰਿਆ ਔਰ ਹੱਥ ਫੇਰ ਕੇ ਪਤਾ ਕੀ ਕਹਿੰਦੇ? ਕਹਿੰਦੇ ਬੇਟਾ ਤੂੰ ਸਾਡਾ ਸਿਰ ਸਾਫ਼ ਕੀਤਾ, ਰੱਬ ਤੇਰਾ ਦਿਲ ਸਾਫ਼ ਕਰ ਦੇਵੇ। ਰੱਬ ਤੇਰਾ ਇਹ ਕਲਬ, ਇਹ ਦਿਲ ਸਾਫ਼ ਕਰ ਦੇਵੇ। ਇੰਨੀ ਗੱਲ ਕਹਿਣ ਦੀ ਢੇਰ ਸੀ ਕਿ ਉਹਦੇ ਦਿਲ ਚੋਂ ਸਾਰੀਆਂ ਬੁਰਾਈਆਂ, ਸਾਰੇ ਨਫ਼ਰਤ, ਸਾਰੀਆਂ ਬੈਰ ਭਾਵਨਾਵਾਂ ਖਤਮ ਹੋ ਗਈਆਂ, ਦਿਲ ਸਾਫ਼ ਹੋ ਗਿਆ ਉਹਦਾ। ਕਰ ਲੈ ਦਿਲ ਦੀ ਸਫਾਈ ਜੇ ਦੀਦਾਰ ਚਾਹੀਦਾ। ਓਏ ਤੂੰ ਜਹਾਨ ਤੋਂ ਕੀ ਲੈਣਾ, ਤੈਨੂੰ ਯਾਰ ਚਾਹੀਦਾ। ਹੁਣ ਤਾਂ ਦਿਲ ਸਾਫ਼ ਹੋ ਗਿਆ, ਮਨ 'ਚ ਕੋਈ ਗੱਲ ਨਾ ਰਹਿ ਗਈ। ਹੁਣ ਕੋਈ ਨਫ਼ਰਤ ਨਹੀਂ, ਕੋਈ ਵੈਰ ਵਿਰੋਧਤਾ ਨਹੀਂ, ਜ਼ਿੰਦਗੀ ਬਦਲ ਗਈ। ਜਦੋਂ ਵੀ ਜਾਂਦਾ ਸੀ ਤਾਂ ਹੁਣ ਪ੍ਰੇਮ ਹੀ ਪ੍ਰੇਮ ਹੈ ਉਹਦੇ ਅੰਦਰ, ਪ੍ਰੇਮ ਹੀ ਪ੍ਰੇਮ ਹੈ। ਹੁਣ ਦਿਲ ਤਾਂ ਉਹਦਾ ਸਾਫ਼ ਹੋ ਗਿਆ, ਪਰ ਮਨ ਦੇ ਵਿੱਚ ਇਹ ਵੀ ਸੀ ਕਿ ਕਾਸ਼ ਮੈਂ ਉਹ ਰੱਬ ਦਾ ਰੰਗ ਵੀ ਦੇਖ ਲਵਾਂ, ਕਿਉਂਕਿ ਦਿਲ ਦੀ ਤਾਂ ਸਫਾਈ ਹੋ ਗਈ। ਦਿਲ ਦੀ ਸਫਾਈ ਅਲੱਗ ਚੀਜ਼ ਹੈ, ਤਾਂ ਉਹਦਾ ਰੰਗ ਚੜਨਾ ਅਲੱਗ ਚੀਜ਼ ਹੈ। ਜਿੱਦਾਂ ਸਮਝ ਲੈ ਕੱਪੜਾ ਹੈ, ਇੱਕ ਸਫੇਦ ਕੱਪੜਾ ਹੈ, ਜਦੋਂ ਅਸੀਂ ਕਿਸੇ ਰੰਗਣ ਵਾਲੇ ਨੂੰ ਦਿੰਦੇ ਤਾਂ ਪਹਿਲਾਂ ਉਹ ਕੱਪੜੇ ਨੂੰ ਧੋ ਕੇ ਸਾਫ਼ ਕਰਦਾ ਹੈ, ਕਿਉਂਕਿ ਪਤਾ ਜੇ ਦਾਗ ਰਹਿ ਗਿਆ ਤਾਂ ਫਿਰ ਰੰਗ ਉੱਥੇ ਚੜਨਾ ਨਹੀਂ ਹੈ। ਪਹਿਲਾਂ ਤਾਂ ਸਾਫ਼ ਕਰਦਾ, ਫਿਰ ਦੁਬਾਰਾ ਉਹ ਬਰਤਨ 'ਚ ਡੁਬੋਂਦਾ ਹੈ ਜਿੱਥੇ ਰੰਗ ਹੋਵੇ। ਇਹ ਦੋ ਹੀ ਚੀਜ਼ਾਂ ਜ਼ਰੂਰੀ ਹੈ। ਹੁਣ ਮਨ 'ਚ ਸੋਚੀ ਜਾਵੇ ਕਿ ਕਾਸ਼ ਰੱਬ ਦਾ ਰੰਗ ਵੀ ਚੜ ਜਾਵੇ, ਪਰ ਹੁਣ ਜਦੋਂ ਵੀ ਦੇਖਦਾ ਹੈ ਫਕੀਰਾਂ ਨੂੰ ਜਾਂਦਾ ਤਾਂ ਫਕੀਰ ਫਿਰ ਅੱਖਾਂ ਬੰਦ ਕਰਕੇ ਬੈਠੇ ਆ। 1 ਮਹੀਨਾ ਗੁਜ਼ਰ ਗਿਆ, 2 ਮਹੀਨੇ ਗੁਜ਼ਰ ਗਏ, ਇੱਦਾਂ ਟਾਈਮ ਜਾ ਰਿਹਾ ਹੈ। ਹੌਲੀ ਹੌਲੀ ਫਕੀਰਾਂ ਦੇ ਵਾਲ ਫਿਰ ਵਧਣੇ ਸ਼ੁਰੂ ਹੋ ਗਏ, ਪਰ ਉਹਦੇ ਮਨ 'ਚ ਸੀ ਹੁਣ ਕਦੋਂ ਅੱਖਾਂ ਖੋਲਣਗੇ, ਕਦੋਂ ਗੱਲ ਹੋਏਗੀ। ਹੁਣ ਦਿਲ ਤਾਂ ਸਾਫ਼ ਕਰ ਦਿੱਤਾ, ਫਿਰ ਇੱਕ ਮੌਕਾ ਆ ਗਿਆ। ਅੱਜ ਫਿਰ ਮਨ 'ਚ ਹੋਇਆ ਕੋਲ ਜਾ ਕੇ ਬਹਿਵਾਂ। ਕੋਲ ਜਾ ਕੇ ਬੈਠਾ, ਜਦੋਂ ਕੋਲ ਜਾ ਕੇ ਬੈਠਾ, ਕਿਉਂਕਿ ਦੇਖ ਲਿਆ ਫਕੀਰਾਂ ਦੇ ਵਾਲ ਆ ਗਏ ਆ। ਜੇ ਹੁਣ ਵੀ ਅੱਖਾਂ ਖੋਲ ਲਈਆਂ ਤਾਂ ਹੁਣ ਸ਼ਾਇਦ ਦੁਬਾਰਾ ਕਹਿਣਗੇ ਇਹਨੂੰ ਸਾਫ਼ ਕਰ ਦੇ। ਤਾਂ ਜੇ ਪਹਿਲਾਂ ਸਿਰ ਸਾਫ਼ ਕਰਨ ਨਾਲ ਇੰਨਾ ਕੁਝ ਮਿਲ ਗਿਆ ਤਾਂ ਹੁਣ ਪਤਾ ਨਹੀਂ ਹੋਰ ਕੀ ਮਿਲ ਜਾਣਾ ਹੈ। ਇਸ ਲਈ ਹੁਣ ਫੇਰ ਕੋਲ ਬਹਿ ਗਿਆ ਜਾ ਕੇ। ਫਕੀਰਾਂ ਨੇ ਫਿਰ ਅੱਖਾਂ ਖੋਲੀਆਂ ਤਾਂ ਫਿਰ ਫਕੀਰਾਂ ਨੇ ਪੁੱਛਿਆ ਬੇਟਾ ਤੂੰ ਕੌਣ ਹੈ? ਕਹਿੰਦਾ ਜੀ ਮਹਾਰਾਜ ਮੇਰਾ ਨਾਮ ਸਲੀਮ ਹੈ ਔਰ ਮੈਂ ਨਾਈ ਦਾ ਕੰਮ ਕਰਦਾ। ਹੁਣ ਆਪੇ ਕਹਿ ਤਾ ਮੈਂ ਨਾਈ ਦਾ ਕੰਮ ਕਰਦਾ। ਫਕੀਰ ਕਹਿੰਦੇ ਅੱਛਾ ਆ ਵੇ ਸਾਡਾ ਸਿਰ ਹੀ ਸਾਫ਼ ਕਰ ਦੇ। ਉਹੀ ਤਾਂ ਮੌਕਾ ਲੱਭਦਾ ਸੀ, ਉਹਨੇ ਪਹਿਲੀ ਤਿਆਰੀ ਕੀਤੀ ਹੋਈ ਸੀ, ਕਿਉਂਕਿ ਪਤਾ ਸੀ ਪਿਛਲੀ ਵਾਰ ਵੀ ਇਹੀ ਕੀਤਾ ਸੀ। ਉਹਨੇ ਫਿਰ ਆਪਣਾ ਸਮਾਨ ਕੱਢਿਆ ਸਿਰ ਸਾਫ਼ ਕਰਨ ਵਾਲਾ, ਯਾਨੀ ਉਸਤਰਾ ਕੱਢ ਲਿਆ। ਹੁਣ ਮਨ 'ਚ ਸੋਚ ਰਿਹਾ ਹੈ ਅੱਜ ਕੁਛ ਇਦਾਂ ਦਾ ਦੇ ਦੇਣ ਕਿ ਬਸ ਜ਼ਿੰਦਗੀ ਬਣ ਜਾਵੇ, ਇਦਾਂ ਦਾ ਕੁਛ ਦੇ ਦੇਣ। ਤਾਂ ਹੁਣ ਕਿਹਾ ਜਾਂਦਾ ਹੈ, ਹਾਲੇ ਸੋਚਾਂ ਸੀ। ਜਦੋਂ ਹੁਣ ਬੰਦਾ ਕੰਮ ਕੋਈ ਕਰਦਾ ਹੋਵੇ, ਧਿਆਨ ਕਿਤੇ ਹੋਰ ਹੋਵੇ ਤਾਂ ਫਿਰ ਕੀ ਹੁੰਦਾ ਹੈ। ਹੁਣ ਕਰ ਸਿਰ ਸਾਫ਼ ਰਿਹਾ ਸੀ, ਮਨ 'ਚ ਇਹ ਚੱਲ ਰਹੀ ਸੀ ਕਿ ਅੱਜ ਮੈਨੂੰ ਪਤਾ ਨਹੀਂ ਕੀ ਦੇਣਾ ਫਕੀਰਾਂ ਨੇ, ਕੀ ਮਿਲਣਾ। ਕਰਦਿਆਂ ਮਾੜਾ ਟੱਕ ਲੱਗ ਗਿਆ ਸਿਰ ਨੂੰ। ਟੱਕ ਸਮਝਦੇ ਹੋ ਨਾ ਤੁਸੀਂ? ਮਾੜਾ ਜਿਹਾ ਟੱਕ ਲੱਗ ਗਿਆ ਔਰ ਖੂਨ ਨਿਕਲਣਾ ਸ਼ੁਰੂ ਹੋ ਗਿਆ। ਦੇਖਿਆ, ਘਬਰਾ ਗਿਆ, ਫਟਾਫਟ ਵਾਲ ਸਾਫ਼ ਕੀਤੇ, ਖੂਨ ਨਿਕਲ ਰਿਹਾ ਹੈ। ਹੁਣ ਜਦੋਂ ਵਾਲ ਸਾਫ਼ ਕੀਤੇ ਕਹਿੰਦਾ ਲੋ ਮਹਾਰਾਜ ਹੋ ਗਈ। ਫਕੀਰਾਂ ਨੇ ਹੱਥ ਲਾਇਆ ਏਦਾਂ, ਜਦੋਂ ਹੱਥ ਲਾਇਆ ਤਾਂ ਦੇਖਿਆ ਲਾਲ ਲਾਲ ਖੂਨ ਹੱਥ ਨੂੰ ਲੱਗ ਗਿਆ। ਘਬਰਾ ਰਿਹਾ ਹੈ। ਫਕੀਰ ਕਹਿੰਦੇ ਡਰ ਕਿਉਂ ਰਿਹਾ ਹੈ? ਕਹਿੰਦਾ ਮਹਾਰਾਜ ਤੁਹਾਡੇ ਖੂਨ ਨਿਕਲ ਆਇਆ, ਚੋਟ ਲੱਗ ਗਈ, ਤੁਹਾਡੇ ਟੱਕ ਲੱਗ ਗਿਆ ਮੇਰੇ ਤੋਂ, ਇਸ ਕਰਕੇ ਖੂਨ ਨਿਕਲ ਰਿਹਾ ਹੈ। ਤਾਂ ਫਕੀਰ ਹੱਸ ਕੇ ਕਹਿਣ ਲੱਗੇ ਐ ਰੱਬਾ ਜਿੱਦਾਂ ਇਹਨਾਂ ਮੈਨੂੰ ਰੰਗਿਆ ਤੂੰ ਇਹਨੂੰ ਰੰਗ ਦੇ। ਜਿੱਦਾਂ ਇਹਨੇ, ਕਿਉਂਕਿ ਏਦਾਂ ਹੱਥ ਫੇਰਨ ਨਾਲ ਸਾਰਾ ਲਾਲ ਲਾਲ ਸਿਰ ਹੋ ਗਿਆ। ਹੁਣ ਗੰਜੀ ਟਿੰਡ ਤੇ ਲਾਲ ਲਾਲ ਹੋਵੇ ਤਾਂ ਉਦਾਂ ਹੀ ਪਤਾ ਲੱਗਦਾ, ਸਾਰਾ ਲਾਲ ਲਾਲ ਹੋ ਗਿਆ। ਤਾਂ ਬੱਟੇ ਡਰ ਗਿਆ। ਪਰ ਫਕੀਰਾਂ ਨੇ ਕੀ ਕਿਹਾ, ਕਿਉਂਕਿ ਫਕੀਰ ਉਹ ਨਹੀਂ ਹੈ ਕਿ ਮਾੜੀ ਮਾੜੀ ਗਲਤੀ ਤੇ ਸਾਨੂੰ ਸਜ਼ਾ ਦਿੰਦੇ ਫਿਰਨ। ਜਿੱਦਾਂ ਬੰਦਾ ਕਹਿੰਦਾ ਲੈ ਵੀ ਫਕੀਰ ਤਾਂ ਨਾਰਾਜ਼ ਹੋਵੇ ਤਾਂ ਤਬਾਹ ਕਰ ਦਿੰਦੇ ਆ, ਬਰਬਾਦ ਕਰ ਦਿੰਦੇ ਆ। ਬਿਲਕੁਲ ਗਲਤ ਗੱਲ ਹੈ। ਇਹ ਕਿਸੇ ਨੇ ਝੂਠੀ ਅਫਵਾਹ ਫੈਲਾਈ ਹੈ ਫਕੀਰਾਂ ਬਾਰੇ। ਜਿਹੜੇ ਰੱਬ ਦੇ ਆਸ਼ਿਕ ਹੁੰਦੇ ਆ ਨਾ, ਰੱਬ ਦੇ ਪਿਆਰੇ ਹੁੰਦੇ ਆ, ਸੰਤ ਫਕੀਰ ਹੁੰਦੇ ਆ, ਗੁਰੂ ਰਹਿਬਰ ਹੁੰਦੇ ਆ, ਉਹ ਦਇਆ ਦੇ ਸਾਗਰ ਹੁੰਦੇ ਆ, ਉਹ ਰਹਿਮਤਾਂ ਦੇ ਸਾਗਰ ਹੁੰਦੇ। ਉਹ ਸਾਡੀਆਂ ਗਲਤੀਆਂ ਨਹੀਂ ਦੇਖਦੇ, ਉਹ ਸਾਡੀਆਂ ਭੁੱਲਾਂ ਨਹੀਂ ਦੇਖਦੇ, ਉਹ ਆਪਣੀ ਰਹਿਮਤ ਨੂੰ ਦੇਖਦੇ, ਆਪਣੇ ਪਿਆਰ ਨੂੰ ਦੇਖਦੇ। ਜਿੱਦਾਂ ਇੱਕ ਬੱਚਾ ਜਿੰਨਾ ਮਰਜ਼ੀ ਗੰਦਾ ਹੋਵੇ, ਗੰਦਗੀ ਨਾਲ ਲਿਬੜਿਆ ਹੋਵੇ, ਲੈਟਰਿੰਗ ਬਾਥਰੂਮ ਨਾਲ ਲਿਬੜਿਆ ਹੋਵੇ, ਫਿਰ ਵੀ ਮਾਂ ਉਹਨੂੰ ਪਿਆਰ ਕਰਦੀ ਹੈ। ਕਦੀ ਮਾਂ ਥੋੜੀ ਕਹਿੰਦੀ ਹੈ ਕਿ ਲੈ ਵੀ ਮੇਰੇ ਬੱਚੇ ਨੇ ਪੋਟੀ ਕਰ ਦਿੱਤੀ, ਪੋਟੀ ਨਾਲ ਲਿਬੜ ਗਿਆ ਤਾਂ ਮੈਂ ਇਹਨੂੰ ਹੱਥ ਨਹੀਂ ਲਾਣਾ, ਇਹ ਗੰਦਾ ਹੋ ਗਿਆ, ਇਹਨੂੰ ਚੱਕ ਕੇ ਬਾਹਰ ਕਰਾਂ ਕਰੋ। ਨਹੀਂ, ਇਹ ਬੰਦੇ ਦੀ ਜਰਾ ਇਹ ਸਮਝ ਹੁੰਦੀ ਹੈ ਕਿ ਬੰਦਾ ਐਵੇਂ ਸੰਤਾਂ ਫਕੀਰਾਂ ਨੂੰ
ਕਾਹਦੇ ਨਾਲ ਜੋੜ ਦਿੰਦਾ ਹੈ ਕਿ ਲੈ ਵੀ ਇਹ ਸੰਤ ਫਕੀਰ ਅਗਰ ਨਾਰਾਜ਼ ਹੋ ਗਏ ਤਾਂ ਬਰਬਾਦ ਕਰ ਦਿੰਦੇ ਆ। ਨਹੀਂ, ਇੱਕ ਗੱਲ ਹਮੇਸ਼ਾ ਯਾਦ ਰੱਖੋ, ਸੰਤ ਫਕੀਰ ਹਮੇਸ਼ਾ ਉਜੜਿਆਂ ਨੂੰ ਵਸਾਉਂਦੇ ਐ, ਢਿੱਠਿਆਂ ਨੂੰ ਬਣਾਉਂਦੇ ਐ, ਰੋਂਦਿਆਂ ਨੂੰ ਹਸਾਉਂਦੇ ਐ, ਗਿਰਿਆਂ ਨੂੰ ਉਠਾਉਂਦੇ ਐ। ਉਹ ਤਾਂ ਰਹਿਮਤਾਂ ਦੇ ਭੰਡਾਰ ਹੁੰਦੇ, ਜਿਹੜਾ ਕੋਲ ਆ ਜਾਵੇ ਗਾਲਾਂ ਲਾਉਂਦੇ ਐ, ਕਿਸੇ ਨੂੰ ਤਕਲੀਫ ਉਹ ਦਿੰਦੇ ਹੀ ਨਹੀਂ। ਹੁਣ ਫਕੀਰਾਂ ਦੇ ਟੱਕ ਵੀ ਲੱਗ ਗਿਆ, ਖੂਨ ਨਿਕਲ ਰਿਹਾ ਹੈ, ਹੱਥ ਫੇਰਿਆ ਤਾਂ ਕੀ ਪਤਾ ਕੀ ਕਹਿੰਦੇ, ਐ ਰੱਬਾ ਜਿੱਦਾਂ ਇਹਨਾਂ ਮੈਨੂੰ ਰੰਗਿਆ ਤੂੰ ਇਹਨੂੰ ਰੰਗ ਦੇ। ਬਸ ਇੰਨੀ ਗੱਲ ਕਹਿਣ ਦੀ ਢੇਰ ਸੀ, ਉਹਦੇ ਜੀਵਨ 'ਚ ਸਾਰੀਆਂ ਖੁਸ਼ੀਆਂ ਦੇ ਰੰਗ ਚੜ ਗਏ। ਹੁਣ ਤੁਸੀਂ ਚਾਹੁੰਦੇ ਹੋ ਨਾ ਰੰਗਣਾ ਤਾਂ ਬਸ ਸਮਝ ਲਓ, ਕਹਿੰਦੇ ਨਾ ਜੇ ਦਿਲ ਨਾ ਰੰਗਿਆ ਇਸ਼ਕ ਅੰਦਰ ਫਿਰ ਕੱਪੜੇ ਰੰਗਾਣ ਦਾ ਕੀ ਫਾਇਦਾ। ਜੇ ਮੁਰਸ਼ਿਦ ਰਾਜੀ ਨਾ ਕੀਤਾ ਹਜ ਕਾਬੇ ਜਾਣ ਦਾ ਕੀ ਫਾਇਦਾ। ਜੇ ਮਨ ਹੀ ਅੰਦਰੋਂ ਗੰਦਾ ਹੈ ਫਿਰ ਗੰਗਾ ਨਹਾਣ ਦਾ ਕੀ ਫਾਇਦਾ। ਉਹ ਬੁੱਲੇ ਸ਼ਾਹ ਜਿਸਨੇ ਮੰਨਣਾ ਨਹੀਂ ਉਸ ਨੂੰ ਸਮਝਾਉਣ ਦਾ ਕੀ ਫਾਇਦਾ। ਕਹਿੰਦੇ ਜਿਹਨਾਂ ਸਮਝਣਾ ਹੀ ਨਹੀਂ, ਮੰਨਣਾ ਨਹੀਂ, ਉਹਨੂੰ ਸਮਝਾਉਣ ਦਾ ਕੀ ਫਾਇਦਾ। ਸਮਝਦੇ ਹੋ ਕਿ ਨਹੀਂ। ਪਰ ਤੁਸੀਂ ਸਾਰੇ ਸਮਝਦਾਰ ਹੋ ਕਿ ਨਹੀਂ, ਕਿਉਂਕਿ ਮਜ਼ਾ ਉਦੋਂ ਹੀ ਆਉਂਦਾ ਹੈ ਜਦੋਂ ਇਸ਼ਕ ਦਾ ਪਿਆਲਾ ਬੜਾ ਹੋਵੇ। ਨਹੀਂ ਤਾਂ ਜ਼ਰਾ ਸੋਚੋ, ਜੇ ਆਹ ਗਲਾਸ ਅਸੀਂ ਕਹਿੰਦੇ ਆ ਇਹ 'ਚ 50 ml ਜਾਂ ਪਾਣੀ ਆਂਦਾ ਜਾਂ 100 ml ਪਾਣੀ ਆਂਦਾ ਹੈ, ਤਾਂ ਹੁਣ ਬੰਦਾ ਕਵੇ ਇਹ 'ਚ ਮੈਂ 10 ਲੀਟਰ ਪਾਣੀ ਪਾਣਾ, ਕਿੱਦਾਂ ਪਾਵਾਂਗੇ। ਜ਼ਰਾ ਗੌਰ ਕਰੋ, ਅੱਧੇ ਲੀਟਰ ਦੇ ਗਲਾਸ ਅੰਦਰ 10 ਲੀਟਰ ਪਾਣੀ ਪਾਇਆ ਜਾ ਸਕਦਾ ਹੈ। ਹੁਣ ਜੇ 10 ਲੀਟਰ ਪਾਣੀ ਪਾਣਾ ਤਾਂ ਇਹਦਾ ਮਤਲਬ ਹੈ ਭਾਂਡਾ ਵੀ ਅੱਗੇ 10 ਲੀਟਰ ਵਾਲਾ ਚਾਹੀਦਾ ਹੈ। ਹੁਣ ਜਿਹੜਾ ਬੰਦਾ ਸੋਚੇ, ਜੇ ਆਪਣਾ ਛੋਟਾ ਜਿਹਾ ਦਿਮਾਗ ਲੈ ਕੇ, ਦਿਲ ਲੈ ਕੇ ਬੰਦਾ ਬੈਠਾ ਹੋਏਗਾ ਤਾਂ ਜੀ ਐਡੀਆਂ ਵੱਡੀਆਂ ਰਹਿਮਤਾਂ ਉੱਥੇ ਕਿੱਥੇ ਪੈਣਗੀਆਂ। ਇਸ ਲਈ ਆਪਣੇ ਦਿਲ ਨੂੰ ਵੀ ਬੜਾ ਕਰਕੇ ਬੈਠੋ ਤਾਂ ਕਿ ਮਾਲਕ ਦੀਆਂ ਬੜੀਆਂ ਬੜੀਆਂ ਰਹਿਮਤਾਂ ਨਾਲ ਅਸੀਂ ਭਰਪੂਰ ਹੋ ਕੇ ਜਾਈਏ। ਕਿਉਂਕਿ ਜਿਹੜੇ ਆਸ਼ਿਕ ਹੁੰਦੇ ਨਾ ਉਹੀ ਬੜਾ ਦਿਲ ਰੱਖਦੇ ਐ, ਔਰ ਰਹਿਮਤਾਂ ਵੀ ਉਹ ਬੜੀਆਂ ਬੜੀਆਂ ਲੈ ਜਾਂਦੇ ਐ। ਔਰ ਅੱਜ ਅਸੀਂ ਵੀ ਚਾਹੁੰਦੇ ਆ ਤੁਹਾਡੇ ਤੇ ਰੰਗ ਚੜ ਕੇ ਤੁਸੀਂ ਵੀ ਰੰਗੀਨ ਹੋ ਕੇ ਜਾਵੋ, ਤੁਹਾਡੇ ਜੀਵਨ 'ਚ ਵੀ ਖੁਸ਼ੀਆਂ ਦੇ ਰੰਗ ਚੜ ਕੇ ਜਾਣ। ਇਸ ਲਈ ਕਹਿ ਦਿਓ, ਮਾਲਕ ਦੀ ਰਹਿਮਤ ਨਾਲ ਮੈਂ ਭਰਪੂਰ, ਮਾਲਕ ਦੀ ਰਹਿਮਤ ਨਾਲ ਮੈਂ ਭਰਪੂਰ, ਮਾਲਕ ਦੀ ਰਹਿਮਤ ਨਾਲ ਭਰਪੂਰ। ਕਿਉਂਕਿ ਜੇ ਮੰਨਾਂਗੇ ਉਹਦੀ ਰਹਿਮਤ ਨਾਲ ਮੈਂ ਭਰਪੂਰ ਹੋ ਗਿਆ ਤਾਂ ਉਹਦੀ ਰਹਿਮਤ ਤੁਹਾਨੂੰ ਭਰਪੂਰ ਜ਼ਰੂਰ ਕਰੇਗੀ। ਇਹ ਗੱਲ ਯਾਦ ਰੱਖਣਾ। ਔਰ ਇੱਥੇ ਇਹ ਵੀ ਦੱਸ ਦਈਏ ਕਿ ਜਿੱਦਾਂ ਦੱਸ ਰਹੇ ਸੀ, ਮੇਰੀ ਬਾਤ ਬਨ ਗਈ ਹੈ तेरी बात करते करते तेरे दर पे आ गया हूं तुझे याद करते करते। कि तेनू याद करदे करदे आ देख तेरी याद दा असर, ए तेरी याद दा ए असर होया कि तेनू याद करदियां करदियां मैं कित्थों कित्थे पहुंच गया, तेरे दरबार तक पहुंच गया मैं। ऐ मेरे प्रभु, ऐ मेरे परमात्मा, जदों तेनू याद करना शुरू कीता सी तां मैं दुनिया च सी, पर तेरी याद नाल इदां जुड़िया कि तेरी याद ने मैनू फर्श तो अर्श तक ले आंदा। यानी नीचों ऊंच करे मेरा गोविंद कहूं ते ना करे। जिदा श्री गुरु रविदास जी कहंदे ओही तां है जिहड़ा नीवियां नू की करदा है, उच्चे करदा है। हुण तुसीं भी गौर करना कि तुसीं भी यारी लानी तो उच्चे नाल लाओ, क्योंकि उच्चे नाल यारी लावांगे तो फेर ही सानू ਉੱਚੀ ਜਗ੍ਹਾ ਬਿਠਾਏਗਾ। ਤਾਂ ਹੀ ਤਾਂ ਕਹਿੰਦੇ ਨਾ, ਮੈਂ ਨੀਵਾਂ ਮੇਰਾ ਮੁਰਸ਼ਿਦ ਉੱਚਾ, ਉੱਚਿਆਂ ਦੇ ਸੰਗ ਲਾਈ ਸਦਕੇ ਜਾਵਾਂ ਇਹਨਾਂ ਉੱਚਿਆਂ ਤੋਂ ਜਿਹਨਾਂ ਨੀਵਿਆਂ ਨਾਲ। ਨਹੀਂ ਭਾਈ, ਮਜ਼ਾ ਤਾਂ ਫੇਰ ਆਂਦਾ ਕਿਸੇ ਉੱਚੇ ਨਾਲ ਲਾਈਏ ਤਾਂ ਕਿ ਸਾਨੂੰ ਵੀ ਬਾਹ ਫੜ ਕੇ। ਕਿਉਂਕਿ ਜਰਾ ਆਪ ਗੌਰ ਕਰੋ, ਜੇ ਕਿਸੇ ਨੀਵੇਂ ਨਾਲ ਲਾਵਾਂਗੇ ਤਾਂ ਨੀਵਾਂ ਜਿੱਥੇ ਬੈਠਾ ਸਾਨੂੰ ਵੀ ਬਾਹ ਫੜ ਕੇ ਉੱਥੇ ਬਿਠਾ ਲੇਗਾ। ਤਾਂ ਕਿਸੇ ਉੱਚੇ ਨਾਲ ਯਾਰੀ ਲਾਵਾਂਗੇ ਤਾਂ ਉੱਚੇ ਨੇ ਕੀ ਕਹਿਣਾ ਹੈ, ਆ ਜਾ ਵੀ ਮੇਰੇ ਨਾਲ ਲਾਈ ਹੈ। ਜਿੱਦਾਂ ਹੁਣ ਸਮਝਣਾ ਜ਼ਰਾ, ਸ਼ਬਰੀ ਕੀ ਸੀ, शबरी की सी और राम की सी। पर देखो राम ने शबरी ने झूठे बेर खादे। क्यों? क्योंकि शबरी ने दुनिया नूं छड्ड के अपने राम नाल लाई सी, और शबरी दा भी नाम हो गया कि नहीं। जदों उच्चियां नाल प्रेम करदे, उच्चियां ते विश्वास करदे तो उच्चे अपने नाल जोड़ के साडी जिंदगी नूं भी बदल के रख दिंदे। तां जे शबरी किसे होर नूं याद करदी हुंदी तां अज शबरी दा नाम भी दुनिया ते नहीं होना सी। ਅੱਜ ਮੀਰਾ ਦਾ ਨਾਮ ਕਿਉਂ ਹੈ? ਕਿਉਂਕਿ ਉਹਨਾਂ ਉੱਚਿਆਂ ਨਾਲ ਲਾਈ। ਜੇ ਤੁਸੀਂ ਵੀ ਉੱਚਿਆਂ ਨਾਲ ਲਾਓਗੇ ਤਾਂ ਦੁਨੀਆ ਤੇ ਤੁਹਾਡਾ ਨਾਮ ਵੀ ਉੱਚਾ ਹੋ ਜਾਏਗਾ। ਕਿਉਂਕਿ ਜਿਹਦੇ ਨਾਲ ਨਾਮ ਸਾਡਾ ਲੱਗ ਜਾਵੇ ਨਾ, ਇਸ਼ਕ ਦੀ ਤਾਰ ਜਿੰਨਾ ਜੁੜ ਜਾਵੇ, ਪ੍ਰੇਮ ਜਿੰਨਾ ਜੁੜ ਜਾਵੇ, ਫਿਰ ਇਨਸਾਨ ਵੀ ਉਹਦੇ ਵਰਗਾ ਹੀ ਹੋ ਜਾਂਦਾ ਹੈ। ਇਸ ਲਈ ਇਹ ਪ੍ਰਭੂ ਦੀ ਯਾਦ ਵਿੱਚ ਅਸਰ ਹੈ, ਇਹ ਉਸ ਮਾਲਿਕ ਦੀ ਯਾਦ ਵਿੱਚ ਅਸਰ ਹੈ ਕਿ ਤੇਰੇ ਦਰ पे आ गया हूं तुझे याद करते करते। ਹੁਣ ਅਗਲੀਆਂ ਲਾਈਨਾਂ 'ਚ ਕੀ ਕਿਹਾ ਜ਼ਰਾ ਸਮਝਣਾ कि किसी चीज की तलब ना, किसी चीज की तलब ना है आरजू ही कोई। तलब हुंदी है इच्छा किसी चीज दी, और आरजू हुंदी है तमन्ना कि मैनू आ मिले, मैनू वो मिले। हुण एक आशिक की कहंदा है, किसी चीज की तलब ना है आरजू ही कोई,
तूने इतना भर दिया है दामन ये भरते भरते मेरी बात बन गई है तेरी बात करते करते। कहते यारी लानी है तो ਉਹਦੇ ਨਾਲ ਲਾਓ। ਕਿਹਦੇ ਨਾਲ? ਜਿਹੜਾ ਜਦੋਂ ਦੇਣਾ ਸ਼ੁਰੂ ਕਰਦਾ ਹੈ ਨਾ ਤੇ ਇੰਨਾ ਦਿੰਦਾ ਹੈ ਕਿ ਬੰਦਾ ਲੈਂਦਾ ਲੈਂਦਾ ਥੱਕ ਜਾਂਦਾ, ਪਰ ਉਹਦੀਆਂ ਦਾਤਾਂ ਉਹ ਨਹੀਂ ਮੁੱਕਦੀਆਂ। ਜਿੱਦਾਂ ਤੱਕ ਛੋਟੀ ਜਿਹੀ ਕਹਾਣੀ ਸੁਣਾਵਾਂਗੇ ਫਿਰ ਸਮਝ ਆ ਜਾਏਗੀ ਕਿ ਬੰਦੇ ਦੀਆਂ ਸਾਰੀਆਂ ਇੱਛਾਵਾਂ ਖਤਮ ਹੋ ਜਾਂਦੀਆਂ ਹੈ, ਸਾਰੀਆਂ ਤਮੰਨਾਵਾਂ ਪੂਰੀਆਂ ਹੋ ਜਾਂਦੀਆਂ ਹੈ ਜਦੋਂ ਇਨਸਾਨ ਉਹਦੇ ਨਾਲ ਯਾਰੀ ਲਾਂਦਾ, ਉਹਦਾ ਹੋ ਜਾਂਦਾ ਹੈ। ਜਿਹੜਾ ਇੱਕ ਬੜੀ ਪਿਆਰੀ ਗੱਲ ਯਾਦ ਆ ਗਈ ਸਾਨੂੰ, ਉਹ ਦੱਸਣਾ ਚਾਹਾਂਗੇ ਇਸ ਸ਼ੇਰ ਦੇ ਨਾਲ ਜੁੜੀ ਹੋਈ। ਇੱਕ ਵਾਰ ਨਾ ਇੱਕ ਆਦਮੀ ਸੀ, ਬੜਾ ਗਰੀਬ ਆਦਮੀ ਸੀ। ਉਹ ਗਰੀਬ ਆਦਮੀ ਨੂੰ ਕੋਈ ਰੋਗ ਹੋ ਗਿਆ। ਉਹ ਰੋਗ ਨਾਲ ਦਿਨ ਰਾਤ ਉਹ ਤੜਫਦਾ ਸੀ। ਆਖਿਰ ਇੱਕ ਦਿਨ ਉਹ ਇੱਕ ਵੈਦ ਕੋ ਗਿਆ। ਵੈਦ ਬੜਾ ਮਸ਼ਹੂਰ ਸੀ। ਜਦੋਂ ਗਰੀਬ ਆਦਮੀ ਵੈਦ ਦੇ ਕੋਲ ਗਿਆ ਤਾਂ ਵੈਦ ਨੇ ਉਹਦਾ ਨਬਜ਼ ਦੇਖ ਕੇ ਰੋਗ ਚੈੱਕ ਕੀਤਾ ਤਾਂ ਵੈਦ ਕਹਿਣ ਲੱਗਾ, ਭਾਈ ਤੈਨੂੰ ਇੱਕ ਬਿਮਾਰੀ ਆ ਬੜੀ ਖਤਰਨਾਕ, ਔਰ ਉਹਦੀ ਦਵਾਈ ਅੱਜ ਹੀ ਤਿਆਰ ਕਰਕੇ ਅੱਜ ਹੀ ਸ਼ੁਰੂ ਕਰਨੀ ਪੈਣੀ ਹੈ। ਉਹਨਾਂ ਕਿਹਾ ਮਹਾਰਾਜ ਕਰੋ ਫਿਰ। ਤਾਂ ਵੈਦ ਨੇ ਕੀ ਕਿਹਾ? ਕਹਿੰਦਾ ਦੇਖ ਇਦਾਂ ਹੈ ਕਿ ਦਵਾਈ ਤਿਆਰ ਕਰਨ ਵਾਲਾ ਸਾਰਾ ਸਮਾਨ ਤਾਂ ਮੇਰੇ ਕੋਲ ਹੈ, ਪਰ ਇੱਕ ਸ਼ਹਿਦ ਨਹੀਂ ਹੈ। ਕੀ ਨਹੀਂ ਹੈ? ਸ਼ਹਿਦ ਨਹੀਂ ਹੈ। ਸ਼ਹਿਦ ਯਾਨੀ ਹਨੀ। ਅਗਰ ਤੂੰ ਕਿਤੇ ਉਹ ਸ਼ਹਿਦ ਲੈ ਆਵੇਂ ਤਾਂ ਮੈਂ ਉਹ ਦਵਾਈ ਹੁਣੇ ਤਿਆਰ ਤੈਨੂੰ ਕਰਕੇ ਦੇ ਦੇਵਾਂ, ਤਾਂ ਅੱਜ ਪਹਿਲੀ ਖੁਰਾਕ ਤੂੰ ਖਾ ਲਾਵੇਂ ਤਾਂ ਤੈਨੂੰ ਅੱਜ ਤੋਂ ਹੀ ਫਰਕ ਪੈਣਾ ਸ਼ੁਰੂ ਹੋ ਜਾਣਾ ਹੈ। ਬਾਕੀ ਸਮਾਨ ਤਾਂ ਮੇਰੇ ਕੋਲ ਹੈ, ਪਰ ਉਹ ਦਵਾਈ ਸ਼ਹਿਦ ਵਿੱਚ ਮਿਕਸ ਕਰਕੇ, ਸ਼ਹਿਦ ਵਿੱਚ ਮਿਲਾ ਕੇ ਖਾਣੀ ਪੈਂਦੀ ਹੈ। ਜਾਂ ਸ਼ਹਿਦ ਲਿਆ ਕਿਤੇ। ਹੁਣ ਵੈਦ ਨੇ ਉਹਨੂੰ ਕੋਲੀ ਦੇਤੀ, ਛੋਟੀ ਜਿਹੀ ਕੋਲੀ, ਕਿ ਇੰਨਾ ਕੁ ਸ਼ਹਿਦ ਚਾਹੀਦਾ, ਇਹ ਕੋਲੀ ਇੱਕ ਸ਼ਹਿਦ ਦੀ ਲਿਆ। ਹੁਣ ਉਹ ਕੋਲੀ ਲੈ ਕੇ ਤੁਰ ਪਿਆ। ਕੋਲੀ ਲੈ ਕੇ ਸ਼ਹਿਦ ਲੱਭਣ ਤੁਰ ਪਿਆ। ਘਰ ਦਾ ਦਰਵਾਜ਼ਾ ਖੜਕਾਵੇ, ਜਿਹੜਾ ਵੀ ਘਰ ਆਵੇ ਦਰਵਾਜ਼ਾ ਖੜਕਾਵੇ, ਭਾਈ ਸ਼ਹਿਦ ਦੇ ਦਿਓ। ਤਾਂ ਕਈਆਂ ਨੇ ਤਾਂ ਕਹਿਤਾ ਸ਼ਹਿਦ ਹੈ ਹੀ ਨਹੀਂ, ਕਈਆਂ ਕੋ ਸੀਗਾ ਉਹ ਕਹਿੰਦੇ ਦੇਣਾ ਹੀ ਨਹੀਂ। ਕਿਉਂਕਿ ਦੁਨੀਆ ਹੈ, ਇਹ ਸੰਸਾਰ ਹੈ। ਇਹ ਸੰਸਾਰ 'ਚ ਹਰ ਕੋਈ ਦੂਜੇ ਦੀ ਮਦਦ ਕਰਨ ਵਾਸਤੇ ਤਿਆਰ ਨਹੀਂ ਹੁੰਦਾ। ਤਾਂ ਹੀ ਤੇ ਅਸੀਂ ਇੱਕ ਸ਼ੇਰ ਵੀ ਕਹੀਦਾ ਹੈ, ਇੱਥੇ ਵੀ ਕਹਿਣਾ ਚਾਹਾਂਗੇ ਕਿ ਜ਼ਮਾਨੇ में हजारों अकलमंद मिलते हैं। जमाने में यानी ये दुनिया च हजारों ही अकलमंद मिलते हैं कि मैं बड़ा अकलमंद, मैं बड़ा समझदार, मेरे को बड़ी समझ है, बड़ी अकल है। जमाने में हजारों अकलमंद मिलते हैं, लाखों जरूरतमंद मिलते हैं। ये दुनिया च हजारों ही अकलमंद मिलते हैं, लखा ही जरूरतमंद मिलते हैं जिन्होंने मैनू आ जरूरत है, मैनू वो जरूरत है। पर हुण अगली लाइन समझना जरा कि जमाने में हजारों अकलमंद मिलते हैं, लाखों जरूरतमंद मिलते हैं, मगर जब खुद पर मुसीबत आती है दोस्तों तो मालिक के सिवा सबके दरवाजे बंद मिलते हैं। और कहते जो खुद पे मुसीबत आती है ना तो सारे देख के दरवाजे बंद कर लेंगे। भाई किते साडे घर ना आ जाए। हुण पिछे कोरोना होया तो लोगों ने दरवाजे बंद कर लेना, लिख के ला देता साडे घर कोई ना आवे। कहता कि नहीं, वो साडे घर कोई ना आवे, कोई रिश्तेदार भी मिल ना आवे। इन्ना डर, मुसीबत आई तो अपने ने दरवाजे बंद कर ले। पर तुहानू एक गल कहनी चाहांगे कि सारे दरवाजे बंद हो गए, मंदिर मस्जिद, पर मालिक दे दरबार दा दरवाजा 24 घंटे खुला रहा। जदों लॉकडाउन सी उदों भी खुला रहा। याद रखना लॉकडाउन दे विच भी एक दिन भी ਉਹ ਮਾਲਿਕ ਦੇ ਘਰ ਦਾ ਦਰਵਾਜ਼ਾ ਬੰਦ ਨਹੀਂ ਹੋਇਆ। ਕਿਸੇ ਨੇ ਸਾਨੂੰ ਕਿਹਾ ਮਾਲਕੋ ਸਾਰੇ ਦਰਵਾਜ਼ੇ ਬੰਦ ਹੋ ਗਏ, ਸਾਰਿਆਂ ਨੇ ਮਨਾ ਕਰ ਦਿੱਤਾ ਹੈ ਨਾ, ਤੁਸੀਂ ਮਨਾ ਕਰ ਦਿਓ। ਅਸੀਂ ਕੋਈ ਗੱਲ ਕਹੀ, ਅਸੀਂ ਕਿ ਅਸੀਂ ਕਿਦਾਂ ਮਨਾ ਕਰ ਸਕਦੇ ਆ? ਇਸ ਲਈ ਮੁਸੀਬਤ ਦਾ ਟਾਈਮ ਹੈ, ਇਸ ਲਈ ਔਖੀ ਘੜੀ ਹੈ। ਜੇ ਔਖੀ ਘੜੀ 'ਚ ਸਤਿਗੁਰੂ ਮੁਰਸ਼ਿਦ ਦੇ ਦਰਵਾਜ਼ਾ ਬੰਦ ਕਰਕੇ ਬਹਿ ਜਾਵੇ ਤਾਂ ਸੇਵਕਾਂ ਨੇ ਜਾਣਾ ਕਿੱਥੇ? ਫਿਰ ਮਾਲਕ ਹੀ ਦਰਵਾਜ਼ਾ ਬੰਦ ਕਰਕੇ ਬਹਿ ਜਾਣ ਤਾਂ ਔਖੇ ਵੇਲੇ ਤਾਂ ਬੰਦੇ ਨੂੰ ਜ਼ਿਆਦਾ ਰੱਬ ਦੀ ਲੋੜ ਹੁੰਦੀ ਹੈ। ਸਮਝ ਲਓ, ਬਿਮਾਰੀ ਵੇਲੇ ਤਾਂ ਡਾਕਟਰ ਦੀ ਜ਼ਿਆਦਾ ਲੋੜ ਹੈ। जे बीमारी वेले डॉक्टर दरवाजा बंद करके बह जावे और जो बीमारी पिछे हो गई, ठीक हो गई, फिर डॉक्टर कहे आ जाओ, तो बंदे ने हुण तेरी लोड़ की है भाई? जो लोड़ सी उदों दरवाजा बंद कर लिया तो हुण दरवाजा खोल दिता, वो तेरे डॉक्टर होने का फायदा की? जे ऐसी कोई गल कही, जे ऐसी डर गए तो फिर दूजियां दा डर के ना दूर करना है। ऐसी डरन वाले नहीं है, ऐसी डरां नूं दूर करने वाले हैं। इसलिए असीं खुलेआम स्टेज ते उस वेले भी कहंदे सी, अज भी कहंदे हैं कि लोग कोरोना तो डरते, असीं कहंदे लियाओ कोरोना के मरीज नूं साडे कोल, इन्ना अपने आप ते विश्वास है, वो आएगा उसे वेले ठीक होके जाएगा। विश्वास की गल है। ठीक होने का मतलब की है कि उन्होंने वो हौसला, वो हिम्मत मिलेगी
ਕਿ ਉਹਦਾ ਡਰ ਦੂਰ ਹੋ ਜਾਏਗਾ ਕਿ ਹੁਣ ਮੇਰਾ ਕੋਈ ਕੁਝ ਵਿਗਾੜ ਹੀ ਨਹੀਂ ਸਕਦਾ। ਰਿਪੋਰਟ ਭਾਵੇਂ 4 ਦਿਨ ਬਾਅਦ 10 ਦਿਨ ਬਾਅਦ ਪੋਜ਼ਿਟਿਵ ਆਵੇ, ਪਰ ਡਰ ਉਹਦਾ ਉਸੇ ਵੇਲੇ ਦੂਰ ਹੋ ਜਾਏਗਾ, ਕਿਉਂਕਿ ਗੱਲ ਤਾਂ ਸਾਰੀ ਡਰ ਦੀ ਹੈ। ਕਹਿੰਦੇ ਨੇ ਜੋ ਡਰ ਗਿਆ ਸਮਝੋ ਮਾਰਦਾ ਤਾਂ ਡਰ ਹੀ ਹੈ, ਨਹੀਂ ਤਾਂ ਇਹਦੇ 'ਚ ਕੀ ਹੈ, ਸਮਝਦੇ ਹੋ ਕਿ ਨਹੀਂ। ਪਰ ਜਦੋਂ ਬੰਦਾ ਡਰਨਾ ਸ਼ੁਰੂ ਕਰ ਦਿੰਦਾ ਤਾਂ ਡਰ ਹੀ ਬੰਦੇ ਦੀ ਜਾਨ ਲੈ ਲੈਂਦਾ ਹੈ। ਤਾਂ ਜੇ ਬੰਦਾ ਡਰ ਕੱਢ ਦੇਵੇ ਤਾਂ ਫਿਰ ਕੋਈ ਦੁਨੀਆ ਦੀ ਬਿਮਾਰੀ ਉਹਨੂੰ ਖਤਮ ਨਹੀਂ ਕਰ ਸਕਦੀ। ਇਹ ਸਮਝ ਲੈਣਾ ਸਾਰਿਆਂ ਨੇ। ਇਸ ਕਰਕੇ ਜਦੋਂ ਇਨਸਾਨ ਤੇ ਮੁਸੀਬਤ ਆਉਂਦੀ ਹੈ ਤਾਂ ਮਾਲਿਕ ਦਾ ਘਰ ਹੀ ਇੱਕ ਐਸਾ ਘਰ ਹੈ ਜਿੱਥੇ ਸਭ ਦੇ ਵਾਸਤੇ ਦਰਵਾਜ਼ੇ ਖੁੱਲੇ ਰਹਿੰਦੇ ਹੈ, ਕਿਉਂਕਿ ਪਤਾ ਹੈ ਕਿ ਔਖੇ ਟਾਈਮ ਵਿੱਚ ਹੀ ਤਾਂ ਇਨਸਾਨ ਨੂੰ ਸਭ ਤੋਂ ਜ਼ਿਆਦਾ ਉਹਦੀਆਂ ਰਹਿਮਤਾਂ ਦੀ ਲੋੜ ਹੁੰਦੀ ਹੈ, ਉਹਦੇ ਸਾਥ ਦੀ ਲੋੜ ਹੁੰਦੀ ਹੈ, ਹਿੰਮਤ ਦੀ ਲੋੜ ਹੁੰਦੀ ਹੈ, ਹੌਸਲੇ ਦੀ ਲੋੜ ਹੁੰਦੀ ਹੈ। ਤਾਂ ਜੇ ਔਖੇ ਵੇਲੇ ਹੀ ਉਹ ਰੱਬ ਦੇ ਘਰ ਦੇ ਦਰਵਾਜ਼ੇ ਬੰਦ ਹੋ ਗਏ ਤਾਂ ਇਹਦਾ ਮਤਲਬ ਉਹਨਾਂ ਘਰਾਂ 'ਚ ਰੱਬ ਹੈ ਹੀ ਨਹੀਂ, ਕਿਉਂਕਿ ਜੇ ਰੱਬ ਹੁੰਦਾ ਤਾਂ ਫਿਰ ਦਰਵਾਜ਼ਾ ਕਿਉਂ ਬੰਦ ਹੋਣਾ ਸੀ। ਜ਼ਰਾ ਸੋਚ ਕੇ ਦੇਖੋ। ਇਸ ਲਈ ਡਰਨਾ ਨਹੀਂ ਹੈ, ਫਿਕਰ ਨਹੀਂ ਕਰਨੀ, ਕਿਉਂਕਿ ਕੋਈ ਸਾਥ ਦੇਵੇ ਨਾ ਦੇਵੇ ਅਸੀਂ ਹਮੇਸ਼ਾ ਤੁਹਾਡੇ ਨਾਲ ਹੈ। ਜਦੋਂ ਯਾਦ ਕਰੋਗੇ ਤੁਹਾਡੇ ਨਾਲ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣਾ ਤੁਸੀਂ, ਕਿਉਂਕਿ ਤੁਸੀਂ ਸਾਡੇ ਵਾਸਤੇ ਬੜੇ ਖਾਸ ਹੋ। ਅਸੀਂ ਤੁਹਾਡੇ ਨਾਲ ਬਹੁਤ ਪ੍ਰੇਮ ਕਰਦੇ ਹਾਂ, ਇਸ ਲਈ ਇਹ ਸਟੇਜ ਤੇ ਬਹਿ ਕੇ ਸ਼ਰੇਆਮ ਖੁੱਲੇਆਮ ਕਹਿ ਰਹੇ ਹਾਂ ਕਿ ਤੁਸੀਂ ਸਾਡੇ ਵਾਸਤੇ ਬਹੁਤ ਖਾਸ ਹੋ। ਅਸੀਂ ਤੁਹਾਡੇ ਨਾਲ ਬਹੁਤ ਪ੍ਰੇਮ ਕਰਦੇ ਹਾਂ, ਤੁਸੀਂ ਕਰੋ ਚਾਹੇ ਨਾ ਕਰੋ, ਅਸੀਂ ਕਰਦੇ ਸੀ ਔਰ ਕਰਦੇ ਰਹਿਣਾ ਹੈ ਤੁਹਾਨੂੰ ਪ੍ਰੇਮ, ਕਿਉਂਕਿ ਜਿਸ ਨੂੰ ਵੀ ਉਸ ਪ੍ਰਮਾਤਮਾ ਨੇ ਜੀਵਨ ਦਿੱਤਾ ਹੈ, ਉਹ ਪ੍ਰਮਾਤਮਾ ਨੇ ਜਿਸ ਨੂੰ ਪੈਦਾ ਕੀਤਾ ਉਹ ਕਦੀ ਮਾਮੂਲੀ ਹੋ ਹੀ ਨਹੀਂ ਸਕਦਾ। ਉਹਨੇ 9 ਮਹੀਨੇ ਲਾ ਕੇ ਤੁਹਾਨੂੰ ਤਿਆਰ ਕੀਤਾ ਮਾਂ ਦੇ ਗਰਭ ਵਿੱਚ, ਇੰਨੇ ਸਾਲ ਹੋ ਗਏ ਤੁਹਾਨੂੰ ਸੰਭਾਲ ਰਿਹਾ ਹੈ, ਰੋਟੀ ਦੇ ਰਿਹਾ ਹੈ, ਹਵਾ ਦੇ ਰਿਹਾ ਹੈ, ਸੂਰਜ ਦੀ ਰੋਸ਼ਨੀ ਦੇ ਰਿਹਾ ਹੈ। ਉਹ ਤੁਸੀਂ ਉਹਦੇ ਵਾਸਤੇ ਖਾਸ ਹੋ ਤਾਂ ਹੀ ਸੰਭਾਲ ਰਿਹਾ ਹੈ, ਨਹੀਂ ਤਾਂ ਕਦੋਂ ਦਾ ਤੁਹਾਨੂੰ ਕੱਢ ਦਿੰਦਾ ਘਰ ਚੋਂ। ਹੁਣ ਜੇ ਕੋਈ ਰਿਸ਼ਤੇਦਾਰ ਆ ਕੇ ਤੁਹਾਡੇ ਘਰ ਰਵੇ, 6 ਮਹੀਨੇ ਤੋਂ ਰਹਿ ਰਿਹਾ ਹੈ, ਸਾਲ ਤੋਂ ਰਹਿ ਰਿਹਾ ਹੈ, 2 ਸਾਲ ਤੋਂ ਰਹਿ ਰਿਹਾ ਹੈ, 10 ਸਾਲ ਤੋਂ ਰਹਿ ਰਿਹਾ, ਤੁਸੀਂ ਫਿਰ ਵੀ ਉਹਨੂੰ ਰੋਟੀ ਦਿੰਦੇ ਹੋ, ਫਿਰ ਵੀ ਤੁਸੀਂ ਉਹਨੂੰ ਖਾਣਾ ਦਿੰਦੇ ਹੋ, ਤੇ ਇਹਦਾ ਮਤਲਬ ਤੁਹਾਡਾ ਪਿਆਰਾ ਹੈ ਤਾਂ ਹੀ ਇੰਨੀ ਦੇਰ ਤੋਂ ਬੈਠਾ, ਨਹੀਂ ਤਾਂ ਬੰਦਾ ਦੂਜੇ ਦਿਨ ਹੀ ਕਹੇ ਚੱਲ ਭਈ ਆਪਣੇ ਘਰ। ਪਿਆਰ ਹੈ ਤਾਂ ਹੀ ਹੈ ਨਾ। ਤਾਂ ਇਹ ਦੁਨੀਆ ਕਿਹਦਾ ਘਰ ਹੈ, ਇਹ ਸੰਸਾਰ ਕਿਹਦਾ ਘਰ ਹੈ, ਇਹ ਉਸ ਮਾਲਿਕ ਦਾ ਘਰ ਹੈ। ਤਾਂ ਜੇ ਉਹਨਾਂ ਆਪਣੇ ਘਰ 'ਚ ਇੰਨੇ ਸਾਲ ਤੋਂ ਸਾਨੂੰ ਸਭ ਕੁਝ ਦੇ ਰਿਹਾ, ਤੇ ਇਹਦਾ ਮਤਲਬ ਕਿੰਨਾ ਸਾਡੇ ਨਾਲ ਪਿਆਰ ਕਰਦਾ ਹੋਏਗਾ, ਕਿੰਨੀ ਸਾਡੀ ਫਿਕਰ ਕਰਦਾ ਹੋਏਗਾ, ਕਿ ਇੰਨਾ ਪਿਆਰ ਇੰਨੀ ਫਿਕਰ ਕਿ ਤੁਸੀਂ ਉਹਨੂੰ ਯਾਦ ਕਰਨਾ ਭੁੱਲ ਜਾਂਦੇ ਹੋ, ਪਰ ਉਹ ਤੁਹਾਨੂੰ ਰਿਜ਼ਕ ਦੇਣਾ ਨਹੀਂ ਭੁੱਲਦਾ। ਕਿੰਨਾ ਪ੍ਰੇਮ ਕਰਦਾ ਉਹ ਮਾਲਿਕ ਸਾਡੇ ਨਾਲ। ਇਸ ਲਈ ਸਾਨੂੰ ਆਪਣੇ ਉਹ ਮਾਲਿਕ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ, ਉਹ ਮਾਲਿਕ ਤੇ ਯਕੀਨ ਹੋਣਾ ਚਾਹੀਦਾ ਹੈ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਕਿਉਂਕਿ ਆਖਰ ਹੈ ਤਾਂ ਸਭ ਕੁਝ ਉਹਦਾ ਹੀ। ਇੱਥੇ ਹਜ਼ਰਤ ਮੂਸਾ ਦੇ ਜੀਵਨ ਦੀ, ਮੂਸਾ ਇੱਕ ਪੈਗੰਬਰ ਹੋਏ ਆ, ਖੁਦਾ ਦੇ ਰੱਬ ਦੇ ਪੈਗੰਬਰ ਹੋਏ ਆ, ਉਹਨਾਂ ਦੇ ਜੀਵਨ ਦੀ ਕਹਾਣੀ ਯਾਦ ਆ ਗਈ ਸਾਨੂੰ ਕਿ ਸਭ ਕੁਝ ਕਿਹਦਾ ਹੈ। ਕਹਿੰਦੇ ਕਿ ਮੂਸਾ ਦੇ ਕੋਲ 2 ਨੌਜਵਾਨ ਆਏ ਲੜਦੇ ਹੋਏ, ਉਹਨਾਂ ਦਾ ਝਗੜਾ ਖਤਮ ਕਰਨ ਵਾਸਤੇ ਉਹਨਾਂ ਨੂੰ ਮੂਸਾ ਕੋਲ ਲਿਆਂਦਾ ਗਿਆ। ਦੋਨੇ ਬੜੀ ਬੁਰੀ ਤਰ੍ਹਾਂ ਇੱਕ ਦੂਜੇ ਨਾਲ ਲੜ ਰਹੇ ਸੀ, ਲੋਕ ਫੜ ਕੇ ਮੂਸਾ ਦੇ ਕੋਲ ਲਿਆਏ। ਤਾਂ ਹਜ਼ਰਤ ਮੂਸਾ ਨੇ, ਖੁਦਾ ਦੇ ਪੈਗੰਬਰ ਨੇ ਪੁੱਛਿਆ ਨੌਜਵਾਨਾਂ ਨੂੰ, ਲੜ ਕਿਉਂ ਰਹੇ ਹੋ ਤੁਸੀਂ? ਤਾਂ ਉਸ ਲਈ ਇੱਕ ਨੌਜਵਾਨ ਨੇ ਦੱਸਿਆ ਕਿ ਮਹਾਰਾਜ ਇੱਕ ਜ਼ਮੀਨ ਹੈ, ਜ਼ਮੀਨ ਦਾ ਟੁਕੜਾ ਹੈ, ਮੈਂ ਇੰਨੇ ਸਾਲਾਂ ਤੋਂ ਉਹਨੂੰ ਬਾਹ ਰਿਹਾ ਹਾਂ, ਮੇਰੀ ਹੈ, ਪਰ ਅੱਜ ਇਹ ਆ ਕੇ ਕਬਜ਼ਾ ਕਰਕੇ ਬਹਿ ਗਿਆ, ਕਹਿੰਦਾ ਮੇਰੀ ਹੈ। ਕਿਉਂਕਿ ਉਸ ਵੇਲੇ ਰਜਿਸਟਰੀਆਂ ਨਹੀਂ ਹੁੰਦੀਆਂ ਸੀ, ਉਸ ਵੇਲੇ ਇੰਤਕਾਲਾਂ ਨਹੀਂ ਹੁੰਦੀਆਂ ਸੀ, ਉਸ ਵੇਲੇ ਤਾਂ ਬਸ ਜਿਹਨਾਂ ਮੰਨ ਲਿਆ ਜਿਹਦਾ ਕਬਜ਼ਾ ਹੋ ਗਿਆ ਉਹਦੀ। ਉਹ ਕਹਿੰਦਾ ਮਹਾਰਾਜ ਜ਼ਮੀਨ ਮੇਰੀ, ਕਬਜ਼ਾ ਇਹ ਕਰੀ ਜਾਂਦਾ। ਦੂਜਾ ਕਹਿੰਦਾ ਨਹੀਂ ਮਹਾਰਾਜ ਜ਼ਮੀਨ ਮੇਰੀ ਹੈ, ਇਹਦੀ ਨਹੀਂ ਹੈ, ਇਹ ਕਬਜ਼ਾ ਕਰ ਰਿਹਾ, ਝੂਠ ਬੋਲ ਰਿਹਾ ਹੈ। ਹੁਣ ਦੋਨੇ ਹੀ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਕਿ ਇਹ ਝੂਠ ਬੋਲ ਰਿਹਾ, ਇਹ ਝੂਠ ਬੋਲ ਰਿਹਾ। ਤਾਂ ਸਾਰੇ ਲੋਕ ਪਰੇਸ਼ਾਨ ਹੋ ਗਏ ਕਿ ਮਹਾਰਾਜ ਹੁਣ ਪਤਾ ਕਿੱਦਾਂ ਲੱਗੇ ਜ਼ਮੀਨ ਕਿਹਦੀ ਹੈ। ਤਾਂ ਮੂਸਾ ਕਹਿੰਦੇ ਕਿ ਤੁਹਾਡੇ ਵਾਸਤੇ ਮੁਸ਼ਕਿਲ ਹੋਏਗਾ, ਮੈਂ ਰੱਬ ਦਾ ਪੈਗੰਬਰ ਹਾਂ, ਮੇਰੇ ਵਾਸਤੇ ਕੁਝ ਮੁਸ਼ਕਿਲ ਨਹੀਂ ਹੈ, ਚਲੋ ਮੈਨੂੰ ਉਹ ਜ਼ਮੀਨ ਕੋ ਲੈ ਚਲੋ ਜਿਹਦੇ ਵਾਸਤੇ ਤੁਸੀਂ ਦੋਨੇ ਲੜਦੇ ਹੋ। ਧਿਆਨ ਦੇ ਕੇ ਸੁਣਨਾ, ਇਹ ਬੜੇ ਗਿਆਨ ਦੀ ਗੱਲ ਹੈ। ਮੂਸਾ ਕਹਿੰਦੇ ਚਲੋ ਮੈਨੂੰ ਲੈ ਚਲੋ ਜ਼ਮੀਨ ਦੇ ਟੁਕੜੇ ਕੋ, ਉਹ ਜ਼ਮੀਨ ਦੇ ਟੁਕੜੇ ਕੋ ਜਿਹਦੇ ਪਿੱਛੇ ਦੋਨੇ ਲੜ ਰਹੇ ਆ। ਹੁਣ ਲੈ ਗਏ ਉਹ ਜ਼ਮੀਨ ਦੇ ਟੁਕੜੇ ਕੋ, ਚਲਦੇ ਚਲਦੇ ਉੱਥੇ ਪਹੁੰਚ ਗਏ, ਕਹਿੰਦੇ ਮਹਾਰਾਜ ਆਹ ਜ਼ਮੀਨ ਹੈ। ਉਹ ਕਹਿੰਦਾ ਜੀ ਇਹ ਮੇਰੀ ਹੈ, ਦੂਜਾ ਕਹਿੰਦਾ ਜੀ ਮੇਰੀ ਹੈ। ਹੁਣ ਮੂਸਾ ਜ਼ਮੀਨ ਤੇ ਖੜ ਕੇ ਉਹਨਾਂ ਨੇ ਜ਼ੋਰ ਨਾਲ ਜ਼ਮੀਨ ਤੇ ਪੈਰ ਮਾਰਿਆ। ਪੈਰ ਮਾਰ ਕੇ ਪਤਾ ਕੀ ਕਿਹਾ? ਕਹਿੰਦੇ ਮੈਂ ਤੁਹਾਡੀ ਨਹੀਂ ਸੁਣਨੀ ਦੋਨਾਂ ਦੀ, ਮੈਂ ਖੁਦਾ ਦਾ ਪੈਗੰਬਰ ਹਾਂ, ਮੈਂ ਜ਼ਮੀਨ ਦੀ ਸੁਣੂਗਾ, ਜ਼ਮੀਨ ਕਿਹਦੀ ਹੈ। ਕਹਿੰਦੇ ਪੈਰ ਮਾਰਿਆ ਜ਼ਮੀਨ ਤੇ ਕਿ ਇਹ ਜ਼ਮੀਨ ਤੂੰ ਦੱਸ, ਤੂੰ ਇਹਨਾਂ ਦੋਨਾਂ ਚੋਂ ਕਿਹਦੀ ਹੈ। ਤਾਂ ਜ਼ਮੀਨ ਚੋਂ ਆਵਾਜ਼ ਆਈ, ਕਹਿੰਦੀ ਐ ਪੈਗੰਬਰ ਮੂਸਾ, ਪੁੱਛ ਰਿਹਾ ਮੈਂ ਕਿਹਦੀ ਆ, ਨਾ ਮੈਂ ਉਹਦੀ ਆ ਤਾਂ ਨਾ ਮੈਂ ਇਹਦੀ ਆ। ਜਿਸਨੇ ਮੈਨੂੰ ਪੈਦਾ ਕੀਤਾ ਮੈਂ ਤਾਂ ਉਹਦੀ ਆ, ਉਹ ਰੱਬ ਦੀ ਆ। ਇਹ ਤਾਂ ਦੋਨੇ ਆਪਣਾ ਕਬਜ਼ਾ ਮੇਰੇ ਤੇ ਕਰ ਰਹੇ, ਪਰ ਮੈਂ ਤਾਂ ਉਹਦੀ ਆ।
जरा गौर करना की क्या होना, ना मैं ओदी हां ना मैं एदी हां, जिसने मैनू बनाया है मैं तो उस रब दी हां। पर इन्नी गल मैं कह रही हां कि मैं इन्हां दी नहीं हां, पर एक दिन इन्हां ने मेरे को जरूर आना है। तो फिर जिहड़ा होएगा सच्चा, बोलो समझदे हो कि नहीं, जिहड़ा सच बोलदा है ਉਹਨੂੰ मैं मजा देना है, तो जिहड़ा झूठ बोलदा ਉਹਨੂੰ मैं सजा देनी है। क्योंकि रब दे घर दा असूल है कि सच्चा ਉਹਦੇ घर बख्शिया जाता, झूठा ਉਹਦੇ घर तकलीफ पांदा है, दुख पांदा है। ਹੁਣ ਜਦੋਂ ਇੰਨੀ ਗੱਲ ਕਹੀ ਤਾਂ ਜਦੋਂ ਨੌਜਵਾਨਾਂ ਨੇ ਸੁਣਿਆ ਜ਼ਮੀਨ ਦੀ ਆਵਾਜ਼ ਤਾਂ ਕਹਿੰਦੇ ਇੱਕ ਤਾਂ ਥਰ-ਥਰ ਕੰਬਣ ਲੱਗ ਪਿਆ, ਕਿਉਂਕਿ ਡਰ ਹਮੇਸ਼ਾ ਝੂਠੇ ਨਹੀਂ ਹੁੰਦਾ। ਜਿੱਦਾਂ ਸਮਝ ਲਓ ਇੱਕ ਚੋਰ ਹੈ ਤੇ ਇੱਕ ਵਿਚਾਰਾ ਸ਼ਰੀਫ ਹੈ, ਜਦੋਂ ਪੁਲਿਸ ਵਾਲਾ ਆ ਕੇ ਪੁੱਛੇਗਾ ਕੌਣ ਚੋਰ ਹੈ ਤਾਂ ਲੱਤਾਂ ਉਹਦੀਆਂ ਕੰਬਣੀਆਂ ਜਿਹਨਾਂ ਚੋਰੀ ਕੀਤੀ ਹੈ। ਹੁਣ ਮੂਸਾ ਨੇ ਜਦੋਂ ਦੇਖਿਆ ਤਾਂ ਕਹਿੰਦੇ ਤੂੰ ਝੂਠ ਬੋਲ ਰਿਹਾ ਸੀ, ਉਹ ਡਰ ਕਰ ਜ਼ਮੀਨਾਂ ਪਿੱਛੇ ਮਕਾਨਾਂ ਪਿੱਛੇ ਤੂੰ ਆਪਣੇ ਰੱਬ ਨੂੰ ਭੁਲਾ ਕੇ ਬੈਠਾ ਆ। ਅੱਜ ਤੁਸੀਂ ਮੇਰਾ ਮੇਰਾ ਕਰਦੇ ਹੋ, ਇੱਕ ਦਿਨ ਤੁਸੀਂ ਮੁੱਕ ਜਾਣਾ ਹੈ, ਸਭ ਕੁਝ ਇੱਥੇ ਰਹਿ ਜਾਣਾ ਹੈ, ਕਿਉਂਕਿ ਕੁਝ ਵੀ ਇੱਥੇ ਇਨਸਾਨ ਦਾ ਨਹੀਂ ਹੈ, ਸਭ ਕੁਝ ਉਹਦਾ ਹੀ ਤਾਂ ਉਹਦਾ ਹੀ ਰਹਿਣਾ ਹੈ। ਸਮਝ ਆ ਰਹੀ ਕਿ ਨਹੀਂ? ਇਸ ਕਰਕੇ ਕਿਹਾ ਜਾਂਦਾ ਹੈ ਕਿ ਸਭ ਨਾਲ ਪ੍ਰੇਮ ਕਰੋ, ਇਹ ਚੀਜ਼ਾਂ ਦੇ ਕਰਕੇ ਇੱਕ ਦੂਜੇ ਨਾਲ ਝਗੜੇ ਨਾ ਕਰੋ, ਫਸਾਦ ਨਾ ਕਰੋ, ਲੜਾਈਆਂ ਨਾ ਕਰੋ, ਕਿਉਂਕਿ 4 ਦਿਨ ਜ਼ਿੰਦਗੀ ਦੇ ਇਹਨੂੰ ਰਲ ਮਿਲ ਕੇ ਪਿਆਰ ਨਾਲ ਗੁਜ਼ਾਰ ਲਈਏ ਤਾਂ ਉਹੀ ਜ਼ਿੰਦਗੀ ਹੈ, ਉਹ 'ਚ ਜੀਵਨ ਦਾ ਮਜ਼ਾ ਹੈ। ਹੁਣ ਜ਼ਰਾ ਸਮਝਣਾ, ਇੱਧਰ ਜਿੱਦਾਂ ਦੱਸਿਆ ਕਿ ਮੁਸ਼ਕਿਲ ਆਂਦੀ ਹੈ ਤਾਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ, ਬਸ ਇੱਕੋ ਮਾਲਿਕ ਦਾ ਦਰਵਾਜ਼ਾ ਹੀ ਖੁੱਲਾ ਰਹਿੰਦਾ ਹੈ। ਇਸ ਲਈ ਜਦੋਂ ਪਤਾ ਕਿ ਮੁਸ਼ਕਿਲ ਵਿੱਚ ਉਹਨੇ ਹੀ ਸਾਡੇ ਕੰਮ ਆਣਾ ਤਾਂ ਪਹਿਲਾਂ ਹੀ ਉਹਦੇ ਨਾਲ ਇਹ ਦਿਲ ਦੀ ਤਾਰ ਨੂੰ ਜੋੜ ਕੇ ਰੱਖੀਏ। ਸਮਝਦੇ ਹੋ ਕਿ ਨਹੀਂ? ਹੁਣ ਕਹਿੰਦੇ ਇਹ ਆਦਮੀ ਤੁਰ ਪਿਆ ਕਟੋਰੀ ਲੈ ਕੇ, ਸ਼ਹਿਦ ਲੱਭਣ ਵਾਸਤੇ ਕਈ ਦਰਵਾਜ਼ੇ ਖੜਕਾਏ। ਕਿਸੇ ਨੇ ਕਿਹਾ ਸ਼ਹਿਦ ਹੈ ਹੀ ਨਹੀਂ, ਤਾਂ ਕਿਸੇ ਨੇ ਕਿਹਾ ਮੈਂ ਤੈਨੂੰ ਕਿਉਂ ਦੇਵਾਂ, ਤੂੰ ਹੈ ਕੌਣ, ਤੈਨੂੰ ਜਾਣਦੇ ਨਹੀਂ, ਤੈਨੂੰ ਕਿਉਂ ਸ਼ਹਿਦ ਦਈਏ। ਹੁਣ ਵਿਚਾਰਾ ਪਰੇਸ਼ਾਨ ਹੋ ਗਿਆ, ਕਿਉਂਕਿ ਤਕਲੀਫ ਬੜੀ ਹੈ ਸਰੀਰ 'ਚ, ਸ਼ਹਿਦ ਕਿਤੇ ਉਹ ਮਿਲ ਨਹੀਂ ਰਿਹਾ। ਸੋ ਲੱਭਦਾ ਲੱਭਦਾ ਪੂਰੇ ਨਗਰ 'ਚ ਘੁੰਮ ਲਿਆ, ਪਰ ਕਿਤੇ ਉਹ ਸ਼ਹਿਦ ਨਹੀਂ ਮਿਲਿਆ। ਆਖਰ ਬਾਦਸ਼ਾਹ ਦੇ ਮਹਿਲ ਦੇ ਸਾਹਮਣੇ ਦੀ ਗੁਜ਼ਰ ਰਿਹਾ ਹੈ, ਕਿਉਂਕਿ ਉਸੇ ਨਗਰ ਵਿੱਚ ਬਾਦਸ਼ਾਹ ਦਾ ਮਹਿਲ ਵੀ ਸੀ। ਜਦੋਂ ਬਾਦਸ਼ਾਹ ਦੇ ਮਹਿਲ ਦੇ ਮੋੜ ਦੀ ਗੁਜ਼ਰਿਆ ਤਾਂ ਉਸਲੇ ਉਹਦੇ ਮਨ 'ਚ ਆਇਆ ਕਿ ਸਾਰੇ ਨਗਰ 'ਚੋਂ ਤਾਂ ਨਾ ਹੋ ਗਈ, ਇੱਕ ਵਾਰ ਬਾਦਸ਼ਾਹ ਦੇ ਮਹਿਲ 'ਚੋਂ ਵੀ ਪੁੱਛ ਲਵਾਂ, ਸ਼ਾਇਦ ਇੱਥੋਂ ਹੀ ਮਿਲ ਜਾਵੇ, ਕਿਉਂਕਿ ਮੇਰੀ ਵੀ ਜ਼ਿੰਦਗੀ ਔਰ ਮੌਤ ਦਾ ਸਵਾਲ ਹੈ। ਜੇ ਨਾ ਮਿਲਿਆ ਤਾਂ ਮੇਰੇ ਦਰਦ ਨਾਲ ਮੇਰੀ ਜਾਨ ਲੈ ਲੈਣੀ ਹੈ। ਇਸ ਲਈ ਹਿੰਮਤ ਕੀਤੀ। ਸਾਹਮਣੇ ਇੱਕ ਸੈਨਿਕ ਸੀ, ਸ਼ਾਮ ਦਾ ਸਮਾਂ, ਸਾਹਮਣੇ ਸੈਨਿਕ, ਤਾਂ ਸੈਨਿਕ ਨੂੰ ਕਹਿ ਰਿਹਾ ਹੈ ਭਾਈ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦੇ, ਇੰਨਾ ਕੁ ਕੋਲੀ ਭਰ ਸ਼ਹਿਦ ਚਾਹੀਦਾ ਹੈ, ਕਿਉਂਕਿ ਮੈਂ ਦਵਾਈ ਤਿਆਰ ਕਰਨੀ ਹੈ। ਵੈਦ ਨੇ ਕਿਹਾ ਇੱਕ ਕੋਲੀ ਸ਼ਹਿਦ ਦੀ ਲਿਆ, ਤੈਨੂੰ ਦਵਾਈ ਦੇ ਦੂੰ, ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ, ਇੱਕ ਸ਼ਹਿਦ ਦੀ ਕੋਲੀ ਲਿਆ ਦੋ, ਕਿਉਂਕਿ ਪਤਾ ਸੀ ਮਹਿਲ 'ਚ ਤਾਂ ਕੋਈ ਕਮੀ ਹੋ ਨਹੀਂ ਸਕਦੀ। ਤਾਂ ਕਿ ਉਹ ਸੈਨਿਕ ਕੀ ਕਹਿੰਦਾ ਹੈ, ਕਹਿੰਦਾ ਚੱਲ ਚੱਲ ਪਿੱਛੇ, ਇਹ ਮੰਗਣ ਦਾ ਟਾਈਮ ਹੈ, ਕਿੱਥੇ ਮੰਗਣਾ ਹੈ, ਚੱਲ ਪਿੱਛੇ ਹੋ। ਹਾਲੇ ਉਹ ਡਾਂਟ ਰਿਹਾ ਸੀ, ਕੁਦਰਤੀ ਉਹ ਸ਼ਾਮ ਦਾ ਸਮਾਂ ਬਾਦਸ਼ਾਹ ਸੈਰ ਕਰਨ ਵਾਸਤੇ ਮਹਿਲ 'ਚੋਂ ਬਾਹਰ ਆ ਰਿਹਾ ਸੀ। ਬਾਦਸ਼ਾਹ ਦੀ ਨਜ਼ਰ ਪੈ ਗਈ ਕਿ ਉਹ ਸਾਹਮਣੇ ਕੋਈ ਆਦਮੀ ਖੜਾ ਜਿਹਨੂੰ ਸੈਨਿਕ ਡਾਂਟ ਕੇ ਪਾਸੇ ਕਰ ਰਿਹਾ, ਪਿੱਛੇ ਨੂੰ ਕਰ ਰਿਹਾ ਹੈ। ਬਾਦਸ਼ਾਹ ਨੇ ਪੁੱਛਿਆ ਸੈਨਿਕ ਨੂੰ, ਹਾਂ ਵੀ ਕੀ ਗੱਲ ਹੋ ਰਹੀ ਸੀ, ਕੌਣ ਸੀ ਉਹ? ਕਹਿੰਦਾ ਮਾਰੇ ਕੋਈ ਮੰਗਣ ਵਾਲਾ ਸੀ, ਕਹਿੰਦਾ ਮੈਨੂੰ ਸ਼ਹਿਦ ਚਾਹੀਦਾ ਹੈ, ਵੈਦ ਨੇ ਕਿਹਾ ਦਵਾਈ ਤਿਆਰ ਕਰਨੀ ਹੈ, ਪੂਰੇ ਪਿੰਡ 'ਚੋਂ ਪੂਰੇ ਨਗਰ 'ਚੋਂ ਨਹੀਂ ਮਿਲਿਆ, ਤਾਂ ਤੁਸੀਂ ਮੈਨੂੰ ਸ਼ਹਿਦ ਦੇ ਦਿਓ। ਬਾਦਸ਼ਾਹ ਕਹਿੰਦਾ ਅੱਛਾ ਬੁਲਾਓ ਜ਼ਰਾ ਉਸਨੂੰ। ਸਾਹਮਣੇ ਖੜਾ ਸੀ, ਉਹ ਆ ਗਿਆ। ਬਾਦਸ਼ਾਹ ਕਹਿੰਦੇ ਹਾਂ ਦੱਸ ਕੀ ਗੱਲ ਹੈ? ਕਹਿੰਦਾ ਮਹਾਰਾਜ ਮੈਨੂੰ ਇੱਕ ਕੋਲੀ ਸ਼ਹਿਦ ਦੀ ਚਾਹੀਦੀ ਹੈ। ਡਰਦੇ ਡਰਦੇ ਨੇ ਕਿਹਾ ਕਿਉਂਕਿ ਮੇਰੀ ਇੱਕ ਬਿਮਾਰੀ ਹੈ। ਵੈਦ ਕਹਿੰਦਾ ਮੇਰੇ ਕੋਲ ਸਾਰਾ ਸਮਾਨ ਹੈ, ਬਸ ਸ਼ਹਿਦ ਹੈ ਨਹੀਂ ਜਿਹ 'ਚ ਮਿਲਾ ਕੇ ਤੈਨੂੰ ਦਵਾਈ ਦੇਣੀ ਹੈ। ਸੋ ਮਹਾਰਾਜ ਪੂਰੇ ਨਗਰ 'ਚ ਘੁੰਮ ਲਿਆ, ਕਿਤੇ ਉਹ ਸ਼ਹਿਦ ਨਹੀਂ ਮਿਲਿਆ। ਸੋਚਿਆ ਬਾਦਸ਼ਾਹ ਦਾ ਦਰਬਾਰ ਹੈ, ਉੱਥੇ ਦਾ ਸ਼ਹਿਦ ਜ਼ਰੂਰ ਹੋਏਗਾ, ਕੋਲੀ ਸ਼ਹਿਦ ਦੀ ਮਿਲ ਜਾਵੇ ਤਾਂ ਤੁਹਾਡਾ ਬਹੁਤ ਅਹਿਸਾਨ ਹੋਏਗਾ। ਜਦੋਂ ਇੰਨੀ ਗੱਲ ਕਹੀ ਹੱਥ ਜੋੜ ਕੇ ਉਹਨਾਂ, ਤਾਂ ਬਾਦਸ਼ਾਹ ਨੇ ਨਾਲ ਹੀ ਉਹਦਾ ਵਜ਼ੀਰ ਸੀ, ਵਜ਼ੀਰ ਨੂੰ ਕਿਹਾ ਕਿ ਐ ਵਜ਼ੀਰ ਇਹਨੂੰ 7 ਘੜੇ ਸ਼ਹਿਦ ਦੇ ਦਿਓ, 7 ਮਟਕੇ, ਮਟਕਾ ਸਮਝਦੇ ਨਾ ਘੜਾ, ਕਹਿੰਦੇ 7 ਘੜੇ ਇਹਨੂੰ ਸ਼ਹਿਦ ਦੇ ਦਿਓ। ਉਹ ਵਜ਼ੀਰ ਕਹਿੰਦਾ ਮਹਾਰਾਜ ਉਹਨੇ ਇੱਕ ਕੋਲੀ ਮੰਗੀ ਹੈ, ਆ ਛੋਟੀ ਜਿਹੀ ਤਾਂ ਕੋਲੀ ਉਹਦੇ ਕੋਲ, ਤੁਸੀਂ ਉਹਨੂੰ 7 ਘੜੇ ਦੇ ਰਹੇ ਹੋ ਮਟਕੇ, ਉਹਦੀ ਜ਼ਰੂਰਤ ਇੱਕ ਕੋਲੀ ਹੈ ਔਰ ਤੁਸੀਂ 7 ਮਟਕੇ ਉਹਨੂੰ ਕਿਉਂ ਦੇ ਰਹੇ ਹੋ? ਹੁਣ ਜ਼ਰਾ ਧਿਆਨ ਦੇਣਾ, ਗੱਲ ਸਮਝਣਾ ਕਿ ਉਹਦੀ ਜ਼ਰੂਰਤ ਇੱਕ ਕੋਲੀ ਹੈ, ਉਹਨੂੰ ਇੱਕ ਕੋਲੀ ਚਾਹੀਦੀ ਸ਼ਹਿਦ ਦੀ, ਤੁਸੀਂ ਉਹਨੂੰ 7 ਮਟਕੇ ਕਿਉਂ ਦੇ ਰਹੇ ਹੋ? ਤਾਂ ਉਸ ਲਈ ਬਾਦਸ਼ਾਹ ਨੇ ਕਿਹਾ ਉਹ ਗਰੀਬ ਹੈ, ਇਸ ਲਈ ਉਹ ਆਪਣੀ ਹੈਸੀਅਤ ਦੇ ਮੁਤਾਬਿਕ ਮੰਗ ਰਿਹਾ ਹੈ, ਤਾਂ ਮੈਂ ਬਾਦਸ਼ਾਹ ਹਾਂ, ਇਸ ਲਈ ਮੈਂ ਆਪਣੀ ਹੈਸੀਅਤ ਦੇ ਮੁਤਾਬਿਕ ਉਹਨੂੰ ਦੇ ਰਿਹਾ। ਕਿਉਂਕਿ ਆਇਆ ਹੋਵੇ ਬਾਦਸ਼ਾਹ ਦੇ ਘਰ, ਇੱਕ ਕੋਲੀ ਲੈ ਕੇ ਜਾਵੇ ਤਾਂ ਸ਼ਰਮ ਦੀ ਗੱਲ ਹੈ ਮੇਰੇ ਵਾਸਤੇ ਕਿ ਬਾਦਸ਼ਾਹ ਨੇ ਕੋਲੀ ਸ਼ਹਿਦ ਦੀ ਦਿੱਤੀ। ਉਹ ਬਾਦਸ਼ਾਹ ਦੇ ਦਰ ਤੇ ਆਇਆ ਹੈ, ਉਹ ਤਾਂ ਮੰਗਤਾ ਹੈ, ਉਹਨੇ ਆਪਣੀ ਹੈਸੀਅਤ ਦੇ ਹਿਸਾਬ ਨਾਲ ਮੰਗਣਾ ਹੈ।
ਉਹ ਮੈਂ ਬਾਦਸ਼ਾਹ, ਮੈਂ ਆਪਣੀ ਹਸੀਅਤ ਦੇ ਹਿਸਾਬ ਨਾਲ ਦੇਣਾ ਹੈ। ਦਿਓ 7 ਮਟਕੇ, ਕਿਉਂਕਿ ਮੇਰੇ ਵਾਸਤੇ 7 ਮਟਕੇ ਨਥਿੰਗ, ਕੁਝ ਵੀ ਹੈ ਨਹੀਂ। ਜਿੱਦਾਂ ਸਮੁੰਦਰ 'ਚ ਕੋਈ ਪਾਣੀ ਦੀ ਬਾਲਟੀ ਭਰ ਲਵੇ ਤਾਂ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਜੇ 7 ਮਟਕੇ ਦੇ ਵੀ ਦਿੱਤੇ ਮੈਨੂੰ ਕੋਈ ਫਰਕ ਨਹੀਂ ਪੈਣਾ। ਪਰ ਦੁਨੀਆ ਤੇ ਗੱਲ ਹੋਏਗੀ ਕੀ ਕਿ ਬਾਦਸ਼ਾਹ ਦਰਬਾਰ ਤੇ ਕੋਲੀ ਲੈ ਕੇ ਗਿਆ ਸੀ ਤਾਂ 7 ਮਟਕੇ ਲੈ ਕੇ ਆਇਆ। ਸਿਫਤ ਕਿਹਦੀ ਹੋਣੀ ਹੈ? ਬਾਦਸ਼ਾਹ ਦੀ। ਇਸ ਲਈ ਤੁਹਾਨੂੰ ਇਹ ਗੱਲ ਕਿਉਂ ਦੱਸੀ ਕਿ ਤੁਸੀਂ ਵੀ ਇਹ ਸੋਚੋ ਕਿ ਜਦ ਵੀ ਮਾਲਿਕ ਦੇ ਦਰ ਤੇ ਜਾਈਏ, ਪ੍ਰੇਮ ਨਾਲ ਜਾਈਏ, ਵਿਸ਼ਵਾਸ ਨਾਲ ਜਾਈਏ, ਪੂਰੀ ਸ਼ਰਧਾ ਨਾਲ ਜਾਈਏ। ਜੇ ਪ੍ਰੇਮ ਅੰਦਰ ਹੋਏਗਾ ਤਾਂ ਯਾਦ ਰੱਖੋ, ਮੰਗਣੀ ਤੁਸੀਂ ਕੋਲੀ ਹੈ ਤਾਂ ਮਿਲਣੇ ਤੁਹਾਨੂੰ ਭੰਡਾਰ ਹੈ, ਮਟਕੇ ਹੈ ਭਰ ਭਰ ਕੇ। ਕਿਉਂਕਿ ਮਾਲਿਕ ਨੇ ਕਹਿਣਾ ਇਹ ਤਾਂ ਆਪਣੀ ਸੋਚ ਨਾਲ ਮੰਗ ਰਿਹਾ, ਤਾਂ ਮੈਂ ਜੇ ਵੱਡ ਆਪ ਤੇ ਵੱਡ ਤੇਰੀ ਦਾਤ। ਕਹਿੰਦੇ ਜਿੱਡਾ ਵੱਡਾ ਦਾਤਾ ਆਪ ਹੈ, ਉਹਦੀਆਂ ਦਾਤਾਂ ਵੀ ਉੱਡੀਆਂ ਵੱਡੀਆਂ ਹੈ। ਉਹ ਦਾਤੇ ਦਾ ਕੋਈ ਅੰਤ ਨਹੀਂ ਤੇ ਉਹਦੀਆਂ ਦਾਤਾਂ ਦਾ ਵੀ ਕੋਈ ਅੰਤ ਨਹੀਂ ਹੈ। ਇਸ ਲਈ ਜੁੜੋ ਉਸ ਦਾਤੇ ਨਾਲ ਜਿਹੜਾ ਸਭ ਦੇ ਭੰਡਾਰ ਭਰਨ ਵਾਲਾ ਹੈ, ਸਭ ਨੂੰ ਰਿਜ਼ਕ ਦੇਣ ਵਾਲਾ ਹੈ, ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਵਾਲਾ ਹੈ। ਆਪਣੇ ਉਹ ਮਾਲਿਕ ਨਾਲ ਜੁੜੋ ਤੇ ਵਿਸ਼ਵਾਸ ਰੱਖੋ, ਜੋ ਸਭ ਨੂੰ ਦੇ ਸਕਦਾ ਤੁਹਾਡੀਆਂ ਝੋਲੀਆਂ ਵੀ ਭਰ ਸਕਦਾ ਹੈ। ਬਸ ਅੰਦਰ ਵਿਸ਼ਵਾਸ ਹੋਣਾ ਚਾਹੀਦਾ। ਵਿਸ਼ਵਾਸ ਹੈ ਜਾਂ ਨਹੀਂ? ਕਹਿ ਦਿਓ ਫਿਰ, ਮੈਨੂੰ ਮੇਰੇ ਮਾਲਿਕ ਤੇ ਪੂਰਾ, ਮੈਨੂੰ ਮੇਰੇ ਮਾਲਿਕ ਤੇ ਪੂਰਾ, ਮੈਨੂੰ ਮੇਰੇ ਮਾਲਿਕ ਤੇ ਪੂਰਾ। ਕਿਉਂਕਿ ਜਿਹੜਾ ਅੰਦਰ ਵਿਸ਼ਵਾਸ ਹੁੰਦਾ ਹੈ ਉਹ ਭਰਪੂਰ ਹੋ ਕੇ ਜਾਂਦੇ, ਉਹਨਾਂ ਨੂੰ ਜੀਵਨ 'ਚ ਕਮੀ ਕੋਈ ਰਹਿੰਦੀ ਨਹੀਂ ਹੈ। ਇਸ ਲਈ ਸਮਝ ਲੈਣਾ ਸਾਰਿਆਂ ਨੇ, मेरी बात बन गई है तेरी बात करते करते, तेरे दर पे आ गया हूं तुझे याद करते करते। किसी चीज की तलब ना है आरजू ही कोई, तूने इतना भर दिया है दामन ये भरते भरते। कि तू इन्ना भर दिता मैनू, जिदा गया सी कोली लैके तो इन्ना मिल गया 7 मटके, हुण उहनूं कमी रही नहीं है। वो कहंदा मैं तो इन्ना मंगिया सी, इत्थों तो इन्ना मिल गया। ਤਾਂ ਹੀ ਕਹਿੰਦੇ ਹੁਣ ਜਦੋਂ ਦਾ ਮਾਲਿਕ ਮੈਂ ਤੇਰਾ ਹੋ ਗਿਆ, ਜਦੋਂ ਦਾ ਮੈਂ ਤੈਨੂੰ ਆਪਣਾ ਬਣਾ ਲਿਆ, ਤਾਂ ਮੇਰੇ ਜੀਵਨ ਦੀਆਂ ਸਾਰੀਆਂ ਕਮੀਆਂ ਪੂਰੀਆਂ ਹੋ ਗਈਆਂ। ਅੱਜ ਮੈਂ ਕਹਿ ਸਕਦਾ ਕਿ ਹੁਣ ਮੈਨੂੰ ਕੋਈ ਕਮੀ ਨਹੀਂ ਹੈ। ਤੂੰ ਇੰਨਾ ਮੈਨੂੰ ਭਰ ਦਿੱਤਾ ਕਿ ਮੇਰੇ ਤੋਂ ਸੰਭਾਲਿਆ ਨਹੀਂ ਜਾ ਰਿਹਾ। ਔਰ ਅਗਲੀਆਂ ਲਾਈਨਾਂ 'ਚ ਕੀ ਕਿਹਾ ਹੈ? ਤੇਰੇ ਇਸ਼ਕ ਕੀ ਬਦੌਲਤ ਮੁਝੇ ਜ਼ਿੰਦਗੀ ਮਿਲੀ ਹੈ। ਜੇ ਸਾਨੂੰ ਇਹ ਜ਼ਿੰਦਗੀ ਮਿਲੀ ਹੈ ਨਾ, ਉਹਦੇ ਪਿਆਰ ਦੀ ਵਜ੍ਹਾ ਨਾਲ ਮਿਲੀ ਹੈ, ਕਿਉਂਕਿ ਉਹ ਸਾਨੂੰ ਪਿਆਰ ਕਰਦਾ ਤਾਂ ਹੀ ਦੁਨੀਆ ਤੇ ਸਾਨੂੰ ਭੇਜਿਆ ਹੈ। ਸਮਝਦੇ ਹੋ ਕਿ ਨਹੀਂ? ਜਿਹਨੂੰ ਤੁਸੀਂ ਪਿਆਰ ਨਾ ਕਰਦੇ ਹੋਵੋ ਉਹਨੂੰ ਤੁਸੀਂ ਦੇਖਣਾ ਪਸੰਦ ਕਰੋਗੇ, ਆਪਣੇ ਘਰ 'ਚ ਬਣਨਾ ਪਸੰਦ ਕਰੋਗੇ। ਆਹ ਬੰਦਾ ਮੇਰੇ ਘਰ ਨਹੀਂ ਆਣਾ ਚਾਹੀਦਾ, ਇਹਦੀ ਸ਼ਕਲ ਦੇਖਣੀ ਪਸੰਦ ਨਹੀਂ ਹੈ, ਮੈਨੂੰ ਨਫ਼ਰਤ ਹੈ ਇਹਦੇ ਨਾਲ। ਇਦਾਂ ਹੁੰਦੀ ਹੈ ਕਿ ਨਹੀਂ? ਵਿਆਹ ਸ਼ਾਦੀ ਆਂਦੀ, ਉਹ ਸਾਰਿਆਂ ਨੂੰ ਕਾਰਡ ਦੇਣੀ, ਉਹਨੂੰ ਕਾਰਡ ਨਹੀਂ ਦੇਣਾ, ਨਫ਼ਰਤ ਹੈ ਮੈਨੂੰ ਉਹਦੇ ਨਾਲ। ਜਿਹਦੇ ਨਾਲ ਬੰਦਾ ਨਫ਼ਰਤ ਕਰਦਾ ਉਹਨੂੰ ਆਪਣੇ ਘਰ ਨਹੀਂ ਵੜਨ ਦਿੰਦਾ। ਤਾਂ ਜੇ ਤੁਹਾਨੂੰ ਰੱਬ ਨੇ ਆਪਣੇ ਸੰਸਾਰ 'ਚ ਭੇਜਿਆ ਹੈ, ਆਪਣੇ ਘਰ 'ਚ ਭੇਜਿਆ, ਤਾਂ ਜ਼ਰਾ ਸੋਚੋ ਤੁਹਾਡੇ ਨਾਲ ਕਿੰਨਾ ਪਿਆਰ ਕਰਦਾ, ਤਾਂ ਹੀ ਉਹਨਾਂ ਤੁਹਾਨੂੰ ਇਹ ਭੇਜਿਆ ਹੈ। ਜ਼ਰਾ ਸਮਝ ਲਓ। ਹੁਣ ਕੋਈ ਤੁਹਾਡਾ ਰਿਸ਼ਤੇਦਾਰ ਆਵੇ, ਕਵੇ ਲੈ ਭਾਈ ਆ ਘਰ ਦੀ ਚਾਬੀ, ਉਹ ਕੋਠੀ 'ਚ ਰਹਿ, 30 ਸਾਲ 40 ਸਾਲ 50 ਸਾਲ ਜਿੰਨੀ ਤੇਰੀ ਉਮਰ ਹੈ ਰਹਿ ਉਹ ਕੋਠੀ 'ਚ। ਤਾਂ ਤੁਸੀਂ ਕਹਿਣਾ ਕਿੰਨਾ ਰਿਸ਼ਤੇਦਾਰ ਪਿਆਰ ਕਰਦਾ ਹੈ ਮੈਨੂੰ, ਕਿੰਨੀ ਮੇਰੇ ਨਾਲ ਮੁਹੱਬਤ ਕਰਦਾ, ਪੂਰੀ ਕੋਠੀ ਮੈਨੂੰ ਦੇ ਦਿੱਤੀ। ਸਾਰੀ ਜ਼ਿੰਦਗੀ ਅਸੀਂ ਉਹਦਾ ਅਹਿਸਾਨ ਮੰਨਣਾ ਹੈ, ਮੰਨਣਾ ਕਿ ਨਹੀਂ? ਧੰਨਵਾਦ ਹੈ ਰਿਸ਼ਤੇਦਾਰ ਦਾ ਜਿਹਨੇ ਐਡੀ ਵੱਡੀ ਕੋਠੀ ਅਸੀਂ 1 ਰੁਪਿਆ ਨਹੀਂ ਖਰਚਿਆ ਮੈਨੂੰ ਦੇ ਦਿੱਤੀ। ਧੰਨਵਾਦ ਹੈ ਰਿਸ਼ਤੇਦਾਰ ਦਾ, ਕਹਿਣਾ ਕਿ ਨਹੀਂ? ਜਵਾਬ ਦਿਓ ਸਾਨੂੰ। जरा सोचे कि रिश्तेदार 5 मरलियां च बनी कोठी तुहानू दे देवे, गिफ्ट कर देवे, तो तुसी ओहदा धन्नवाद करदे हो। ओ परमात्मा ने तुहानू किड्डी वड्डी जिंदगी दित्ती, किड्डे वड्डे संसार ते भेजिया तुहानू, कदी ओहदा भी धन्नवाद कीता तुसी? कि शुक्रिया परमात्मा तू सानू ये जिंदगी दित्ती है, जीवन दिता, ये संसार ते भेजिया, ओहदा शुक्र करो। जदों ओहदा शुकराना कर लिया, सिख लिया ना, तो फिर देखो ये शुक्र करना, विश्वास करना साडे जीवन दी तारां नू साडे रब नाल जोड़ दिंदियां है। और जदों ये तारां रब नाल जुड़ जांदियां तो साडे जीवन च खुशियां भी आनियां शुरू हो जांदियां है। इसलिए तेरे इश्क की बदौलत मुझे जिंदगी मिली है, हर सांस कर दूं अपना तेरे नाम मरते मरते। कि हुण तू मैनू जिंदगी दित्ती है मेरे मालिक, इसलिए मैं अपना हर साह तेरे नाम कर देवां। इसलिए हर साह नाल ओहदा शुक्र करो, हर साह नाल अपने रब नू याद करो। और आखिरलियां लाइनां च शायर ने की लिखिया है कि तेरा हो के जी रहा जो, तेरा हो के जी रहा जो, उसे मौत क्या डराए। जिदा ही दस्सिया ना लोकी मौत तो डर जाते हैं। आ करोना की गल की, लोकी डरते सी करोना तो, पर असीं क्यों नहीं डरे? पता क्यों नहीं डरे असीं? क्योंकि सारिਆਂ ने मास्क ला के घूमना, ग्लव्स पा के घूमना। पर पुछ लो लड़कियां नूं ਜਿਹੜੇ सेवादार रहंदे, एक दिन भी मास्क नहीं ला ਜਾਂਦੇ। हाँ चलो किते पुलिस वाले ने कहना मालको माड़े गड्डी च ला लो माड़े, पर वो भी माड़े उन्हां सामने लाना, फिर अगे ला देना असीं। समझदे हो कि नहीं? पर सानू एक लाण ਉਹ ਜਿਹੜੇ डरदे है, क्योंकि ਜਿਹੜਾ ਉਹਦਾ हो गया, तेरा हो के जी रहा जो, ਜਿਹੜਾ ਉਹਦਾ हो के जीदा है ना, उसे मौत क्या डराए। ਜਿਹੜਾ ਉਹਦਾ ਹੋ ਕੇ ਜੀਂਦਾ ਹੈ ਉਹਨੂੰ ਆਪਣਾ ਬਣਾ ਕੇ ਜੀਂਦਾ, ਮੌਤ ਤੋਂ ਨਹੀਂ ਡਰਦਾ।
तेरा हो के जी रहा जो, उसे मौत क्या डराए, आती है पास उसके खुद मौत डरते डरते। मेरी बात बन गई है तेरी बात करते करते, कि जेड़ा तेरा हो के जींदा है ना, ਉਹਨੂੰ मौत भी डरा नहीं सकती। उल्टा ਹੁੰਦਾ है, मौत भी ਉਹਦੇ ਕੋਲ डरदी डरदी आंदी है कि भाई ये रब दा प्यारा है, जे ਇਹਦੇ ਕੋਲ ਗਿਆ ਤਾਂ ਕਿਤੇ ਮੈਨੂੰ ਕੁਝ ਨਾ ਕਹਿ ਦੇਵੇ। इसलिए इदां दी तुहाडी मुहब्बत होनी चाहिए है, प्यार होना चाहिए अपने मालिक दे नाल, अपने परमात्मा नाल, कि तुसी ना डरो बल्कि दुख तुहानू देख के डर जाण। इन्ना तुहाडा बड़ा विश्वास होना चाहिए है। हुण इहनूं इदां समझ लो, एक वो इंसान है जो बिल्ली तो डरदा है, ते एक वो इंसान है जो जांदा है तो बिल्लियां उहनूं देख के डरदियां है। समझदे हो कि नहीं? हुण मजा किहदी जिंदगी दा है? जिहड़ा बिल्लियां नूं देख के डर रहा है, उहदी जिंदगी दा मजा है, ਜਾਂ ਜਿਹਨੂੰ ਦੇਖ ਕੇ ਬਿੱਲੀਆਂ ਡਰ ਕੇ ਦੌੜ ਜਾਣ ਉਹਦੀ ਜ਼ਿੰਦਗੀ ਦਾ ਮਜ਼ਾ ਹੈ? ਜਵਾਬ ਦਿਓ ਸਾਨੂੰ। ਕਿਉਂਕਿ ਜਿਹੜਾ ਆਪ ਡਰਦਾ ਹੋਵੇ ਉਹ ਜਿੱਥੇ ਜਾਏਗਾ ਡਰ ਡਰ ਕੇ ਜਾਏਗਾ, ਕਿਤੇ ਇੱਥੋਂ ਨਾ ਕੁਝ ਹੋ ਜਾਵੇ, ਉੱਥੋਂ ਨਾ ਕੁਝ ਹੋ ਜਾਵੇ, ਉਹਦੀ ਜ਼ਿੰਦਗੀ 'ਚ ਸਦਾ ਡਰ ਰਹੇਗਾ। ਤਾਂ ਜਿਹਦੇ ਅੰਦਰ ਇੰਨੀ ਹਿੰਮਤ ਹੋਏਗੀ, ਹੌਸਲਾ ਹੋਏਗਾ ਕਿ ਕੋਈ ਚੀਜ਼ ਉਹਨੂੰ ਡਰਾ ਹੀ ਨਹੀਂ ਸਕਦੀ, ਉਹਦੀ ਜ਼ਿੰਦਗੀ ਜ਼ਿੰਦਗੀ ਹੈ, ਉਹ ਜਿੱਥੇ ਜਾਏਗਾ ਨਿਡਰ ਹੋ ਕੇ ਜਾਏਗਾ। ਇਸੇ ਤਰ੍ਹਾਂ ਮਜ਼ਾ ਇਹ ਹੈ ਕਿ ਆਪਣੇ ਮਾਲਿਕ ਤੇ ਇੰਨਾ ਪਿਆਰ ਹੋਵੇ, ਇੰਨਾ ਵਿਸ਼ਵਾਸ ਭਰ ਜਾਵੇ ਸਾਡੇ ਅੰਦਰ कि असी दुखों तो ना डरिए, परेशानियां तो ना डरिए, बल्कि परेशानियां दुख साडे प्रेम नूं देख के, विश्वास नूं देख के डर जाण। समझ रहे हो कि नहीं? इस करके अपने अंदर प्रेम पैदा करो, अपने अंदर विश्वास पैदा करो, क्योंकि किसी छोटी ताकत ने तुहानूं पैदा नहीं किया, तुहानूं पैदा करने वाली शक्ति बहुत बड़ी है। मानते हो कि नहीं? पहली गल तो यही दस दो कि तुहानूं जन्म किहने दिता है? जवाब दिओ सानूं। क्योंकि ਜਿਹੜੇ ਹਿਸਾਬ ਨਾਲ ਹੁੰਦਾ ਨਾ, ਜਿਹੜੀ ਚੀਜ਼ ਆਟੇ ਤੋਂ ਬਣੀ ਹੈ, ਬੰਦੇ ਨੇ ਕਹਿਣਾ ਆਟੇ ਤੋਂ ਬਣੀ ਹੈ, ਤਾਂ ਆਟੇ ਦੀ ਜਿੰਨੀ ਕੁ ਤਾਕਤ ਹੁੰਦੀ ਹੈ ਉਨੀ ਕੁ ਤਾਕਤ ਇਹ ਚੀਜ਼ ਦੀ ਹੋਣੀ ਹੈ। ਜਿਹੜੀ ਚੀਜ਼ ਸ਼ੱਕਰ ਤੋਂ ਬਣੀ ਹੈ ਤਾਂ ਜਿਹੜੇ ਤੱਤ ਸ਼ੱਕਰ ਅੰਦਰ ਹੁੰਦੇ ਆ ਉਹੀ ਚੀਜ਼ ਅੰਦਰ ਹੋਣੇ ਆ। ਸਮਝਦੇ ਹੋ ਕਿ ਨਹੀਂ? ਜਿਹੜੀ ਚੀਜ਼ ਨਮਕ ਤੋਂ ਬਣੀ ਹੈ ਤਾਂ ਉਹ ਜਿਹੜੇ ਗੁਣ ਨਮਕ ਅੰਦਰ ਉਹੀ ਉਹ ਚੀਜ਼ ਅੰਦਰ ਹੋਣੇ ਆ। ਹੋਣੇ ਆ ਕਿ ਨਹੀਂ? ਹੁਣ ਜਿਹੜੀ ਚੀਜ਼ ਤੋਂ ਉਹ ਚੀਜ਼ ਬਣੀ ਹੁੰਦੀ ਹੈ ਨਾ, ਉਹਦੇ ਗੁਣ ਉਹਦੇ ਅੰਦਰ ਹੁੰਦੇ ਆ। ਤਾਂ ਤੁਸੀਂ ਕਿਸ ਚੀਜ਼ ਤੋਂ ਬਣੇ ਹੋ? ਤੁਸੀਂ ਬਣੇ ਹੋ ਉਹਦੇ ਨੂਰ ਤੋਂ, ਉਹਦੀ ਸ਼ਕਤੀ ਤੋਂ, ਉਹਦੇ ਨੂਰ ਤੋਂ ਤੁਸੀਂ ਬਣੇ ਹੋ। ਇਸ ਕਰਕੇ ਉਹਦਾ ਨੂਰ ਤੁਹਾਡੇ ਅੰਦਰ ਹੈ। ਬਸ ਉਹਨੂੰ ਪਹਿਚਾਨ ਲਓ, ਉਹਨੂੰ ਜਾਣ ਲਓ, ਤਾਂ ਤੁਹਾਡੇ ਅੰਦਰ ਤਾਂ ਉਹ ਸ਼ਕਤੀ ਹੈ, ਉਹ ਤਾਕਤ ਹੈ ਕਿ ਅਗਰ ਉਹ ਤਾਕਤ ਨੂੰ ਜਾਣ ਲਿਆ, ਪਹਿਚਾਨ ਲਿਆ, ਤਾਂ ਤੁਸੀਂ ਪੂਰੀ ਦੁਨੀਆ ਨੂੰ ਜਿੱਤ ਸਕਦੇ ਹੋ। ਸਮਝਦੇ ਹੋ ਕਿ ਨਹੀਂ? ਇਸ ਲਈ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਣਾ। ਜਿੱਦਾਂ ਅਸੀਂ ਕਹੀਦਾ ਨਾ, ਮਹਿਸੂਸ ਕਰੋ ਮੈਂ ਇੱਕ ਸ਼ਕਤੀਸ਼ਾਲੀ, ਕਿ ਮੈਂ ਸ਼ਰੀਰ ਨਹੀਂ ਹਾਂ, ਇਹ शरीर तो मिट्टी है, मेरे नूं चलाने वाली शक्ति तो आत्मा है। जब तक शरीर अंदर है, चल रहा है, तो जदों निकल गई तो शरीर गिर जाना है। इसलिए जे तुसी शरीर हुंदे तो जदों आत्मा निकल जाती है तो शरीर तो फिर भी पिया हुंदा, फिर नहीं बोलते, फिर नहीं सुनते, फिर नहीं चलते। ਇਹਦਾ मतलब शरीर साधन है, तुसी शरीर नहीं हो, तुसी आत्मा हो। जदों तक असीं शरीर समझे बैठांगे, अपने आप नूं डरी जावांगे, तो जदों अपने असली रूप नूं जान लिया, मैं शरीर नहीं हाँ, मैं आत्मा हाँ, तो उसले सानू अपनी ताकत की पहचान होएगी। और यही चीज तो श्री कृष्ण ने गीता अंदर अर्जुन नूं दसी कि आत्मा अमर है, वो कभी मर नहीं सकती, ना उन्होंने कोई अस्त्र ना शस्त्र कट सकता है, भेद सकता है, ना उन्होंने अग साड़ सकती है, ना पानी डबो सकता, ना हवा उड़ा सकती। कहते वो शक्ति है तू। अर्जुन अपनी शक्ति नूं पहचान। तो असीं तुहानूं कहांगे तुसीं भी अपनी शक्ति नूं पहचानो। इसलिए कह दो अंदरों कि मैं एक शक्तिशाली, मैं एक शक्तिशाली, मैं एक शक्तिशाली। ढिले जे हो के ना कहो, क्योंकि शक्तिशाली तो इदा मुठियां बंद कर ला ना। देखो हुण आ सानू देखो पसीना किदा आ गया है, तुसीं भी इदा कहो फिर या जोश दे नाल। क्योंकि जे अपने दुखों नूं दूर करना है ना, तो याद रखो जिन्नी तुहाडी आत्मिक शक्ति तुहानूं वधेगी ना, उन्ने तुहाडे शरीरिक दुख दूर हुंदे चले जाणगे। तो जिन्नी तुहाडी आत्मिक शक्ति घटती जाएगी, यानी कहने का मतलब अपनी आत्मा तो दूर होंदे जाओगे, अपने आप को शरीर ही समझी जाओगे, तो छोटी छोटियां चीज़ां भी तुहानूं दबा पाणगियां, दबा लैणगियां। दबा लैण का मतलब ऐदा दब लैणगियां, तुहानूं उठण नहीं देणगियां। तो जिसले तुहानूं पता लगेगा कि मेरे अंदरों परम शक्तिशाली परमात्मा है। हुण जरा गौर करना, हाले तक तुसीं शरीर की ताकत नूं जाणिया है, हाले तक तुसीं आत्मा की ताकत नूं नहीं जाणिया। जरा गौर करना, शरीर की भी शक्ति हुंदी है, मन की भी शक्ति हुंदी, तो आत्मा की भी एक शक्ति हुंदी है। इहनूं जानन वास्ते जिद्दां असीं एक दसीदा हुंदा है कि एक आदमी सारा दिन काम करता है, सारा दिन काम करके थक जाता है,
ਤਾਂ ਸ਼ਾਮ ਨੂੰ ਘਰ ਆਂਦਾ ਸੋਚਦਾ ਕਿ ਅੱਜ ਬੜਾ ਥੱਕ ਹੋ ਗਿਆ, ਹੁਣ ਤਾਂ ਜਾ ਕੇ ਬਸ ਖਾਣਾ ਖਾ ਕੇ ਲੰਮੇ ਪੈ ਜਾਣਾ, ਕੰਮ ਹੀ ਕੋਈ ਨਹੀਂ ਕਰਨਾ। ਇੰਨਾ ਥੱਕਿਆ ਪਰੇਸ਼ਾਨ, ਐਨ ਹੌਲੀ ਹੌਲੀ ਘਰ ਵੱਲ ਜਾ ਰਿਹਾ ਹੈ। ਪੈਰ ਵੀ ਇੰਨੇ ਭਾਰੀ ਹੈ ਕਿ ਤੁਰਨ ਨੂੰ ਵੀ ਦਿਲ ਨਹੀਂ ਕਰਦਾ। ਹੁਣ ਤਾਂ ਕਰਦਾ ਇੰਨਾ ਥੱਕ ਗਿਆ ਕੋਈ ਚੱਕ ਕੇ ਘਰ ਛੱਡ ਦੇਵੇ। ਕਦੀ ਹੋਇਆ ਤੁਹਾਡੇ ਨਾਲ ਇਦਾਂ? ਜਵਾਬ ਦੇਣਾ ਕਿ ਇੰਨਾ ਥੱਕ ਗਏ ਹੋਵੋ। ਕਦੀ ਬੰਦਾ ਸਾਰੀ ਸਾਰੀ ਰਾਤ ਜਾਗਦਾ, ਵਿਆਹਾਂ ਸ਼ਾਦੀਆਂ ਤੋਂ ਬਾਅਦ ਕੇ ਹੁਣ ਤਾਂ 2 ਰਾਤਾਂ ਹੋ ਗਈਆਂ ਜਾਗਦਿਆਂ ਨੂੰ, ਇੰਨਾ ਥੱਕ ਗਏ ਹੁਣ ਤਾਂ 2 ਕਦਮ ਨਹੀਂ ਪੁੱਟ ਹੁੰਦੇ। ਹੋ ਜਾਂਦਾ ਕਿ ਨਹੀਂ ਇਦਾਂ? ਕਿਹਦੇ ਕਿਹਦੇ ਨੇ ਇਦਾਂ ਹੋਇਆ? ਜਰਾ ਹੱਥ ਖੜਾ ਕਰਕੇ ਦੱਸਿਓ। ਦੇਖੋ ਕਾਫੀ ਜੀਵ ਹੈ ਇੱਥੇ। ਇੰਨਾ ਥੱਕ ਗਏ ਕਿ ਹੁਣ ਦਿਲ ਕਰਦਾ 2 ਕਦਮ ਨਾਲ ਚੱਲੀਏ। ਹੁਣ ਇੱਕ ਤੁਹਾਨੂੰ ਸਵਾਲ ਪੁੱਛਣਾ, ਜਵਾਬ ਦਿਓ ਤੁਸੀਂ ਸਾਨੂੰ। ਫਰਜ਼ ਕਰੋ ਤੁਸੀਂ 2 ਦਿਨ ਦੇ ਨਾ ਸੁੱਤੇ ਹੋ, ਬੜਾ ਕੰਮ ਕੀਤਾ, ਹੁਣ ਥੱਕੇ ਥੱਕੇ ਤੁਸੀਂ ਜਾ ਰਹੇ ਹੋ ਹੌਲੀ ਹੌਲੀ, ਏਦਾਂ ਢਿੱਲੇ ਹੋ ਕੇ ਤੁਰੇ ਹੋ ਕਿ ਹੁਣ ਜਾਨ ਹੀ ਨਹੀਂ ਹੈ। ਅਚਾਨਕ ਕੀ ਹੁੰਦਾ ਹੈ? ਅਚਾਨਕ ਤੁਸੀਂ ਦੇਖਦੇ ਹੋ ਪਿੱਛੇ ਕੁੱਤਾ ਦੌੜਾ ਆ ਰਿਹਾ ਤੁਹਾਨੂੰ ਫੜਨ ਵਾਸਤੇ। ਕੁੱਤਾ ਏਦਾਂ ਬਹੁ ਬਹੁ ਕਰਦਾ ਆ ਰਿਹਾ ਹੈ, ਦੰਦ ਕੱਢੇ ਹੋਏ ਹੈ। ਹੁਣ ਤੁਹਾਨੂੰ ਦੇਖ ਕੇ ਜ਼ਰਾ ਗੌਰ ਕਰੋ, ਕੁੱਤਾ ਦੌੜਾ ਆ ਰਿਹਾ ਤੁਹਾਡੇ ਵੱਲ। ਹੁਣ ਤੁਸੀਂ ਕੀ ਕਰੋਗੇ? ਆ ਜਾ ਖਾ ਲੈ, ਵੱਢ ਲੈ ਦੰਦੀ ਭਾਈ, ਮੇਰੇ ਤੋਂ ਦੌੜ ਨਹੀਂ ਹੁੰਦਾ, ਵੱਢ ਲੈ, ਮੁੱਝ ਮਾਰ ਲੈ। ਏਦਾਂ ਕਰੋਗੇ ਜਾਂ ਦੌੜੋਗੇ ਤੁਸੀਂ? ਜਵਾਬ ਦਿਓ ਸਾਨੂੰ, ਜਵਾਬ ਦਿਓ। ਦੌੜੋਗੇ ਨਾ। ਹੁਣ ਜਿੰਨੀ ਮਰਜ਼ੀ ਥਕਾਵਟ ਹੋਵੇ, ਸਾਰੀ ਥਕਾਵਟ ਏਦਾਂ ਦੂਰ ਹੋ ਜਾਣੀ ਕਿਉਂਕਿ ਮੌਤ ਸਾਹਮਣੇ ਆਣੀ ਦੇਖ ਕੇ ਤੁਸੀਂ ਤੇਜ਼ੀ ਨਾਲ ਗੋਲੀ ਵਾਂਗੂ ਦੌੜਨਾ। ਹੁਣ ਉਹ ਤਾਕਤ ਕਿੱਥੋਂ ਆਈ ਫਿਰ? ਹੁਣੇ 10 ਮਿੰਟ ਪਹਿਲਾਂ ਤਾਂ ਤੁਸੀਂ ਕਹਿ ਰਹੇ ਤੁਰਨ ਦੀ ਤਾਕਤ ਨਹੀਂ ਹੈ, ਹਿੰਮਤ ਨਹੀਂ ਹੈ। ਹੁਣੇ ਮੌਤ ਨੂੰ ਸਾਹਮਣੇ ਦੇਖ ਕੇ ਗੋਲੀ ਨਾਲ ਵੀ ਤੇਜ਼ ਸਪੀਡ ਹੋ ਗਈ ਤੁਹਾਡੀ। ਉਹ ਤਾਕਤ ਕਿੱਥੋਂ ਆਈ? ਉਹ ਤਾਕਤ ਦਿੱਤੀ ਤੁਹਾਡੇ ਖਤਰੇ ਨੂੰ ਦੇਖ ਕੇ ਤੁਹਾਡੇ ਮਨ ਨੇ, ਕਿਉਂਕਿ ਮਾਨਸਿਕ ਪਾਵਰ ਉਸ ਲਈ ਕੰਮ ਆਈ ਤੁਹਾਡੇ। ਹੁਣ ਜ਼ਰਾ ਸੋਚੋ, ਇਹ ਖਤਰੇ ਨੂੰ ਦੇਖ ਕੇ ਮਾਨਸਿਕ ਪਾਵਰ ਤੁਹਾਨੂੰ ਇੰਨੀ ਤਾਕਤ ਦਿੰਦੀ, ਤੁਸੀਂ ਦੌੜਨ ਨੂੰ ਤਿਆਰ ਹੋ ਜਾਂਦੇ ਹੋ। ਹਾਲਾਂਕਿ ਤੁਸੀਂ ਕਹਿੰਦੇ ਹੋ ਸਰੀਰ ਟੁੱਟ ਗਿਆ। ਇਹਦਾ ਮਤਲਬ ਤਾਕਤ ਦੇ ਅੰਦਰ ਸਟੋਰੇਜ ਹੈ, ਤੁਹਾਡੇ ਅੰਦਰ ਤਾਕਤ ਦੀ ਸਟੋਰੇਜ ਹੈ, ਤਾਂ ਹੀ ਤਾਂ ਨਿਕਲੀ, ਤੁਸੀਂ ਉਹਨੂੰ ਇਸਤੇਮਾਲ ਕੀਤਾ। ਹੁਣ ਜੇ ਮਨ ਦੀ ਤਾਕਤ ਨਾਲ ਤੁਸੀਂ ਕੁੱਤੇ ਤੋਂ ਦੌੜ ਕੇ ਘਰ ਤੱਕ ਪਹੁੰਚ ਸਕਦੇ ਹੋ, ਤਾਂ ਜਦੋਂ ਤੁਸੀਂ ਆਤਮਾ ਦੀ, ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ, ਉਹ ਸਰਵ ਸ਼ਕਤੀਸ਼ਾਲੀ ਪਰਮਾਤਮਾ ਦੀ ਤਾਕਤ ਨੂੰ ਜਾਣ ਲਿਆ, ਤਾਂ ਫਿਰ ਤਾਂ ਦੁੱਖਾਂ ਤਕਲੀਫਾਂ ਪਰੇਸ਼ਾਨੀਆਂ ਦਾ ਕੋਈ ਕੁੱਤਾ ਬਿੱਲਾ ਤੁਹਾਡੇ ਨੇੜੇ ਆ ਹੀ ਨਹੀਂ ਸਕਦਾ। ਇਸ ਲਈ ਜਾਣੋ ਆਪਣੇ ਅੰਦਰਲੀ ਸ਼ਕਤੀ ਨੂੰ। ਇਹ ਵਹਿਮਾਂ ਭਰਮਾਂ ਚੋਂ ਨਿਕਲੀਏ ਔਰ ਜੁੜੀਏ ਸੱਚੇ ਸੰਤਾਂ ਗੁਰੂਆਂ ਰਹਿਬਰਾਂ ਦੇ ਚਰਨਾਂ ਦੇ ਨਾਲ। ਕਿਉਂਕਿ ਇੱਕ ਗੱਲ ਕਵਾਂਗੇ, ਮੀਆਂ ਮੁਹੰਮਦ ਬਖਸ਼ ਨੇ ਕਿਹਾ ਹੈ ਕਿ ਅੱਬਲ ਹਮਦ ਸਨਾ ਖੁਦ ਇਲਾਹੀ। ਜ਼ਰਾ ਗੌਰ ਕਰਨਾ, ਜੋ ਮਾਲਿਕ ਹਰ ਹਰ ਦਾ, ਕਹਿੰਦੇ ਅੱਬਲ ਹਮਦ ਸਨਾ ਇਲਾਹੀ, ਜੋ ਮਾਲਿਕ ਹਰ ਹਰ ਦਾ, ਉਸ ਦਾ ਨਾਮ ਚਿਤਾਰਨ ਵਾਲਾ ਕਿਸੇ ਮੈਦਾਨ ਨਹੀਂ ਹਰਦਾ। ਕਹਿੰਦੇ ਅੱਬਲ ਹਮਦ ਸਨਾ ਇਲਾਹੀ, ਕਿ ਹਮਦੇ ਸਨਾ ਯਾਨੀ ਆਪਣੇ ਰੱਬ ਨੂੰ ਯਾਦ ਰੱਖ, ਆਪਣੇ ਰੱਬ ਤੇ ਵਿਸ਼ਵਾਸ ਰੱਖ, ਉਹਨੂੰ ਹਮੇਸ਼ਾ ਯਾਦ ਰੱਖ ਜਿਹੜਾ ਹਰ ਹਰ ਦਾ ਮਾਲਿਕ ਹੈ। ਹਰ ਹਰ ਦਾ ਮਤਲਬ ਮੇਰਾ ਵੀ ਤੇਰਾ ਵੀ, ਹਰ ਸ਼ੈ ਦਾ ਮਾਲਿਕ ਉਹੀ ਹੈ। ਹਰ ਹਰ ਦਾ ਸਮਝਦੇ ਹੋ ਕਿ ਸਿਰਫ ਮੇਰਾ ਹੀ ਨਹੀਂ, ਜਾਂ ਆਪਾਂ ਕਹੀਏ ਮਾਲਿਕ ਸਿਰਫ ਮੇਰਾ ਤਾਂ ਨਹੀਂ, ਉਹ ਤੁਹਾਡਾ ਵੀ ਹੈ, ਹਰ ਇੱਕ ਦਾ ਉਹ ਹੈ। ਇਸ ਲਈ ਉਹਦੀ ਹਮਦ ਕਰੋ, ਉਹਨੂੰ ਯਾਦ ਕਰੋ, ਉਹ ਤੇ ਵਿਸ਼ਵਾਸ ਰੱਖੋ, ਕਿਉਂਕਿ ਜਿਹੜਾ ਉਹਦੇ ਨਾਮ ਨਾਲ ਜੁੜ ਜਾਂਦਾ ਹੈ ਫਿਰ ਕਿਸੇ ਮੈਦਾਨ ਨਹੀਂ ਹਾਰਦਾ, ਫਿਰ ਉਹ ਕਿਸੇ ਮੈਦਾਨ ਉਹਦੀ ਹਾਰ ਹੋ ਹੀ ਨਹੀਂ ਸਕਦੀ। ਸਮਝਦੇ ਹੋ? ਜਿੱਤਣਾ ਚਾਹੁੰਦੇ ਹੋ ਕਿ ਨਹੀਂ, ਤਾਂ ਫਿਰ ਵਿਸ਼ਵਾਸ ਰੱਖੋ ਆਪਣੇ ਮਾਲਿਕ ਤੇ, ਯਕੀਨ ਰੱਖੋ ਆਪਣੇ ਮਾਲਿਕ ਤੇ। ਹੁਣ ਸਮਾਂ ਕਾਫੀ ਹੋ ਗਿਆ, ਸਤਸੰਗ ਨੂੰ ਆਖਰਲੇ ਬਚਨਾਂ ਦੀ ਤਰਫ ਲੈ ਕੇ ਜਾਵਾਂਗੇ ਕਿਉਂਕਿ ਟਾਈਮ ਕਾਫੀ ਹੋ ਗਿਆ ਹੈ। ਪਰ ਜਾਂਦੇ ਜਾਂਦੇ ਇੱਕ ਚੀਜ਼ ਥੋੜੀ ਦੱਸ ਦੇਵਾਂਗੇ ਕਿ ਇੱਥੇ ਅਸੀਂ ਸਹਿਜ ਪ੍ਰਕਾਸ਼, ਇੱਕ ਬਹੁਤ ਪਿਆਰਾ ਗ੍ਰੰਥ ਹੈ ਜੋ ਸਹਿਜੋ ਬਾਈ ਦੀ ਬਾਣੀ ਦਾ ਗ੍ਰੰਥ ਹੈ, ਕਿਉਂਕਿ ਸਹਿਜੋ ਬਾਈ ਇੱਕ ਔਰਤ ਫਕੀਰ ਹੋਈ ਹੈ। ਉਹਨੇ ਕੀ ਕਿਹਾ ਆਪਣੇ ਵਚਨਾਂ 'ਚ? ਔਰਤ ਸੰਤ ਹੋਈ ਹੈ ਸਹਿਜੋ ਬਾਈ, ਤਾਂ ਉਹਦਾ ਜਿੰਨੀ ਵੀ ਉਹਦੀ ਬਾਣੀ ਹੈ ਉਹ ਸਹਿਜ ਪ੍ਰਕਾਸ਼ ਗ੍ਰੰਥ ਦੇ ਵਿੱਚ ਅੰਕਿਤ ਹੈ, ਉਹ 'ਚ ਲਿਖੀ ਹੋਈ ਹੈ। ਤਾਂ ਉਹਦੇ 'ਚ ਇੱਕ ਜਗ੍ਹਾ ਸਹਿਜੋ ਬਾਈ ਨੇ ਦੱਸਿਆ ਹੈ। ਹੁਣ ਜਾਂਦੇ ਜਾਂਦੇ ਸਤਸੰਗ ਦੀ ਸਮਾਪਤੀ 'ਚ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਇਨਸਾਨ ਤੇ ਪ੍ਰਭੂ ਦੀ ਕਿਰਪਾ ਕਿਉਂ ਨਹੀਂ ਹੁੰਦੀ, ਇਨਸਾਨ ਨੂੰ ਪ੍ਰਭੂ ਦੀਆਂ ਰਹਿਮਤਾਂ ਹਾਸਲ ਕਿਉਂ ਨਹੀਂ ਹੁੰਦੀਆਂ, ਉਹਦਾ ਕਾਰਨ ਕੀ ਹੈ? ਉਹਦੇ ਬਾਰੇ ਸਹਿਜੋ ਬਾਈ ਦੱਸਦੀ ਹੈ ਕਿ ਪੂਜੇ ਨਵਗ੍ਰਹ ਦੇਵਤਾ, माने मर्ग और सूत, हरी कृपा कैसे मिले जब पूत ही हुआ कपूत। भरमों में जग उलझा, भरमों में जग उलझा, नहीं किया गुरु पीर, सहजो मिले न सिंध को जूं तालाब का नीर। और अगले लाइन च की कहती है सहजो, जरा गौर करना के सतगुर कहे सो बात ना माने, जगत कहे करे सोए। सतगुर कहे
सो बात न माने जगत कहे करे सोए, गज से उतर कर कुकर पर चढ़ी है जे कोई बात ना होए। एक गल समझ नहीं सैजो ने की किया। किसी ने आके सैजो बाई नूं पुछिया सी कि महाराज एक गल दा जवाब दिओ कि परमात्मा दी किरपा साडे ते हुंदी क्यों नहीं, इंसान इन्ना दुखी क्यों है, इंसान दे उत्ते ओदी मेहर क्यों नहीं हुंदी, ओदी किरपा क्यों नहीं हुंदी। तो उस वेले ओनू समझाउण दी खातर सैजो ने जवाब दिता सी। सैजो कहंदी ओ प्रभु दी किरपा इसलिए नहीं इंसान ते हुंदी, कारण की है। हुण कारण समझ लो कि पूजे नवग्रह देवता माने मर्ग और सूत, हरी कृपा कैसे मिले जब पूत ही हुआ कपूत। वो कहंदे अज लोग नवग्रहां नूं तां पूज रहे, ग्रहां दी तां पूजा कर रहे, पर जिहड़ा ग्रहां नूं बनाउण वाला वो हरी है, वो भगवान है, वो परमात्मा है, उत्ते कोई विश्वास करदा ही नहीं है। बोलो समझदे हो कि नहीं। अज इंसान ये मान लैंदा मेरा शनि भारी है, मेरा शुक्र भारी है, मेरा ये ग्रह माड़ा, मेरा वो ग्रह चंगा। अज इन्हां दे चक्करां 'च पै के जरा गौर करना, जिन्नी कोशिश बंदा ये ग्रहां नूं खुश करन दी खातर दिन रात करन 'च लगा होया है ना, काश उन्नी देर अपने रब नूं बह के याद कर लैंदा तो सारे काम सैट हो जाने सी। इसलिए सच्चे संत सानू ग्रहां दे पिछे नहीं बुलांदे, वो कहंदे ग्रहां नूं पैदा करने वाला जो परमात्मा है ना, ओनू पकड़ लै, ओनू अपना बना लै, क्योंकि जदों ओ तेरा हो गया तो तेरे वास्ते सब आपे सैट हो जाएगा। समझ आ रही है कि नहीं साडी गल। इसलिए ये सैजो दी बाणी है कि पूजे नवग्रह देवता माने मर्ग और सूत। और कई बड़ा मर्ग नूं मनदे, सूतक नूं मनदे, मर्ग वाले घर नहीं जाना, आ सूतक वाले घर नहीं जाना। तो सैजो कहंदी है, या श्री गुरु नानक देव जी ने भी कहा, जिथे तुसीं रहिंदे हो ना, बैठदे हो, तुरदे फिरदे हो, पता नहीं किन्ने के कीड़े मकोड़े उत्थे रोज जमदे आ ते रोज मरदे है। सूतक मर्ग तो हर जगह हो रहा है। इसलिए भाई भरमा च ना उलझो, अपने रब ते विश्वास करना शुरू करो, अपने रब ते यकीन करना शुरू करो, क्योंकि जेड़ा रब ते यकीन करता है फिर कोई बुरी चीज ओदा कुछ बिगाड़ नहीं सकती। क्योंकि जिसको राखे साईया मार सके ना, बाल ना बांका कर सके जो जग बैरी। कहंदे पूरी दुनिया भी बैरी हो जावे ना, जेदी रक्षा वो साई करेगा ओदा बाल भी बिंगा नहीं हो सकता। इसलिए अपने साई ते विश्वास करना शुरू करो। इसलिए सैजो ने कहा, हरी कृपा कैसे मिले जब पूत ही हुआ कपूत। कि जे बच्चा ही अपने बाप नूं छड्ड के, अपने प्यो नूं छड्ड के, अपने रब नूं भुल के होर चीज़ां दे पिछे तुरी जावे तो फिर ओदी किरपा किदां मिलेगी। हुण तुसीं सोचो जरा, पुੱਤ तुहाडा होवे तां सेवा जाके किसे आंढी गुआंढी दी करी जावे, तो जदों जमीन जायदाद देण दा टाइम आना तुसीं कहना पुੱਤ ਉਹਨੂੰ ਕੋਈ ਲੈ ਲੈ, मैं ਤੈਨੂੰ क्यों देवां, मैनूं तां पुੱਛਿਆ नहीं सारी जिंदगी तू, क्योंकि मैं भी प्रॉपर्टी ਉਹਨੂੰ देनी है ਜਿਹੜਾ मेरी सेवा करेगा। हुंदा करी इदां? जवाब दिओ जरा सारे। हुण जरा यही सोचो, जे ओदियां रहमतां लैणियां है तो ऐसे संतां फकीरां नाल जुड़िए जो सानू ग्रहां दे चक्करां चों कढ के सिद्धा ओ रब दी ताकत नाल जोड़न, ओ परमात्मा नाल जोड़न। के जुड़ो परमात्मा दे नाल, जिहड़ा तुहानू पैदा कर सकदा है, तुहाडी संभाल भी कर सकदा है, जिहड़ा तुहानू जन्म दे सकदा है, ओ तुहाडे दुखां नू दूर भी कर सकदा है। हुण एक गल दा जवाब देना सानू, तुहानू पैदा ये ग्रहां ने कीता है या परमात्मा ने कीता है? देखिए किहड़ा इत्थे ग्रहां दा बच्चा है, कोई हत्थ खड़ा करो। मैनू आ ग्रह ने जन्म दिता सी, मैनू शनि ने जन्म दिता, मैनू शुक्र ने जन्म दिता। हुण ये दस दिओ कि किहड़ा मनदा है कि मैनू मेरे रब ने, मेरे मालिक ने, परमात्मा प्रभु ने पैदा किया है, मैनू ईश्वर ने, वो भगवान ने पैदा किया है? मानते हो ना सारे? तो फिर देखो हुण सारे उहदे बच्चे हैं, तो अज तो विश्वास भी असीं अपने भगवान ते करना, हरि ते करना, प्रभु ते करना है। ये ग्रहां गुरुआं दे चक्करां 'च नहीं पैना। हाँ, जिन्होंं लगता कोई ग्रह भारी आ जाओ साडे कोल, आपे हल्का कर देवांगे, मजाक की गल नहीं है। क्योंकि असीं इक्को ही गल कहंदे आ तुहानू कि पंडित कहते हैं हाथों की लकीरें ठीक ना हो तो जिंदगी खूबसूरत नहीं होती। पंडित कहते हैं हाथों की लकीरें ठीक ना हो तो जिंदगी खूबसूरत नहीं होती, मगर हम ये कहते हैं सर पर हो मुर्शद का हाथ तो लकीरों की जरूरत नहीं होती। ये कहते ना तेरी अखां दी लकीरां माड़ियां आ तां तेरी जिंदगी माड़ी है, आ लकीर तेरी टेढ़ी है, आ लकीर बिंगी है, छोटी है, तां ही तेरे जीवन च दुख है। जे लकीरां वधिया होंदियां जिंदगी वधिया होनी सी। पर असीं कहांगे लकीरां दी फिकर ना करो, क्योंकि रब तां उहनां नूं भी दिंदा जिन्हां दे हत्थ नहीं हुंदे। देखिया दुनिया ते तुसीं जिन्हां दे हत्थ ही कट्टे गए कि उहनां नूं रोटी कित्थों मिल रही है? जे लकीरां नाल ही मिलदी भाई, उहनां दे लकीरां ही चलियां गईयां, ਉਹ ਕਦੋਂ ਦੇ ਦੁਨੀਆ ਤੋਂ ਚਲੇ ਜਾਂਦੇ, ਪਰ ਉਹ ਵੀ ਜ਼ਿੰਦਗੀ ਜੀ ਰਹੇ ਆ, ਸੁੱਖ ਦੁੱਖ ਉਹਨਾਂ ਦੇ ਜੀਵਨ 'ਚ ਵੀ ਆ ਰਹੇ। ਇਹਦਾ ਮਤਲਬ ਲਕੀਰਾਂ ਦੀ ਲੋੜ ਨਹੀਂ ਹੈ, ਉਹਦੀਆਂ ਰਹਿਮਤਾਂ ਦੀ ਲੋੜ ਹੈ। ਕਾਹਦੀ ਲੋੜ ਹੈ? ਉਹਦੀਆਂ
ਬਸ ਜਿਹੜਾ ਇਹ ਸਮਝ ਲੈਣਾ ਮੈਨੂੰ ਉਹਦੀਆਂ ਰਹਿਮਤਾਂ ਦੀ ਲੋੜ ਹੈ, ਫਿਰ ਉਹਨੂੰ ਰਹਿਮਤ ਮਿਲਦੀ ਵੀ ਹੈ ਔਰ ਉਹਦੀ ਜ਼ਿੰਦਗੀ ਬਦਲਦੀ ਵੀ ਹੈ। ਇਸ ਲਈ ਉਹਦੀ ਰਹਿਮਤ ਤੇ ਯਕੀਨ ਕਰਨਾ, ਉਹਦੀ ਕਿਰਪਾ ਤੇ ਯਕੀਨ ਕਰਨਾ। ਸਮਝਦੇ ਹੋ ਕਿ ਨਹੀਂ? ਕਰੋਗੇ ਕਿ ਨਹੀਂ ਅੱਜ ਤੋਂ? ਇਸ ਲਈ ਪੁੱਤ ਬਣਨਾ, ਜੇ ਕਪੁੱਤ ਬਣਨਾ ਬੰਦ ਕਰ ਦਿਓ। ਅੱਜ ਤੋਂ ਕਪੁੱਤ ਬਣਨਾ ਬੰਦ ਕਰ ਦਿਓ, ਕਿਉਂਕਿ ਜੇ ਪੈਦਾ ਸਾਨੂੰ ਸਾਡੇ ਪ੍ਰਭੂ ਨੇ ਕੀਤਾ ਹੈ ਤਾਂ ਅੱਜ ਤੋਂ ਵਿਸ਼ਵਾਸ ਵੀ ਉੱਤੇ ਹੀ ਕਰਨਾ ਹੈ। ਅੱਜ ਤੋਂ ਤਾਰਾਂ ਵੀ ਉਹਦੇ ਨਾਲ ਹੀ ਜੋੜਨੀਆਂ ਹੈ। ਇਸ ਲਈ हरी कृपा कैसे मिले जब पूत ही हुआ, कपूत भरमों में जग उलझा नहीं किया गुरु पीर, सहजो मिले ना सिंध को जूं तलाब का नीर। ਕਹਿੰਦੇ ਹੈ ਕਿ ਜਿਹੜਾ ਭਰਮਾਂ 'ਚ ਹੀ ਉਲਝਿਆ ਰਹਿੰਦਾ ਹੈ, ਕਿਸੇ ਕਾਮਿਲ ਗੁਰੂ ਮੁਰਸ਼ਿਦ ਨਾਲ ਨਹੀਂ ਜੁੜਦਾ, ਉਹਦੀ ਹਾਲਤ ਪਤਾ ਕੀ ਹੁੰਦੀ ਹੈ? ਜਿੱਦਾਂ ਇੱਕ ਤਲਾਬ ਹੁੰਦਾ ਨਾ, ਛੋਟਾ ਜਿਹਾ ਛੱਪੜ, ਉਹ ਛੱਪੜ ਦਾ ਛੱਪੜ ਹੀ ਰਹਿ ਜਾਂਦਾ, ਗੰਦਾ ਹੋ ਜਾਂਦਾ, ਖਤਮ ਹੋ ਜਾਂਦਾ, ਪਰ ਕਦੀ ਸਮੁੰਦਰ ਤੱਕ ਨਹੀਂ ਪਹੁੰਚਦਾ। ਸਮੁੰਦਰ ਤੱਕ ਤਾਂ ਨਦੀ ਪਹੁੰਚਦੀ ਹੈ, ਜਿਹੜੀ ਬਹਿੰਦੀ ਹੈ ਔਰ ਇੱਕ ਦਿਨ ਸਮੁੰਦਰ ਵਿੱਚ ਲੀਨ ਹੋ ਜਾਂਦੀ ਹੈ। ਉਹ ਕਹਿੰਦੇ ਇਸੇ ਤਰ੍ਹਾਂ ਤੂੰ ਵੀ ਸੱਚੇ ਸਤਿਗੁਰ ਰੂਪੀ ਨਦੀ ਨਾਲ ਜੁੜ ਜਾ, ਕਿਉਂਕਿ ਜਿਹੜੀ ਨਦੀ ਉਹਦੇ ਤੱਕ ਜਾਂਦੀ ਹੈ ਨਾ, ਉਹ ਸਤਿਗੁਰ ਰੂਪੀ ਨਦੀ ਨਾਲ ਜੁੜ ਜਾਏਗਾ, ਉਹ ਤੈਨੂੰ ਵੀ ਉਹਦੇ ਤੱਕ ਲੈ ਜਾਣਗੇ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਜਾਣਾ ਕਿ ਨਹੀਂ ਪ੍ਰਭੂ ਤੱਕ? ਤੇ ਐਸੇ ਸੰਤ ਫਕੀਰ ਨਾਲ ਜੁੜੋ ਜੋ ਸਾਨੂੰ ਉਹਦੇ ਨਾਲ ਜੋੜ ਦੇਵੇ, ਭਰਮਾਂ ਚੋਂ ਕੱਢ ਦੇਵੇ ਸਾਨੂੰ। ਹੁਣ ਅਗਲੀ ਲਾਈਨ, ਆਖਰੀ ਲਾਈਨ 'ਚ ਸਹਿਜੋ ਕੀ ਕਹਿੰਦੀ, ਫਿਰ ਸਤਸੰਗ ਦੀ ਸਮਾਪਤੀ ਕਰਾਂਗੇ। ਅੰਤਿਮ ਲਾਈਨ 'ਚ ਸਹਿਜੋ ਕਹਿੰਦੀ ਹੈ, ਜਿੱਦਾਂ ਦੱਸਿਆ कि सहजो मिले ना सिंध को जूं तालाब का नीर, और आखिरी लाइन च की कहती है कि सतगुर कहे सो बात ना माने, जगत कहे करे सोए, गज से उतर कर खर पर चढ़ी है जे कोई बात ना होए। जरा समझना, हुण एक गल दा जवाब देना इत्थे, फिर सहजो वाली गल पूरी करांगे कि एक आदमी हाथी दे बह के जा रहा है, हाथी दे उपर बह के जा रहा, रस्ते कुत्ते भौंक रहे हैं, ਉਹਨੂੰ ਕੋਈ ਫਰਕ ਹੈ? ਜਿਹੜਾ ਹਾਥੀ ਚਲੇ ਵੇ ਕੁੱਤੇ ਤੋਂ ਡਰੇਗਾ? ਉਹ ਕੁੱਤੇ ਦੂਰੋਂ ਦੂਰੋਂ ਭੌਂਕ ਰਹੇ, ਕਿਉਂਕਿ ਪਤਾ ਹਾਥੀ ਦੇ ਲਾਗੇ ਜਾਣ ਦੀ ਕਿਸੇ ਕੁੱਤੇ ਦੀ ਹਿੰਮਤ ਨਹੀਂ ਹੈ। ਹੁਣ ਜਦੋਂ ਜਾ ਰਿਹਾ ਹੈ ਤਾਂ ਉਹ ਉੱਪਰ ਬੈਠਾ ਆਦਮੀ ਸੋਚੇ, ਯਾਰ ਕੁੱਤੇ ਬੜੇ ਭੌਂਕ ਰਹੇ ਆ, ਕਦੀ ਕੁੱਤੇ ਦੀ ਸਵਾਰੀ ਨਹੀਂ ਕੀਤੀ, ਇਹ ਹਾਥੀ ਤੋਂ ਉੱਤਰ ਕੇ ਕੁੱਤੇ ਤੇ ਬਹਿ ਜਾਵਾਂ ਫਿਰ ਕੀ ਗੱਲ ਬਣੇਗੀ? ਹੁਣ ਉਹ ਸਮਝਦਾਰ ਬੰਦਾ ਕੀ ਕਰਦਾ? ਹੁਣ ਸਮਝਦਾਰ ਕਿਉਂ ਕਹਿ ਰਹੇ ਹੈ ਤਾਂ ਬੇਵਕੂਫ ਹੀ, ਪਰ ਉਹ ਕਹਿੰਦਾ ਲੈ ਹਾਥੀ ਤੇ ਤਾਂ ਬੜੀ ਢੇਰ ਹੋ ਗਈ ਬੈਠੇ ਨੇ, ਕੋਈ ਕੁੱਤੇ ਤੇ ਬਹਿ ਕੇ ਦੇਖਾਂ। ਹਾਥੀ ਤੋਂ ਉਤਰਿਆ ਉਹ ਔਰ ਕੁੱਤੇ ਨੂੰ ਫੜ ਕੇ ਕੰਨ ਉਹਦੇ ਉੱਤੇ ਬੈਠਣ ਲੱਗਾ। ਜਿੱਦਾਂ ਹੀ ਬੈਠਣ ਲੱਗਾ ਤਾਂ ਕੀ ਹੋਇਆ? ਕੁੱਤੇ ਨੇ ਮਾਰ ਲਿਆ ਮੁੱਚ, ਸਾਰੇ ਕੁੱਤੇ ਇਕੱਠੇ ਹੋ ਗਏ। ਹੁਣ ਲਹੂ ਲਹਾਨ ਹੋ ਕੇ ਕਹਿੰਦਾ ਇਹਨਾਂ ਤੋਂ ਚੰਗਾ ਹਾਥੀ ਤੇ ਬੈਠਾ ਰਹਿੰਦਾ। ਹੁਣ ਇਹਨੂੰ ਸਮਝਦਾਰ ਕਹੋਗੇ ਬੇਵਕੂਫ? ਆਵਾਜ਼ ਨਹੀਂ ਆਈ? ਮੂਰਖ ਕਹੋਗੇ ਮੂਰਖ? ਤਾਂ ਹੁਣ ਜ਼ਰਾ ਸੋਚੋ, ਉਹਨੂੰ ਤਾਂ ਮੂਰਖ ਕਹਿੰਦੇ, ਤੁਸੀਂ ਕੀ ਹੈ? ਤੁਸੀਂ ਕਹਣਾ ਜੀ ਅਸੀਂ ਕੀ ਕੀਤਾ ਇਦਾਂ ਦਾ, ਅਸੀਂ ਤਾਂ ਹਾਥੀ ਤੋਂ ਉਤਰ ਕੇ ਕੁੱਤੇ ਤੇ ਬੈਠੇ ਹੀ ਨਹੀਂ। ਪਰ ਇੱਥੇ ਕੀ ਸਹਿਜੋ ਕਹਿ ਰਹੀ ਹੈ? ਗੱਜ ਕਹਿੰਦੇ ਆ ਹਾਥੀ ਨੂੰ ਕਿ ਜਦੋਂ ਅਸੀਂ ਸੰਤਾਂ ਦੀ ਵਚਨ ਸੁਣਦੇ ਆ, ਸੱਚੇ ਸੰਤਾਂ ਦੇ ਵਚਨਾਂ ਤੇ ਯਕੀਨ ਕਰਦੇ ਆ, ਤਾਂ ਸੰਤਾਂ ਦੇ ਵਚਨ ਗੱਜ ਦੀ ਤਰ੍ਹਾਂ ਹੈ, ਹਾਥੀ ਦੀ ਤਰ੍ਹਾਂ ਹੈ, ਕਿ ਉਹਨਾਂ ਤੇ ਯਕੀਨ ਕਰਾਂਗੇ ਤਾਂ ਕੋਈ ਦੁਨੀਆ ਦੀ ਤਕਲੀਫ, ਦੁੱਖ, ਕੁੱਤਾ ਬਿੱਲਾ ਸਾਡੇ ਨੇੜੇ ਆ ਹੀ ਨਹੀਂ ਸਕਦਾ। ਪਰ ਜਦੋਂ ਸੰਤਾਂ ਦੇ ਵਚਨਾਂ ਤੇ ਯਕੀਨ ਕਰਨ ਦੀ ਬਜਾਏ ਅਸੀਂ ਦੁਨੀਆ ਦੀਆਂ ਗੱਲਾਂ ਤੇ ਯਕੀਨ ਕਰਨ ਲੱਗ ਜਾਂਦੇ ਆ, ਦੁਨੀਆ ਦੀਆਂ ਗੱਲਾਂ ਤੇ, ਆਂਡੀਆਂ ਗੁਆਂਢੀਆਂ ਦੀਆਂ ਗੱਲਾਂ ਤੇ, ਦੁਨੀਆ ਕਹਿੰਦੀ ਉਹ ਇਹ ਨਹੀਂ ਹੋਣਾ, ਆ ਤੇਰਾ ਦੁੱਖ ਦੂਰ ਨਹੀਂ ਹੋਣਾ, ਆ ਤੈਨੂੰ ਨਹੀਂ ਕੁਝ ਮਿਲਣਾ, ਅਸੀਂ ਉਹਨਾਂ ਦੀ ਗੱਲ ਮੰਨ ਲੈਂਦੇ ਤਾਂ ਸੰਤਾਂ ਦੇ ਵਚਨਾਂ ਨੂੰ ਭੁੱਲ ਜਾਂਦੇ ਆ। ਸੰਤ ਕਹਿੰਦੇ ਰੱਬ ਦਾ ਸਿਮਰਨ ਕਰੋ, ਉਹ ਨਹੀਂ ਕਰਦੇ ਤਾਂ ਦੁਨੀਆ ਕਹਿ ਦੇਵੇ ਨਾ ਉਹ ਅੱਧੀ ਰਾਤ ਨੂੰ ਜਾ ਕੇ ਨਾ ਉੱਥੇ ਦੀਵਾ ਜਗਾ ਦੇ, ਸਭ ਕੁਝ ਹੋ ਜਾਏਗਾ, ਉਹ ਕਰਨ ਤੁਰ ਪੈਂਦੇ ਆ ਅਸੀਂ। ਇਹ ਤਾਂ ਵੀ ਉਹੀ ਗੱਲ ਹੈ, ਸੰਤਾਂ ਦੇ ਵਚਨ ਹਾਥੀ ਦੀ ਤਰ੍ਹਾਂ ਹੈ, ਉੱਥੋਂ ਉਤਰ ਕੇ ਤਾਂ ਉਹਨਾਂ ਲੋਕਾਂ ਦੀ ਗੱਲ ਮੰਨਾਂਗੇ ਤਾਂ ਫਿਰ ਇਹੀ ਹੈ ਕਿ ਆਪਣੇ ਹਾਥੀ ਨੂੰ ਛੱਡ ਕੇ ਕੁੱਤੇ ਦੇ ਉੱਪਰ ਸਵਾਰੀ ਕਰ ਰਹੇ ਆ ਤਾਂ ਮਿਲਣਾ ਕੁਛ ਨਹੀਂ, ਉਲਟਾ ਨੁਕਸਾਨ ਹੋ ਜਾਣਾ। ਹੁਣ ਜਰਾ ਸੋਚੋ, ਕੋਈ ਕਵੇ ਉਹ ਅੱਧੀ ਰਾਤ ਨੂੰ ਚੁਰਾਹੇ 'ਚ ਜਾ ਕੇ ਦੀਵਾ ਬਾਲ ਦੇ, ਹੁਣ ਤੁਸੀਂ ਜਾਣਾ ਪਤਾ ਕਿ ਮੂੰਹ ਲੁਕੋਗੇ, ਕੋਈ ਦੇਖੇ ਨਾ, ਇਹ ਤਾਂ ਕਹਿਣਾ ਟੂਣਾ ਕਰਦਾ ਪਿਆ ਕੋਈ। ਹੁਣ ਜੇ ਕਿਸੇ ਨੇ ਦੇਖ ਲਿਆ ਤੁਹਾਡੀ ਇੱਜ਼ਤ ਕੀ ਰਹਿਣੀ ਹੈ? ਨੁਕਸਾਨ ਹੀ ਹੋਇਆ, ਫਾਇਦਾ ਤਾਂ ਪਤਾ ਨਹੀਂ ਹੋਣਾ ਜਾਂ ਨਹੀਂ ਹੋਇਆ। ਪਹਿਲਾਂ ਨੁਕਸਾਨ ਕੀ ਹੋ ਗਿਆ ਕਿ ਲੋਕਾਂ ਦੀ ਨਜ਼ਰਾਂ 'ਚ ਆ ਗਿਆ ਭਾਈ ਇਹ ਬੰਦਾ ਜਾਦੂ ਕਰਨ ਵਾਲਾ ਹੈ, ਕਿਉਂਕਿ ਜੇ ਇੱਕ ਨੇ ਦੇਖ ਲਿਆ ਤਾਂ ਉਹਨਾਂ ਪੂਰੇ ਮਹੱਲੇ 'ਚ ਰੌਲਾ, ਤਾਂ ਕਿਉਂਕਿ ਖਬਰ ਤਾਂ ਇਦਾਂ ਫੈਲਦੀ ਹੈ, ਆਪਣੀ ਖਬਰ ਨਹੀਂ ਦੂਜਿਆਂ ਦੀ। ਇਸ ਕਰਕੇ ਗੱਜ ਤੇ ਬੈਠੇ ਹੋ ਨਾ, ਇਹ ਹੈ ਸੰਤਾਂ ਦੇ ਵਚਨ। ਹੁਣ ਜਿਹੜੇ ਜੀਵ ਸਾਡੇ ਨਾਲ ਜੁੜੇ ਹੈ, ਇਹੀ ਇੱਕ ਗੱਲ ਕਹਾਂਗੇ, ਯਕੀਨ ਰੱਖੋ ਜੇ ਤੁਹਾਨੂੰ ਕੁਝ ਕਹਿਤਾ ਨਾ ਕਿਰਪਾ ਹੋਏਗੀ, ਰਹਿਮਤ ਹੋਏਗੀ, ਤਾਂ ਦੁਨੀਆ ਜੋ ਮਰਜ਼ੀ ਕਹੀ ਜਾਵੇ, ਵਿਸ਼ਵਾਸ ਰੱਖੋ ਤਾਂ ਰਹਿਮਤਾਂ ਹੋਣਗੀਆਂ ਵੀ ਜ਼ਰੂਰ। ਤਾਂ ਹੁਣੇ ਤੁਸੀਂ ਦੇਖ ਰਹੇ ਸੀ 4.5 ਸਾਲ ਦੀ ਬੱਚੀ ਮੰਨਤ ਜਿਹਦਾ ਨਾਮ ਹੈ, ਸ਼ਬਦ ਗਾ ਰਹੀ ਸੀ, ਦੇਖਿਆ ਨਾ ਤੁਸੀਂ ਹੁਣੇ ਸਤਸੰਗ ਤੋਂ ਪਹਿਲਾਂ। ਇਹਨਾਂ ਨੇ ਤਕਰੀਬਨ ਸ਼ਾਇਦ ਕਿੰਨੇ ਸਾਲ ਹੋ ਗਏ ਸੀ ਪਹਿਲਾਂ ਫਲ ਪਵਾਇਆ? 8-10 ਸਾਲ ਪਹਿਲਾਂ ਫਲ ਪਵਾਇਆ। ਦੁਨੀਆ ਨੇ ਬਥੇਰਾ ਤੁਹਾਡੇ ਆ ਦੇ 8.5 ਸਾਲ ਦਰਬਾਰ ਨਾਲ ਜੁੜਿਆਂ ਨੂੰ ਹੋ ਗਏ ਸੀ। ਦੁਨੀਆ ਕਹਿੰਦੀ ਸੀ ਕੁਝ ਨਹੀਂ ਹੋਣਾ, ਕੁਝ ਨਹੀਂ ਹੋਣਾ, ਪਰ ਇਹ ਇਦਾਂ ਦੇ ਮਾਲਕਾਂ ਨਾਲ ਪਿਆਰ ਕਰਨ ਵਾਲੇ
एक पल भी डोले नहीं है। कहते सानू अपने मालिकां दे पूरा यकीन है कि सानू खुशियां देगा तो मालिक जरूर देगा। तो देख लो अज वो बच्चा कितना गुनगुना रहा सी, जिथे डॉक्टरां ने जवाब दे दिता सी कि ये बच्चा नहीं होना, इन्हां दी औलाद नहीं होनी, अज वो बच्चा तुहाडे सामने मालिकां दा गुणगान कर रहा सी। इनू कहते जे असीं बचन ते यकीन रखांगे तो फिर ओहदा दर ऐसा है कि मंगांगे शहद दी कोली तो मिलने है भरे हुए मटके। बस गल तां विश्वास दी है। इदां दे होर भी बहुत जीव है, जे खड़े करना चाहिए कर सकते हैं, पंडोगे तो बहुत है। आ प्रीतम बैठा होर बहुत इत्थे है, इशारा कर रहे मालको दसो, पर एक टाइम नहीं है। पर इन्नी गल दस देवांगे कि संतां दे वचन वो हाथी की तरह है कि जिहड़ा हाथी ते सवार हो गया ना फिर वो मस्ती दे नाल चलदा चलदा अपनी मंजिल तक पहुंच जाता है। तो जिहड़ा हाथी की सवारी छड्ड के कुत्ते की सवारी करेगा तो पहुंचना किते नहीं, उल्टा चक के ले जाना पैना उन्होंने हॉस्पिटल। हुण तुसीं हॉस्पिटल जाने वाले काम ना करियो, समझदे हो कि नहीं? दुनिया दी गल्लां ते यकीन नहीं करना, अपने मालिक दी गल्लां ते यकीन करना है। संतां फकीरां दे वचनां ते यकीन करना। बोलो करोगे कि नहीं? समझदे हो कि नहीं? इहनूं कहंदे है कि गज से उतर कर कुकर पर चढ़ी है, जे कोई बात ना होए, कहंदे गल नहीं है कोई हाथी चढ़ के कुत्ते ते खड़ी सवारी करे, ये कोई समझदारी नहीं है। इसलिए समझदार वही है जिहड़ा कुत्तियां बिल्लियां तो बचना चाहता है, वो हाथी ते सदा सवार रहे। तो तुसीं भी अपने मालिक दे वचनां ते यकीन रखो, विश्वास रखो, तो तुसीं भी हर दुख तो बचे रहोगे। अंदर विश्वास पूरा चाहिए है, यकीन पूरा चाहिए है। समझ आ गई कि नहीं? इसलिए एक गल कहांगे कि पंडित कहते हैं कहीं भी जाने से पहले राशि दिन मुहूर्त देख के निकला करो। कहीं भी जाने से पहले राशि दिन मुहूर्त देख के निकला करो। बहुत ऐसे होंगे जिहड़े अखबार च पहले अपनी राशि पढ़ते हैं, अज मेरी राशि च की है, पढ़ता कोई इत्थे? अजकल टीवियां ते भी सुनते, मोबाइलां भी पढ़न लग पांदे। अज देखा मुहूर्त चंगा कि नहीं मेरे वास्ते, राशि चंगी है कि नहीं मेरे वास्ते? तो याद रखो, हुण जरा हुण ध्यान देना। हुण फर्ज करो किन्ने जीव इत्थे जिन्हां दा नाम रारे तो शुरू हुंदा, आर तो शुरू हुंदा, रारे तो। किन्ने जीव हत्थ खड़ा करो जिन्हां दा नाम रा तो शुरू हुंदा, रारे तो। हुण देखो किन्ने, हुण सारे राशि एक है पर जिंदगी एक है सारियां दी। परेशानियां टेंशनां अलग अलग है कि नहीं? जवाब दिओ, जे कोई परेशानी है कि नहीं जी मेरा भी ढिड दुखदा, ओहदा भी ढिड, ओहदा भी ढिड, ओहदा भी ढिड, सारे ढिड ही दुखदे है। हाँ भी ये राशि का कंट्रोल है, ये राशि माड़ी है, सारे ढिड दुखा रही है। पर है किस नूं इदां? हुण किन्ने नाम है जिन्हां दा कक्के तो शुरू हुंदा, वे का तो काले है, देखो काले भी काफी है। हुण तुहाडी भी राशि इत्थे तक कहांगे, राम और रावण, कृष्ण और कंस, राशि इक्को ही सी पर कर्म अलग अलग सी। इसलिए इत्थे एक गल दवांगे, राशियां दे चक्कर च नहीं पैना, ये भरमां च पाया जा रहा इंसान नूं। समझदे हो कि नहीं? राशियां तो लखां ही दुनिया के लोग होणगे इक्को ही है, पर सारे दी जिद्दां कह लो जिंदगी अलग अलग हुंदी है। कदी भी राशियां सानू सुख दुख नहीं दिंदियां। जद भी सानू सुख या दुख मिलता तो साडे अपने कर्मां नाल मिलता है। असीं कर्म की करते हैं, क्योंकि करनी आपो अपनी, कह नेड़े कह दूर। कहंदे कोयल भी काली भई, कोयल भी काली भई, काला भया काग। कौआ भी काला ही हुंदा तो कोयल भी काली हुंदी है। कोयल भी काली भई, काला भया काग, बाणी कर्म से तय करे दोनों अपना भाग। दोनों का भाग उन्होंने अपनी बाणी ना हुंदा। कोयल कू कू करती है, सारिਆਂ ਨੂੰ चंगी लगती है, कौआ कांगा करता पत्थर खांदा है। रंग तो इको ही है ना, राशि भी इको ही है, का कोयल, का काग। राशि भी एक है पर एक नूं मैं ही प्यार करदे आ, कोयल। ताही तो कहंदे ना कोयल सी तेरी बोली, कहंदे तेरी बोली तो भाई कोयल वर्गी है, बड़ी मिठी आवाज है। तो हुण जरा गौर करो, सच दस्सिओ, तुसीं किसी नूं कहो ना तेरी बोली कोयल वर्गी, अगले नूं खुशी होएगी, होएगी कि नहीं? तो जे किसी नूं कहो तेरी बोली कां वर्गी है, अगले नाल लड़न पैना, कहना इन्नी हिम्मत, कां वर्गी बोली, गाल कढदा मैनूं, लड़न पेगा तुहानूं। कहना की गल, वो भी काली, वो भी काली, ओहदी राशि भी का तो हुंदी, ओहदी राशि भी का तो। राशि तो दोनों की मिथुन ही बनती है। अरे भाई एक नूं प्यार तो एक नाल लड़ाई, तकरार है क्यों? तो एक ही हुंदा है, ये साडी बाणी कैसी है, साडे करनी कैसी है, कर्म कैसे है। जे असीं मिठा बोलते हैं जो सब नूं चंगा लगे तो असीं सब दी नज़रां 'च प्यारे हो जावांगे, तो जे असीं कोड़ा बोलते हैं जो सब नूं बुरा लगे तो सारे सानूं डांटा ही मारनगे, पत्थर ही मारनगे, दौड़ जा तेरी शक्ल नहीं देखनी। तुहाडे कर्म, तुहाडी करनी ये तय करती है कि तुहाडे जीवन 'च सुख आना या दुख। क्योंकि अच्छे कर्म करांगे, सेवा सिमरन करांगे तो खुशियां आणगियां, और माड़े कर्म करांगे तो जीवन 'च दुख आणगे, राशि चाहे कोई भी होवे। इसलिए कंस दे कर्म माड़े सी, राशि ओही सी, कर्म माड़े सी,
ਤਾਂ ਅੱਜ ਦੁਨੀਆ ਮਾੜਾ ਕਹਿੰਦੀ ਹੈ। ਤਾਂ ਸ਼੍ਰੀ ਕ੍ਰਿਸ਼ਨ ਰਾਸ਼ੀ ਉਹੀ ਸੀ, ਕਰਮ ਅੱਛੇ ਸੀ ਤਾਂ ਦੁਨੀਆ ਨੂੰ ਭਗਵਾਨ ਕਹਿੰਦੀ ਹੈ। ਹੁਣ ਕਾਹਦੇ ਨਾਲ ਸ਼ੈਤਾਨ ਨੂੰ ਭਗਵਾਨ ਤੋਲਿਆ ਜਾਂਦਾ ਹੈ, ਰਾਸ਼ੀ ਨਾਲ ਜਾਂ ਕਰਨੀ ਨਾਲ? ਜਵਾਬ ਦੇ ਦਿਓ। ਤਾਂ ਫਿਰ ਕਿਉਂ ਰਾਸ਼ੀਆਂ ਚੱਕਰਾਂ 'ਚ ਪਏ ਹੋ? ਅੱਜ ਤੋਂ ਆਪਣੀ ਕਰਨੀ ਨੂੰ ਸਹੀ ਕਰੋ, ਕਿ ਕਰਨੀ ਸਹੀ ਕਰਾਂਗੇ ਤਾਂ ਅਸੀਂ ਵੀ ਇਨਸਾਨ ਤੋਂ ਭਗਵਾਨ ਹੋ ਸਕਦੇ ਹਾਂ। ਜੇ ਰਾਸ਼ੀ ਨੇ ਕੁਝ ਕਰਨਾ ਹੁੰਦਾ ਫਿਰ ਤਾਂ ਬਚਪਨ ਤੋਂ ਹੋ ਜਾਂਦੇ, ਕਿਉਂਕਿ ਜੰਮਦਿਆਂ ਦਾ ਮਾਂ-ਬਾਪ ਨੇ ਨਾਮ ਰੱਖ ਦਿੱਤਾ ਸੀ, ਰੱਖ ਦਿੱਤਾ ਕਿ ਨਹੀਂ? ਜੇ ਰਾਸ਼ੀ ਦੇ ਹੱਥ 'ਚ ਕੁਝ ਹੁੰਦਾ ਉਦੋਂ ਤਾਂ ਹੋ ਜਾਂਦਾ, ਪਰ ਨਹੀਂ। ਇਹ ਕਰਨ ਵਾਲਾ ਉਹ ਦਾਤਾ ਹੈ, ਪਰ ਉਹਨਾਂ ਦੇਖਣੀ ਸਾਡੀ ਕਰਨੀ। ਇਸ ਲਈ ਅੱਛੀ ਕਰਨੀ ਕਰੋ, ਸੇਵਾ ਸਿਮਰਨ ਕਰੋ, ਨਾਮ ਨਾਲ ਜੁੜੋ, ਯਕੀਨ ਕਰੋ ਆਪਣੇ ਮਾਲਿਕ ਤੇ, ਤਾਂ ਤੁਹਾਡੇ ਜੀਵਨ 'ਚ ਖੁਸ਼ੀਆਂ ਖੁਸ਼ੀਆਂ ਆਣਗੀਆਂ। ਇਸ ਲਈ ਅਸੀਂ ਕਹਿ ਰਹੇ ਸੀ, ਕੀ ਕਹਿ ਰਹੇ ਸੀ, ਜਰਾ ਧਿਆਨ ਦੇਣਾ कि पंडित कहते हैं कहीं भी जाने से पहले राशि दिन मुहूर्त देख के निकला करो, मगर हम ये कहते हैं कहीं भी जाने से पहले अपने मुर्शद की सूरत देख के निकला करो। राशि देखने की लोड़ नहीं, मुहूर्त देखने की लोड़ नहीं, बस अपने वो सच्चे मुर्शद दा दीदार करके जाओ, दर्शन करके जाओ। क्योंकि जो सतगुर का दर्शन कर लिया ना, तो जे ओदा रूप है तो ओदा दर्शन कर लिया तो रब दी रहमतां आपे ही साडे नाल हो गई, फिर तो कोई लोड़ ही नहीं किसी चीज़ की। इसलिए अज तो समझाने नूं तो बहुत कुछ है, पर हुण टाइम काफ़ी हो गया है। लंगर पानी तो छक लिया ना तुसीं, एक बारी फिर छकना हले है, कोई नहीं, छक लियो। मालिक दे खुले भंडार है, भरे हुए भंडार है, कमी तो कोई है ही नहीं, समझदे हो कि नहीं? इसलिए भरपूर होके जाना है। तो अपने मन च यकीन रखना है, विश्वास रखना है। हुण सत्संग की समाप्ति तो पहला एक बारी कह दीए फिर कि मैनू अपने मालिक दे पूरा, मैनू अपने मालिक दे पूरा, मैनू अपने मालिक दे पूरा, मेरिया झोलियां रहमत नाल, मेरिया झोलियां रहमत नाल, मेरिया झोलियां रहमत नाल, मेरे सारे दुख दूर, मेरे सारे दुख दूर, मेरे सारे दुख दूर। तब जाओ, हो गए। महसूस करो किसी को कोई दुख है तो हुण लगेगा मैं ठीक हाँ। अंदर एक जीव कहता सी मान को कमर दर्द है, चेक करो हुण दर्द हैगी कि नहीं? हाँ देखो, चेक करो, हैगी? तेरा गौर करके देखना, हुण लगेगा नहीं मैं ठीक हाँ। क्योंकि उसकी रहमत जो हो जाए ना, तो जे एक छोटा जिहा चिराग जगदा है तो अंधेरे दूर हो जाते हैं, तो जो उसकी रहमत हो जाए तो दुख क्यों नहीं दूर होणगे? जरा सोचो, जे छोटे जे दीवे के अंदर ताकत है कि वह रात के अंधेरे नूं दूर कर सकता है, तो मालिक की रहमत एडी बड़ी है, जे उत्ते यकीन होवे तो साडे जीवन के दुख भी जरूर दूर हो जाते हैं। इसलिए एक गल कहांगे कि एक छोटा सा मिट्टी का दिया सारी रात अंधेरे से लड़ता है। एक छोटा सा मिट्टी का दिया सारी रात अंधेरे से लड़ता है। ओए तू तो उस मालिक का दिया है, तू किस बात से डरता है? तुसी कहदे दिए जिद्दां बंदा कहंदा ना ये दात मेरे रब दी दित्ती हुई है, रब ने दिता ना तुहानू, फिर तुसी तां ओहदे दिए हो, ਉਹਦੀਆਂ ਦਿੱਤੀਆਂ ਦਾਤਾਂ ਨਾਲ ਬਣੇ ਹੋ ਤੁਸੀਂ, ਉਹਨੇ ਜਨਮ ਦਿੱਤਾ ਤੁਹਾਨੂੰ। ਜੇ ਇੱਕ ਮਿੱਟੀ ਦਾ ਦੀਵਾ ਸਾਰੀ ਰਾਤ ਅੰਧੇਰੇ ਨਾਲ ਲੜ ਸਕਦਾ ਹੈ, ਤਾਂ ਫਿਰ ਇੱਥੇ ਰੱਖੋ, ਕੋਈ ਦੁੱਖ ਤਕਲੀਫ ਆਵੇ ਵੀ, ਉਹ ਮੈਂ ਆਪਣੇ ਮਾਲਿਕ ਦਾ ਦੀਵਾ ਆ, ਮੈਂ ਕਿਸੇ ਗੱਲ ਤੋਂ ਨਹੀਂ ਡਰਦਾ, ਮੇਰਾ ਮਾਲਿਕ ਮੇਰੇ ਨਾਲ ਹੈ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਮੈਨੂੰ ਵਿਸ਼ਵਾਸ ਹੈ ਆਪਣੇ ਮਾਲਿਕ ਤੇ, ਮੇਰਾ ਮਾਲਿਕ ਮੇਰਾ ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ, ਸੋਹਣਾ ਸੋਹਣਾ